Good morning, dear students. Our next topic is subset or a superset. If every member of a set A is a member of a set B, then A is called a subset of B and B is called a superset of A. ठीक है जी, ਹੁਣ ਕਹਿਣਾ ਕੀ ਚਾਹਿਆ ਉਹਨੇ ਇਸ ਡੈਫੀਨੇਸ਼ਨ ਦੇ ਅੰਦਰ ਉਸਨੇ ਕੀ ਬੋਲਿਆ ਕਿ ਸੈੱਟ A ਦੇ ਅੰਦਰ ਜਿੰਨੇ ਵੀ ਐਲੀਮੈਂਟਸ ਆ ਨਾ ਅਗਰ ਉਹ ਸਾਰੇ ਦੇ ਸਾਰੇ ਐਲੀਮੈਂਟ ਸੈੱਟ B ਦੇ ਵਿੱਚ ਪ੍ਰੈਜ਼ੈਂਟ ਹੋਣਗੇ ਤਾਂ ਕੀ ਹੋ ਜਾਊਗਾ A ਸਬਸੈਟ ਹੋ ਜਾਊਗਾ B ਦਾ। ਲੱਗੀ ਸਮਝ? ਕੀ ਬੋਲਿਆ ਉਹਨਾਂ ਨੇ ਕਿ ਸੈੱਟ ਏ ਆਪਾਂ ਨੂੰ ਕੋਈ ਵੀ ਗਿਵਨ ਹੋਏਗਾ ਉਹਦੇ ਵਿੱਚ ਜਿੰਨੇ ਐਲੀਮੈਂਟਸ ਹੋਣਗੇ ਨਾ ਉਹ ਅਗਰ ਬੀ ਦੇ ਵਿੱਚ ਸਾਰੇ ਦੇ ਸਾਰੇ ਐਲੀਮੈਂਟਸ ਪ੍ਰੈਜ਼ੈਂਟ ਹੋਏ ਇਟ ਮੀਨਸ ਏ ਇਜ਼ ਅ ਸਬਸੈਟ ਆਫ ਬੀ। ਔਰ ਸਬਸੈਟ ਨੂੰ ਡਿਨੋਟ ਕਿਹਦੇ ਨਾਲ ਕੀਤਾ ਜਾਂਦਾ ਆ ਦੇਖੋ, ਠੀਕ ਹੈ ਜੀ, ਸਬਸੈਟ ਡਿਨੋਟ ਕਿੰਨਾ ਹੁੰਦਾ ਆ ਇਸ ਸਾਈਨ ਨਾਲ। ਔਰ ਇਹਨੂੰ ਤੁਸੀਂ ਕੀ ਬੋਲਦੇ ਹੋ ਕਿ ਤੁਹਾਡੇ ਕੋਲ ਯੂ ਗਿਵਨ ਆ, ਠੀਕ ਹੈ ਜੀ, ਯੂ ਨੂੰ ਤੁਸੀਂ ਰਾਈਟ ਸਾਈਡ ਨੂੰ ਲਿਟਾ ਦਿਓ। ਠੀਕ ਆ, ਆਪਾਂ ਕੀ ਕੀਤਾ ਯੂ ਨੂੰ ਰਾਈਟ ਸਾਈਡ ਨੂੰ ਲਿਟਾਤਾ ਜਾਂ ਫਿਰ ਤੁਸੀਂ ਇਹਨੂੰ ਐਜ਼ ਅ ਸੀ ਵੀ ਲੈ ਕੇ ਜਾ ਸਕਦੇ ਹੋ। ਠੀਕ ਹੈ ਜੀ, ਔਰ ਇਹ ਸਬਸੈਟ ਦਾ ਹੀ ਸਾਈਨ ਹੁੰਦਾ ਆ। ਠੀਕ ਆ, ਫੋਰ ਐਗਜ਼ਾਮਪਲ 'ਚ ਆਪਾਂ ਸਮਝਦੇ ਹਾਂ। ਹੁਣ ਦੇਖੋ ਆਪਣੇ ਕੋਲ ਐਗਜ਼ਾਮਪਲ ਆ, ਮਤਲਬ ਮੇਰੇ ਕੋਲ ਦੋ ਸੈੱਟ ਗਿਵਨ ਆ, ਏ ਸੈੱਟ ਜਿਹਦੇ ਵਿੱਚ ਹੈ 1 2 3 ਔਰ ਬੀ ਸੈੱਟ ਜਿਹਦੇ ਵਿੱਚ ਐਲੀਮੈਂਟਸ ਹੈ 0 1 2 3 4। ਉਹਨਾਂ ਨੇ ਕੀ ਬੋਲਿਆ ਇਜ਼ ਅ ਏ ਸਬਸੈਟ ਆਫ ਬੀ। ਹੁਣ ਆਪਾਂ ਦੇਖਣਾ ਹੈ ਕਿ ਏ ਸਬਸੈਟ ਬੀ ਦਾ ਹੈ। ਠੀਕ ਹੈ ਜੀ, ਹੁਣ ਕਿਵੇਂ ਆਪਾਂ ਡੈਫੀਨੇਸ਼ਨ 'ਚ ਕੀ ਬੋਲਿਆ ਸੀਗਾ ਕਿ ਜਿੰਨੇ ਐਲੀਮੈਂਟ ਏ ਦੇ ਵਿੱਚ ਪ੍ਰੈਜ਼ੈਂਟ ਆ ਉਹ ਸਾਰੇ ਦੇ ਸਾਰੇ ਐਲੀਮੈਂਟਸ ਬੀ ਦੇ ਵਿੱਚ ਪ੍ਰੈਜ਼ੈਂਟ ਆ। ਅਗਰ ਬੀ ਦੇ ਵਿੱਚ ਪ੍ਰੈਜ਼ੈਂਟ ਆ ਦੈਨ ਏ ਇਜ਼ ਅ ਸਬਸੈਟ ਆਫ ਬੀ। ਠੀਕ ਹੈ ਜੀ, ਹੁਣ ਦੇਖੋ ਏ ਦੇ ਵਿੱਚ ਕਿਹੜੇ ਐਲੀਮੈਂਟ ਆ ਮੇਰੇ ਕੋਲ 1 2 3। ਹੁਣ ਦੇਖੋ ਬੀ ਦੇ ਵਿੱਚ 1 2 3 ਹੈਗਾ ਕਿਤੇ 1 2 3 ਬੀ ਦੇ ਵਿੱਚ ਵੀ ਹੈਗਾ ਆ। ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਏ ਦੇ ਵਿੱਚ ਜੋ ਐਲੀਮੈਂਟਸ ਆ ਨਾ ਉਹੀ ਸੇਮ ਬੀ ਦੇ ਵਿੱਚ ਹੋਣਗੇ। ਬੀ ਦੇ ਵਿੱਚ ਐਕਸਟਰਾ ਵੀ ਹੋ ਸਕਦੇ ਆ। ਹੁਣ 1 2 3 ਇੱਧਰ ਸੀਗਾ ਉਹ ਬੀ ਦੇ ਵਿੱਚ ਵੀ ਪ੍ਰੈਜ਼ੈਂਟ ਆ ਬਟ ਬੀ ਦੇ ਕੋਲ ਐਕਸਟਰਾ ਵੀ ਆ। ਇਟ ਮੀਨਸ ਕੀ ਹੋ ਗਿਆ ਕਿ ਏ ਤੋਂ ਸਬਸੈਟ ਹੋ ਗਿਆ ਨਾ ਬੀ ਦਾ, ਬਿਕੋਜ਼ ਜੋ ਵੀ ਜਿੰਨੇ ਵੀ ਆਪਣੇ ਕੋਲ ਐਲੀਮੈਂਟ ਏ ਸੈੱਟ ਦੇ ਵਿੱਚ ਗਿਵਨ ਆ ਉਹ ਬੀ ਦੇ ਵਿੱਚ ਤੁਹਾਨੂੰ ਦਿਖ ਰਹੇ ਆ 1 2 3 ਦਿਖ ਰਿਹਾ ਨਾ। ਇਟ ਮੀਨਸ ਕੀ ਹੋ ਗਿਆ ਏ ਇਜ਼ ਅ ਸਬਸੈਟ ਆਫ ਬੀ। ਠੀਕ ਆ ਜੀ, तो ਇਹਦਾ ਆਨਸਰ ਕੀ ਆਇਆ ਏ ਇਜ਼ ਅ ਸਬਸੈਟ ਆਫ ਬੀ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਨੈਕਸਟ ਦੇਖੋ ਆਪਣੇ ਕੋਲ ਅਗੇਨ ਏ ਔਰ ਬੀ ਸੈੱਟ ਗਿਵਨ ਆ। ਹੁਣ ਦੇਖੋ ਏ ਦੇ ਸੈੱਟ ਵਿੱਚ ਐਲੀਮੈਂਟਸ ਕਿਹੜੇ ਆ 2 3 4। ਠੀਕ ਆ ਜੀ, ਔਰ ਬੀ 'ਚ ਕਿਹੜਾ ਗਿਵਨ ਆ 0 1 5 7 9। ਠੀਕ ਆ, ਹੁਣ ਦੇਖੋ ਏ ਦੇ ਵਿੱਚ ਜੋ ਵੀ ਐਲੀਮੈਂਟਸ ਉਹ ਬੀ ਦੇ ਵਿੱਚ ਤੁਹਾਨੂੰ ਦਿਖ ਰਹੇ ਆ ਨਹੀਂ। ਇਟ ਮੀਨਸ ਕੀ ਹੋ ਗਿਆ ਕਿ ਏ ਇਜ਼ ਨਾਟ ਸਬਸੈਟ ਆਫ ਬੀ। ਠੀਕ ਹੈ ਜੀ, ਔਰ ਉਹ ਕਿਵੇਂ ਲਿਖੀਦਾ ਆ, ਠੀਕ ਹੈ ਜੀ, ਇਵੇਂ ਲਿਖੀਦਾ ਮਤਲਬ ਸੀ ਬਣਾ ਦੇਣੀ ਉਹਦੇ ਉੱਪਰ ਇੱਕ ਸਲੈਸ਼ ਵਾਲੀ ਲਾਈਨ ਲਗਾ ਦੇਣੀ। ਠੀਕ ਆ, ਇਟ ਮੀਨਸ ਕੀ ਹੋ ਗਿਆ ਕਿ ਏ ਇਜ਼ ਨਾਟ ਅ ਸਬਸੈਟ ਆਫ ਬੀ। ਕਿਉਂ? ਕਿਉਂਕਿ ਜੋ ਵੀ ਐਲੀਮੈਂਟਸ ਏ ਦੇ ਵਿੱਚ ਸੀ ਨਾ ਉਹ ਬੀ ਦੇ ਵਿੱਚ ਕਿਤੇ ਵੀ ਆਪਾਂ ਨੂੰ ਦਿਖੇ ਹੀ ਨਹੀਂ। ਇਟ ਮੀਨਸ ਕੀ ਹੋ ਗਿਆ ਕਿ ਏ ਤੋਂ ਸਬਸੈਟ ਹੋਇਆ ਹੀ ਨਹੀਂ। ਔਰ ਡੈਫੀਨੇਸ਼ਨ ਨੇ ਕੀ ਬੋਲਿਆ ਕਿ ਜਿੰਨੇ ਵੀ ਐਲੀਮੈਂਟਸ ਏ ਦੇ ਵਿੱਚ ਹਨ ਅਗਰ ਉਹ ਬੀ ਦੇ ਵਿੱਚ ਪ੍ਰੈਜ਼ੈਂਟ ਹੋਣ ਫਿਰ ਕੀ ਹੁੰਦਾ ਹੈ ਇਹ ਆਪਣਾ ਸਬਸੈਟ ਹੁੰਦਾ। ਠੀਕ ਹੈ ਜੀ, ਬੀ ਦਾ। ਬਟ ਇੱਥੇ ਮੇਰੇ ਕੋਲ ਜਿੰਨੇ ਵੀ ਐਲੀਮੈਂਟਸ ਏ ਦੇ ਵਿੱਚ ਸੀ ਉਹ ਬੀ ਦੇ ਵਿੱਚ ਹੈ ਹੀ ਨਹੀਂ ਸੀ। ਇਟ ਮੀਨਸ ਕੀ ਹੋ ਗਿਆ ਕਿ ਮੇਰਾ ਏ ਨਾਟ ਸਬਸੈਟ ਆਫ ਬੀ, ਮਤਲਬ ਉਹ ਬੀ ਦਾ ਸਬਸੈਟ ਨਹੀਂ ਆ। ਠੀਕ ਆ, ਨੈਕਸਟ ਇੱਕ ਹੋਰ ਦੇਖ ਲਓ। ਹਾਂਜੀ, ਨੈਕਸਟ ਦੇਖੋ ਉਹਨਾਂ ਨੇ ਏ ਸੈੱਟ ਗਿਵਨ ਦਿੱਤਾ ਔਰ ਬੀ ਦਿੱਤਾ। ਏ 'ਚ ਕੀ ਆ 1 2 3 4। ਠੀਕ ਆ ਜੀ, ਔਰ ਬੀ 'ਚ ਕੀ ਬੋਲਿਆ ਐਕਸ ਸੱਚ ਦੈਟ ਐਕਸ ਬਿਲੋਂਗਸ ਟੂ ਨੈਚੁਰਲ। ਔਰ ਨੈਚੁਰਲ ਨੰਬਰਸ ਆਪਣੇ ਕਿੱਥੋਂ ਸਟਾਰਟ ਹੁੰਦੇ ਆ 1 ਤੋਂ ਸਟਾਰਟ ਹੁੰਦੇ ਆ ਔਰ ਸਾਰੇ ਪੋਜ਼ੀਟਿਵ ਹੁੰਦੇ ਆ। ਠੀਕ ਆ ਜੀ, ਇਟ ਮੀਨਸ ਮੇਰਾ ਏ ਸੈੱਟ ਸਬਸੈਟ ਹੋਇਆ ਬੀ ਦਾ ਬਿਕੋਜ਼ ਇਹਨਾਂ ਨੇ ਕੀ ਬੋਲਿਆ ਐਕਸ ਬਿਲੋਂਗਸ ਟੂ ਨੈਚੁਰਲ। ਬੀ ਦੇ ਵਿੱਚ ਸਾਰੇ ਨੈਚੁਰਲਸ ਆਉਣਗੇ, ਇਹਦਾ ਮਤਲਬ ਸਾਰੇ ਨੈਚੁਰਲਸ ਆਉਣਗੇ। ਇਟ ਮੀਨਸ ਇਹਦੇ ਵਿੱਚ 1 2 3 4 ਵੀ ਆਏਗਾ ਔਰ ਉਹ ਏ ਦੇ ਵਿੱਚ ਪ੍ਰੈਜ਼ੈਂਟ ਆ। ਔਰ ਆਪਣੀ ਡੈਫੀਨੇਸ਼ਨ ਨੇ ਕੀ ਬੋਲਿਆ ਕਿ ਜੋ ਐਲੀਮੈਂਟ ਏ ਦੇ ਵਿੱਚ ਪ੍ਰੈਜ਼ੈਂਟ ਆ ਉਹ ਬੀ ਦੇ ਵਿੱਚ ਹੋਣਗੇ। ਅਗਰ ਬੀ ਦੇ ਵਿੱਚ ਹੋਣਗੇ ਦੈਨ ਕੀ ਆਪਣਾ ਸੈੱਟ ਸਬਸੈਟ ਹੋਏਗਾ। ਠੀਕ ਹੈ ਜੀ, ਏ ਇਜ਼ ਅ ਸਬਸੈਟ ਆਫ ਬੀ। ਇੱਥੋਂ ਤੱਕ ਤਾਂ ਆਪਣਾ ਸਾਰਾ ਪ੍ਰੂਵ ਹੋ ਗਿਆ ਨਾ, ਏ ਇਜ਼ ਅ ਸਬਸੈਟ ਆਫ ਬੀ। ਉਹਨਾਂ ਨੇ ਕੀ ਬੋਲਿਆ ਸੀ ਬੀ ਇਜ਼ ਕਾਲਡ ਅ ਸੁਪਰ ਸੈਟ। ਤਾਂ ਅਗਰ ਆਪਣਾ ਏ ਸਬਸੈਟ ਹੋਊਗਾ ਦੈਨ ਬੀ ਮੇਰਾ ਕੀ ਹੋਊਗਾ ਸੁਪਰ ਸੈਟ। ਠੀਕ ਆ, ਏ ਸਬਸੈਟ ਬੀ, ਏ ਮੇਰਾ ਕੀ ਹੋ ਜਾਊਗਾ ਸਬਸੈਟ ਦੈਨ ਬੀ ਮੇਰਾ ਕੀ ਹੋ ਜਾਊਗਾ ਫਿਰ ਸੁਪਰ ਸੈਟ ਜੋ ਉਹਨਾਂ ਨੇ ਡੈਫੀਨੇਸ਼ਨ 'ਚ ਬੋਲਿਆ ਸੀ। ਠੀਕ ਆ, ਹੁਣ ਦੇਖੋ ਆਪਾਂ ਸਬਸੈਟ ਪੜ੍ਹ ਲਿਆ ਕਿ ਹਾਂਜੀ ਸਬਸੈਟ ਏ ਸਬਸੈਟ ਹੁੰਦਾ ਹੈ ਜੀ ਬੀ ਦਾ, ਏ ਨਾਟ ਸਬਸੈਟ ਹੁੰਦਾ ਬੀ ਦਾ, ਇਹ ਤੋਂ ਦੇਖ ਲਿਆ। ਬਟ ਹੁਣ ਆਪਾਂ ਨੂੰ ਇੱਦਾਂ ਕਿੱਦਾਂ ਪਤਾ ਚੱਲੂਗਾ ਕਿ ਆਪਾਂ ਅਗਰ ਮੇਰੇ ਤੋਂ ਸਿਰਫ ਇੱਕ ਹੀ ਸੈੱਟ ਗਿਵਨ ਹੋਊਗਾ ਉਹਦਾ ਸਬਸੈਟ ਕਿੱਦਾਂ ਕੱਢਾਂਗੇ। ਠੀਕ ਆ, ਉਹਨਾਂ ਨੇ ਕੀ ਲਿਖਿਆ ਰਾਈਟ ਡਾਊਨ ਆਲ ਦਾ ਸਬਸੈਟ ਆਫ ਏ। ਹੁਣ ਮੈਂ ਇੱਕ ਹੀ ਗਿਵਨ ਹੈ ਨਾ ਬੀ ਸੈੱਟ ਤੋਂ ਗਿਵਨ ਹੈ ਜਿਹੜਾ ਮੈਂ ਕੰਪੇਅਰ ਕਰ ਸਕਾਂ ਕਿ ਹਾਂਜੀ ਉਹ ਕੀ ਹੋਊਗਾ ਸਬਸੈਟ ਹੋਊਗਾ ਕਿ ਨਹੀਂ। ਉਹਨਾਂ ਨੇ ਕੀ ਬੋਲਿਆ ਕਿ ਮੇਰੇ ਕੋਲ ਕੋਈ ਵੀ ਏ ਸੈੱਟ ਗਿਵਨ ਆ ਉਹਦੇ ਮੈਂ ਕੀ ਲਿਖਣੇ ਆ ਸਬਸੈਟ ਲਿਖਣੇ ਆ। ਠੀਕ ਆ, ਔਰ ਸਬਸੈਟ ਲਿਖੀ ਤੇ ਕਿੱਦਾਂ ਆ ਹੁਣ ਆਪਾਂ ਇਹ ਦੇਖਦੇ ਹਾਂ। ਹੁਣ ਸਪੋਜ਼ ਕਰੋ ਕਿ ਆਹ ਵਾਲਾ ਸੈੱਟ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਆ। ਸਪੋਜ਼ ਕਰੋ ਕਿ ਤੁਹਾਡਾ ਬ੍ਰਦਰ ਆ।
ਠੀਕ ਆ ਜੀ, ਜਾਂ ਫਿਰ ਸਿਸਟਰ ਆ। ਆਪਾਂ ਲੈਟ ਕਰ ਲਿਆ ਕਿ ਇਹ ਜਿਹੜਾ ਸੈਟ ਗਿਵਨ ਆ ਉਹ ਸਿਸਟਰ ਆ। ਠੀਕ ਆ, ਹੁਣ ਦੇਖਣਾ ਆ ਕਿ ਉਸ ਸਿਸਟਰ ਦਾ ਜਿਹੜਾ ਹੋਰ ਘਰ ਦੇ ਵਿੱਚ ਬ੍ਰਦਰ ਆ, ਉਹਦੇ ਨਾਲ ਦੀਆਂ ਸਿਸਟਰ ਦੇ ਵਿੱਚ ਕੁਆਲਿਟੀਜ਼ ਮਿਲਦੀਆਂ ਆ, ਜਾਂ ਫਿਰ ਬ੍ਰਦਰ ਦੀਆਂ ਕੁਆਲਿਟੀਜ਼ ਸਿਸਟਰ ਦੇ ਨਾਲ ਮਿਲਦੀਆਂ ਆ। ਤਾਂ ਦੇਖੋ ਕੀ ਆਪਸ਼ਨਸ ਹੋ ਸਕਦੀਆਂ। ਫਸਟ ਆਫ ਆਲ ਹੋ ਸਕਦਾ ਉਹਦੇ ਸਿਸਟਰ ਦੇ ਵਿੱਚ ਕਿੰਨੀਆਂ ਕੁਆਲਿਟੀਜ਼ ਆ, 2 ਆ, ਐਕਸ ਔਰ ਵਾਈ। ਠੀਕ ਆ, ਹੋ ਸਕਦਾ ਬ੍ਰਦਰ ਦੇ ਵਿੱਚ ਸਿਰਫ ਐਕਸ ਕੁਆਲਿਟੀ ਹੋਵੇ। ਠੀਕ ਹੈ ਜੀ, ਹੋ ਸਕਦਾ ਬ੍ਰਦਰ ਦੇ ਵਿੱਚ ਸਿਰਫ ਵਾਈ ਕੁਆਲਿਟੀ ਹੋਵੇ, ਜਾਂ ਫਿਰ ਹੋ ਸਕਦਾ ਆ ਜੋ ਸਿਸਟਰ ਦੇ ਵਿੱਚ ਕੁਆਲਿਟੀਜ਼ ਆ ਉਹੀ ਬ੍ਰਦਰ ਦੇ ਅੰਦਰ ਵੀ ਕੁਆਲਿਟੀਜ਼ ਹੋਣ। ਔਰ ਲਾਸਟ ਆਪਸ਼ਨ ਕੀ ਹੋ ਸਕਦੀਆਂ ਕਿ ਬ੍ਰਦਰ ਨਿਕੰਮਾ ਹੀ ਹੋਵੇ, ਉਹਦੇ ਵਿੱਚ ਸਿਸਟਰ ਨਾਲ ਦੀ ਕੋਈ ਵੀ ਕੁਆਲਿਟੀ ਹੋਵੇ ਨਾ। ਇਟ ਮੀਨਸ ਕੀ ਹੋ ਗਿਆ, 5 ਪੋਸੀਬਿਲਿਟੀ ਹੈ ਨਾ ਕਿ ਸਿਸਟਰ ਆ ਉਹਦੇ ਨਾਲ ਦੇ ਬ੍ਰਦਰਸ ਦੀਆਂ ਆਪਾਂ ਕੁਆਲਿਟੀਜ਼ ਚੈੱਕ ਕਰਦੇ ਹਾਂ। ਹੁਣ ਦੇਖੋ ਸਿਸਟਰ ਦੇ ਵਿੱਚ 2 ਕੁਆਲਿਟੀਜ਼ ਸੀ, ਠੀਕ ਹੈ ਜੀ, ਐਕਸ ਔਰ ਵਾਈ। ਤਾਂ ਆਪਾਂ ਕੀ ਲਿਖਿਆ, ਬ੍ਰਦਰ ਦੇ ਵਿੱਚ ਦੇਖਿਆ ਜਾਂ ਤਾਂ ਸਿਸਟਰ ਦੀ ਇੱਕ ਕੁਆਲਿਟੀ ਹੋ ਗਈ ਉਹਦੇ ਵਿੱਚ ਐਕਸ, ਜਾਂ ਫਿਰ ਸਿਸਟਰ ਦੀ ਇੱਕ ਕੁਆਲਿਟੀ ਹੋ ਸਕਦੀ ਉਹਦੇ ਵਿੱਚ ਵਾਈ, ਜਾਂ ਫਿਰ ਆਪਸ਼ਨ ਹੋ ਸਕਦੀਆਂ ਕਿ ਸਿਸਟਰ ਦੇ ਵਿੱਚ ਕੁਆਲਿਟੀਜ਼, ਜੋ ਸਿਸਟਰ ਦੇ ਵਿੱਚ ਕੁਆਲਿਟੀਜ਼ ਆ ਸੇਮ ਬ੍ਰਦਰ ਦੀਆਂ ਕੁਆਲਿਟੀਜ਼ ਹੋ ਜਾਣਗੀਆਂ ਐਕਸ ਔਰ ਵਾਈ। ਜਾਂ ਫਿਰ ਇਹ ਹੋ ਸਕਦਾ ਕਿ ਉਹਦਾ ਬ੍ਰਦਰ ਇੰਨਾ ਨਲਾਇਕ ਆ, ਉਹਦੇ ਵਿੱਚ ਐਕਸ ਵੀ ਨਹੀਂ ਆ ਔਰ ਵਾਈ ਕੁਆਲਿਟੀ ਵੀ ਨਹੀਂ ਆ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਉਹਦੇ ਵਿੱਚ ਕੋਈ ਕੁਆਲਿਟੀ ਨਹੀਂ ਆ, ਖਾਲੀ ਹੋ ਗਿਆ ਉਹ ਸੈੱਟ। ਠੀਕ ਹੈ ਜੀ, ਇਟ ਮੀਨਸ ਕੀ ਹੋ ਗਿਆ, ਇਹ 5 ਸੈੱਟ। ਐਮਟੀ ਸੈੱਟ ਨੂੰ ਆਪਾਂ ਕੀ ਬੋਲਦੇ ਸੀ, 5 ਸੈੱਟ, ਉਹਦੇ ਵਿੱਚ 0 ਕੁਆਲਿਟੀ ਹੋ ਜਾਊਗੀ। ਠੀਕ ਆ, ਇੱਦਾਂ ਆਪਾਂ ਲਿਖੀਦੇ ਆ ਸਬਸੈਟ। ਹੁਣ ਦੇਖੋ ਜਿਹੜਾ ਆਹ ਵਾਲਾ ਸੈੱਟ ਆ, ਲਾਸਟ ਵਾਲੀ ਕੁਆਲਿਟੀ ਆਫ ਬ੍ਰਦਰ ਔਰ ਕੁਆਲਿਟੀ ਆਫ ਸਿਸਟਰ ਦੋਨੋਂ ਸੇਮ ਹੋ ਗਏ। ਇਟ ਮੀਨਸ ਕੀ ਆ ਕਿ ਅਗਰ ਬ੍ਰਦਰ ਦੇ ਵਿੱਚ ਆ ਦੋਨੋਂ ਕੁਆਲਿਟੀਜ਼ ਹੋ ਗਈਆਂ, ਇਟ ਮੀਨਸ ਕੀ ਆ ਕਿ ਆਪਣੀ ਸਿਸਟਰ ਦੀ ਬਰਾਬਰੀ ਕਰ ਰਿਹਾ ਬਈ। ਲੱਗਦਾ ਹੈ ਨਾ ਕਿ ਉਹ ਸਿਸਟਰ ਦੀ ਬਰਾਬਰੀ ਕਰਦਾ ਪਿਆ। ਅਗਰ ਸਿਸਟਰ ਦੇ ਵਿੱਚ ਦੋਨੋਂ ਕੁਆਲਿਟੀਜ਼ ਆ ਤਾਂ ਬ੍ਰਦਰ ਦੇ ਵਿੱਚ ਵੀ ਦੋਨੋਂ ਕੁਆਲਿਟੀਜ਼ ਆ ਰਹੀਆਂ ਆ। ਠੀਕ ਆ, ਔਰ ਸਿਸਟਰ ਦੇ ਵਿੱਚ ਕੁਆਲਿਟੀਜ਼ ਆ, ਬ੍ਰਦਰ ਦੇ ਵਿੱਚ ਸੇਮ ਆ ਗਿਆ। ਇਟ ਮੀਨਸ ਇਹਨੂੰ ਕੀ ਆਪਾਂ ਬੋਲਣਾ ਆ, ਸੁਪਰ ਸੈੱਟ। ਠੀਕ ਆ ਜੀ, ਸੁਪਰ ਸੈੱਟ। ਇਟ ਮੀਨਸ ਕਿ ਉਹ ਆਪਣੀ ਵੱਡੀ ਸਿਸਟਰ ਦੀ ਪ੍ਰੋਪਰਲੀ ਬਰਾਬਰੀ ਕਰਦਾ ਪਿਆ ਹੈ। ਜੋ ਸਿਸਟਰ ਤੋਂ ਕੁਆਲਿਟੀਜ਼ ਆ ਉਹੀ ਬ੍ਰਦਰ ਤੋਂ ਵੀ ਕੁਆਲਿਟੀਜ਼ ਆ ਰਹੀਆਂ ਆ। ਠੀਕ ਆ, ਇਹਨੂੰ ਬੋਲਦੇ ਆ ਸੁਪਰ ਸੈੱਟ। ਠੀਕ ਆ, ਐਮਟੀ ਦਾ ਮਤਲਬ ਕੀ ਹੁੰਦਾ ਆ, 0 0 ਮਤਲਬ 5 ਇਹ ਹੋ ਜੂਗਾ ਹੈ ਨਾ। ਔਰ 0 ਜਾਂ ਫਿਰ 5 ਇਜ਼ ਦਾ ਸਬਸੈਟ ਆਫ ਐਵਰੀ ਸੈੱਟ। ਜਿੰਨੇ ਵੀ ਸੈੱਟ ਆ ਉਹਨਾਂ ਦੇ ਵਿੱਚ 5 ਸਬਸੈਟ ਆਏਗਾ ਹੀ ਆਏਗਾ। ਕਿਉਂ? ਕਿਉਂਕਿ 0 ਹੈ ਨਾ। 5 ਦਾ ਮਤਲਬ ਕੀ ਹੁੰਦਾ ਕਿ ਖਾਲੀ ਵਿੱਚ ਕੀ ਹੁੰਦਾ ਹੈ, 0। ਠੀਕ ਹੈ ਜੀ, ਔਰ 0 ਹਰ ਕਿਸੇ ਨੰਬਰ ਦੇ ਨਾਲ ਆ ਸਕਦਾ ਆ। ਸਪੋਜ਼ ਕਰ ਲਓ 1 + 0 = 1, 12 + 0 = 12, ਮਤਲਬ 0 ਸਾਰਿਆਂ ਦੇ ਨੰਬਰਸ ਦਾ ਪਾਰਟ ਹੋ ਜਾਂਦਾ ਨਾ, ਸਾਰੇ ਨੰਬਰਸ ਦੇ ਨਾਲ ਪਾਰਟ ਬਣਾ ਲੈਂਦਾ ਆਪਣਾ 0। ਹੁਣ ਦੇਖੋ ਮੈਂ ਕੀ ਬੋਲਿਆ ਕਿ 0 ਹਰ ਕਿਸੇ ਨੰਬਰ ਦਾ ਪਾਰਟ ਹੁੰਦਾ ਆ। ਤਾਂ ਆਪਾਂ ਦੇਖ ਲੈਂਦੇ ਹਾਂ 1 + 0 = 0, 12 + 0 = ਸੌਰੀ ਇੱਧਰ 1 ਇੱਧਰ 12। ਠੀਕ ਹੈ ਜੀ, 14 + 0 = 14। ਠੀਕ ਹੈ ਜੀ, 15 + 0 = 15। ਮਤਲਬ 0 ਆ ਜਿਹੜਾ ਉਹ ਸਾਰੇ ਨੰਬਰਸ ਦੇ ਵਿੱਚ ਆ ਰਿਹਾ ਹੈ, ਮਤਲਬ ਸਾਰੇ ਨੰਬਰਸ ਨਾਲ ਆਪਣਾ ਕੋਈ ਨਾ ਕੋਈ ਕੰਬੀਨੇਸ਼ਨ ਜਾਂ ਪਾਰਟ ਬਣਾ ਹੀ ਰਿਹਾ ਆ। ਠੀਕ ਹੈ ਜੀ, 0 ਕੀ ਹੋ ਗਿਆ, ਇਹਦਾ ਮਤਲਬ ਸਾਰਿਆਂ ਦਾ ਪਾਰਟ ਹੋ ਗਿਆ। ਇਟ ਮੀਨਸ 0 ਸਾਰਿਆਂ ਦਾ ਪਾਰਟ ਹੋ ਗਿਆ, ਮਤਲਬ 5 ਨੂੰ ਹੀ ਆਪਾਂ ਬੋਲਦੇ ਹਾਂ ਐਮਟੀ ਵੀ ਸਾਰਿਆਂ ਦਾ ਪਾਰਟ ਹੋ ਜਾਊਗਾ। ਬਿਕੋਜ਼ 5 ਦੇ ਵਿੱਚ ਕੀ ਹੁੰਦਾ, 0 ਐਲੀਮੈਂਟ ਹੁੰਦਾ ਖਾਲੀ। ਠੀਕ ਹੈ ਜੀ, ਖਾਲੀ ਕੀ ਹੋ ਗਿਆ, 0। ਠੀਕ ਆ, ਤਾਂ ਇਹਦਾ ਮਤਲਬ ਕੀ ਆ ਕਿ 5 ਇਜ਼ ਦਾ ਸਬਸੈਟ ਆਫ ਐਵਰੀ ਸੈੱਟ। ਜਿੰਨੇ ਵੀ ਤੁਸੀਂ ਸੈੱਟ ਦੇਖੋਗੇ ਹੈ ਨਾ 5, ਉਹਨਾਂ ਦੇ ਵਿੱਚ ਜਦੋਂ ਤੁਸੀਂ ਉਸ ਸੈੱਟ ਦਾ ਸਬਸੈਟ ਬਣਾਉਣਾ ਹੈ 5 ਉਹਦੇ ਵਿੱਚ ਆਈ ਜਾਣਾ ਆ, ਖਾਲੀ ਐਮਟੀ ਸੈੱਟ ਆਉਣਾ ਹੀ ਆਉਣਾ ਆ। ਇੱਦਾਂ ਹੀ ਸੇਮ ਬਾਕੀ ਕੁਆਲਿਟੀਜ਼ ਹੋ ਸਕਦਾ ਉਹਦੇ ਵਿੱਚ ਕੋਈ ਵੀ ਕੁਆਲਿਟੀ ਨਾ ਹੋਵੇ। ਠੀਕ ਆ, ਹੁਣ ਦੇਖੋ ਆਹ ਤਾਂ ਹੋ ਗਿਆ ਕਿ ਮੇਰੇ ਕੋਲ ਇਹ ਸੈੱਟ ਗਿਵਨ ਸੀ, ਮੈਂ ਉਹਦੇ ਸਾਰੇ ਸਬਸੈਟ ਬਣਾ ਲਏ। ਠੀਕ ਆ ਜੀ, ਕੁਆਲਿਟੀਜ਼ ਦੇਖ ਕੇ। ਹੁਣ ਅਗਰ ਮੈਂ ਬੋਲਾਂ ਕਿ ਸੁਪਰ ਸੈੱਟ, ਮਤਲਬ ਇਹ ਸੈੱਟ ਸੇਮ ਆ ਰਿਹਾ ਨਾ ਐਕਸ ਵਾਈ, ਉਹ ਵੀ ਐਕਸ ਵਾਈ ਹੋ ਰਿਹਾ ਆ। ਅਗਰ ਮੈਂ ਬੋਲਾਂ, ਹੁਣ ਦੇਖੋ ਅਗਰ ਮੈਂ ਬੋਲਾਂ ਕਿ ਆਹ ਵਾਲਾ ਸੈੱਟ ਲਾਸਟ ਵਾਲਾ ਪਾਰਟ ਐਕਸ ਵਾਈ ਜਿਹਨੂੰ ਮੈਂ ਸੁਪਰ ਸੈੱਟ ਲਿਖਿਆ ਹੋਇਆ ਆ। ਸੁਪਰ ਸੈੱਟ ਕਿਉਂ ਲਿਖਿਆ? ਕਿਉਂਕਿ ਆਪਣੀ ਸਿਸਟਰ ਦੀ ਬਰਾਬਰੀ ਕਰਦਾ ਪਿਆ ਆ। ਠੀਕ ਹੈ ਜੀ, ਸਿਸਟਰ ਦੀ ਬਰਾਬਰੀ ਕਰਦਾ ਪਿਆ। ਅਗਰ ਮੈਂ ਇੱਥੇ ਇੱਕ ਹੋਰ ਸੈੱਟ ਬਣਾਉਣ ਲਈ ਬੋਲਦਾ ਕਿ ਵੀ ਉਹ ਆਹ ਵਾਲਾ ਸੈੱਟ ਲੈਫਟ ਕਰ ਦਿਓ, ਲੀਵ ਕਰ ਦਿਓ, ਕੋਈ ਸਿਸਟਰ ਦੀ ਬਰਾਬਰੀ ਨਹੀਂ ਕਰਦਾ ਪਿਆ, ਤਾਂ ਮੇਰੇ ਕੋਲ ਕਿਹੜੇ ਆਹੀ ਵਾਲੇ ਆ ਜਾਣਗੇ, ਪ੍ਰੋਪਰ ਸਿਸਟਰ ਦੀ ਬਰਾਬਰੀ ਨਹੀਂ ਕਰਦਾ ਪਿਆ। ਮਤਲਬ ਕੀ ਹੋ ਜਾਊਗਾ ਕਿ ਇੱਕ ਕੁਆਲਿਟੀ ਆ ਨਹੀਂ ਵੀ ਕੁਆਲਿਟੀ ਹੋ ਸਕਦੀ, ਜਾਂ ਫਿਰ ਇੱਕ ਕਰਕੇ ਹੋ ਸਕਦੀ ਆ, ਮਤਲਬ ਪ੍ਰੋਪਰ ਕੁਆਲਿਟੀ ਨਹੀਂ ਹੋ ਸਕਦੀ। ਅਗਰ ਮੈਂ ਆਹ ਵਾਲਾ ਲੈਫਟ ਕਰਦਾ ਤਾਂ ਮੇਰੇ ਕੋਲ ਆਹ ਵਾਲੇ 3 ਬਚੇ। ਠੀਕ ਆ, ਆਹ 3 ਸਬਸੈਟ ਬਚੇ, ਔਰ ਇਹਨਾਂ ਸਬਸੈਟਸ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਆ, ਉਹਨੂੰ ਕੀ ਬੋਲਦੇ ਆ, ਪ੍ਰੋਪਰ ਸਬਸੈਟ। ਠੀਕ ਆ, ਆਹ ਕੀ ਹੋ ਗਿਆ, ਪ੍ਰੋਪਰ ਏ ਹੀ ਹੋ ਗਿਆ, ਮਤਲਬ ਏ = ਐਕਸ ਵਾਈ ਸੀਗਾ, ਔਰ ਇਹ ਵੀ ਸੇਮ ਐਕਸ ਵਾਈ ਆ, ਤਾਂ ਮਤਲਬ ਏ ਹੀ ਹੋ ਗਿਆ ਇਹ ਵੀ। ਠੀਕ ਹੈ ਜੀ, ਔਰ ਅਗਰ ਮੇਰਾ ਕੋਈ ਵੀ ਇੱਦਾਂ ਦਾ ਸਬਸੈਟ ਹੋ ਜਾਵੇ ਜਿਹੜਾ ਏ ਦੇ ਇਕੁਅਲ ਨਾ ਆਵੇ, ਹੁਣ ਆਹ ਏ ਦੇ ਇਕੁਅਲ ਸੀ, ਜਿੱਦਾਂ ਮੈਂ ਲਿਖਤਾ ਕਿ ਏ ਦੇ ਇਕੁਅਲ ਨਾ ਆਵੇ, ਤਾਂ ਮੇਰੇ ਕੋਲ ਆਹੀ 3 ਬਚੇ। ਠੀਕ ਆ, ਹੁਣ ਇਹਨਾਂ ਤਿੰਨਾਂ ਨੂੰ ਕੀ ਨਾਮ ਦਊਂਗੀ? ਅਗਰ ਮੇਰਾ ਏ ਦੇ ਇਕੁਅਲ ਤਾਂ ਮੈਂ ਮੰਨ ਲਿਆ ਕਿ ਆਵੇ ਨਾ, ਤਾਂ ਇਹਨਾਂ ਤਿੰਨਾਂ ਨੂੰ ਵੀ ਤਾਂ ਕੋਈ ਨਾਮ ਦੇਣਾ ਪੈਣਾ ਨਾ। ਉਹਨਾਂ ਤਿੰਨਾਂ ਨੂੰ ਆਪਾਂ ਕਿਹੜਾ ਨਾਮ ਦਿੰਦੇ ਹਾਂ ਫਿਰ? ਪ੍ਰੋਪਰ ਸਬਸੈਟ।
ਉਹ ਕਿਹਦੇ ਅੰਦਰ ਆਉਂਦੇ ਆ, ਪ੍ਰੋਪਰ ਸਬਸੈਟ। ਇਟ ਮੀਨਸ ਕੀ ਹੋ ਗਿਆ ਕਿ ਅਗਰ ਮੈਨੂੰ ਕੋਈ ਪੁੱਛੇ ਕਿ ਵੀ ਪ੍ਰੋਪਰ ਸਬਸੈਟ ਕੀ ਹੁੰਦਾ ਆ, ਤਾਂ ਪ੍ਰੋਪਰ ਸਬਸੈਟ ਉਹ ਹੁੰਦਾ ਹੈ ਕਿ ਜਿਹੜਾ ਏ ਦੇ ਇਕੁਅਲ ਜਾਂ ਏ ਸੈੱਟ ਦੇ ਇਕੁਅਲ ਨਾ ਆਵੇ। ਠੀਕ ਆ, ਹੁਣ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਜਿਹੜੀ ਤੁਹਾਡੇ ਲਈ ਈਜ਼ੀ ਹੋ ਜੂਗੀ। ਹੁਣ ਦੇਖੋ ਉਹਨਾਂ ਨੇ ਮੈਨੂੰ ਇੱਕ ਹੋਰ ਸੈੱਟ ਦਿੱਤਾ ਏ, ਠੀਕ ਹੈ ਜੀ, 1 2 3 ਐਲੀਮੈਂਟਸ ਆ। ਉਹਨਾਂ ਨੇ ਕੀ ਬੋਲਿਆ ਕਿ ਇਹਦੇ ਸਬਸੈਟ ਲਿਖੋ ਔਰ ਸਬਸੈਟ ਲਿਖਣ ਤੋਂ ਬਾਅਦ 'ਚ ਇਹਦਾ ਪ੍ਰੋਪਰ ਸਬਸੈਟ ਚੈੱਕ ਕਰੋ। ਠੀਕ ਆ ਜੀ, ਫਸਟ ਆਫ ਆਲ ਮੈਂ ਸਬਸੈਟ ਲਿਖਦੀ ਹਾਂ। ਸਬਸੈਟ ਕਿੱਦਾਂ ਆ, ਫਸਟ ਆਫ ਆਲ ਐਲੀਮੈਂਟਸ ਕਿੰਨੇ ਆ, 1 2 3। ਅਗੇਨ ਪ੍ਰੋਪਰਟੀਜ਼ ਚੁੱਕ ਲਓ ਕਿ ਅਗਰ ਇਹਦੇ ਵਿੱਚ ਓਕੇ ਸਿਸਟਰ ਦੇ ਅੰਦਰ 1 2 3 3 ਪ੍ਰੋਪਰਟੀਜ਼ ਆ, ਤਾਂ ਬ੍ਰਦਰ ਦੇ ਅੰਦਰ ਹੋ ਸਕਦਾ ਹੈ ਇੱਕ ਪ੍ਰੋਪਰਟੀ ਆ ਜਾਵੇ। ਠੀਕ ਹੈ ਜੀ, ਹੋ ਸਕਦਾ ਹੈ ਸੈਕਿੰਡ ਵਾਲੀ ਪ੍ਰੋਪਰਟੀ ਆ ਜਾਵੇ। ਅਗੇਨ ਹੋ ਸਕਦਾ ਹੈ ਥਰਡ ਵਾਲੀ ਪ੍ਰੋਪਰਟੀ ਆ ਜਾਵੇ ਬ੍ਰਦਰ ਦੇ ਅੰਦਰ। ਦੈਨ ਇੱਕ ਹੋਰ ਕਿਹੜੀ ਪ੍ਰੋਪਰਟੀ ਹੋ ਸਕਦੀ ਹੈ, ਹੋ ਸਕਦਾ ਉਹਦੇ ਵਿੱਚ ਪਹਿਲੀਆਂ 2 ਪ੍ਰੋਪਰਟੀਜ਼ ਆ ਜਾਣ ਸਿਸਟਰ ਵਾਲੀਆਂ, 1 2 ਹੋ ਜਾ। ਹੋ ਸਕਦਾ ਉਹਦੇ ਵਿੱਚ 2 3 ਵਾਲੀਆਂ ਲਾਸਟ 2 ਪ੍ਰੋਪਰਟੀਜ਼ ਆ ਜਾਣ ਬ੍ਰਦਰ ਦੇ ਅੰਦਰ, 2 3। ਹੋ ਸਕਦਾ ਉਹਦੇ ਵਿੱਚ ਪਹਿਲੀ ਔਰ ਤੀਸਰੀ ਪ੍ਰੋਪਰਟੀ ਹੋ ਜਾਵੇ, 1 3। ਠੀਕ ਆ ਜੀ, ਹੋ ਸਕਦਾ ਜਿੰਨੀਆਂ ਸਿਸਟਰ ਦੇ ਅੰਦਰ ਕੁਆਲਿਟੀਜ਼ ਆ ਜਾਂ ਪ੍ਰੋਪਰਟੀਜ਼ ਆ ਉਹੀ ਬ੍ਰਦਰ ਦੇ ਅੰਦਰ ਵੀ ਹੋ ਜਾਣ। ਤਾਂ ਨੈਕਸਟ ਵਾਲਾ ਕਿਹੜਾ ਬਣ ਜਾਊਗਾ ਫਿਰ, 1 2 3। ਬਟ ਮੈਂ ਇਹ ਵੀ ਬੋਲਿਆ ਸੀਗਾ ਕਿ ਇੱਦਾਂ ਦਾ ਵੀ ਹੋ ਸਕਦਾ ਕਿ ਬ੍ਰਦਰ ਨਿਕੰਮਾ ਹੋਵੇ, ਉਹਦੇ ਵਿੱਚ ਸਿਸਟਰ ਵਾਲੀ ਕੋਈ ਵੀ ਪ੍ਰੋਪਰਟੀ ਨਾ ਆਵੇ। ਤਾਂ ਇਹਦਾ ਮਤਲਬ ਕੀ ਹੋ ਗਿਆ, ਖਾਲੀ। ਤਾਂ ਇੱਕ ਮੇਰੇ ਕੋਲ ਕਿਹੜਾ ਸੈੱਟ ਆ ਜਾਊਗਾ, ਐਮਟੀ ਮੀਨਸ 5 ਸੈੱਟ। ਠੀਕ ਹੈ ਜੀ, ਆਹ ਤਾਂ ਮੇਰੇ ਬਣ ਗਏ ਸਾਰੇ ਸਬਸੈਟ। ਠੀਕ ਆ, ਹੁਣ ਉਹਨਾਂ ਨੇ ਕੀ ਕਿਹਾ ਹੈ, ਪ੍ਰੋਪਰ ਸਬਸੈਟ। ਔਰ ਪ੍ਰੋਪਰ ਸਬਸੈਟ ਮੇਰਾ ਕੀ ਬੋਲਦਾ ਸੀਗਾ ਕਿ ਜਿਹੜਾ ਏ ਦੇ ਸੈੱਟ ਦੇ ਇਕੁਅਲ ਨਾ ਆਵੇ। ਏ ਦੇ ਇਕੁਅਲ ਮੇਰਾ ਆਹੀ ਆਉਂਦਾ ਪਿਆ 1 2 3 1 2 3। ਇਹਦਾ ਮਤਲਬ ਮੈਂ ਇਹਨੂੰ ਲੈਫਟ ਕਰ ਦੂੰਗੀ, ਮੈਂ ਬਾਕੀ ਦੇਖ ਲੂੰਗੀ। ਬਾਕੀ ਮੇਰੇ ਕੋਲ ਕਿਹੜਾ ਬਚਿਆ, 5 1 2 3 1 2 2 3 1 3। ਆਹ ਵਾਲੇ ਸਾਰੇ ਸੈੱਟਸ ਨੂੰ ਮੈਂ ਕਿਹਦਾ ਨਾਮ ਦੇਣਾ, ਪ੍ਰੋਪਰ ਸਬਸੈਟ ਦਾ। ਔਰ ਪ੍ਰੋਪਰ ਸਬਸੈਟ ਦੇ ਵਿੱਚ ਸਿਰਫ ਇੱਕ ਚੀਜ਼ ਨਹੀਂ ਆਉਂਦੀ ਹੁੰਦੀ, ਜੋ ਸੈੱਟ ਗਿਵਨ ਹੁੰਦਾ ਅਗਰ ਉਹਦੇ ਨਾਲ ਦਾ ਸਬਸੈਟ ਬਣਦਾ ਹੋਵੇ ਸਿਰਫ ਉਹਨੂੰ ਨਹੀਂ ਆਪਾਂ ਲਿਖੀਦਾ। ਠੀਕ ਹੈ ਜੀ, ਬਾਕੀ ਸਾਰੇ ਜਿੰਨੇ ਵੀ ਬਚੇ ਹੁੰਦੇ ਆ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਪ੍ਰੋਪਰ ਸਬਸੈਟ। ਠੀਕ ਆ, ਜਿਨ੍ਹਾਂ ਦੇ ਅੰਦਰ ਮੈਂ ਪੈਨਸਿਲ ਨਾਲ ਅੰਡਰਲਾਈਨ ਕੀਤੇ ਹੋਏ ਉਹ ਸਾਰੇ ਕਿਹੜੇ ਹੋ ਜਾਣਗੇ, ਪ੍ਰੋਪਰ ਸਬਸੈਟ, ਇਹਨੂੰ ਛੱਡ ਕੇ। ਠੀਕ ਹੈ ਜੀ, ਬਿਕੋਜ਼ ਇਹ ਤਾਂ ਸਿਸਟਰ ਦੀ ਬਰਾਬਰੀ ਹੀ ਕਰਦਾ ਹੈ। ਸੁਪਰ ਸੈੱਟ ਨੂੰ ਆਪਾਂ ਛੱਡ ਦੇਣਾ ਜਿਹੜਾ ਬਰਾਬਰੀ ਕਰਦਾ ਹੋਵੇ। ਠੀਕ ਹੈ ਜੀ, ਉਹਨੂੰ ਛੱਡ ਕੇ ਜੋ ਬਾਕੀ ਬੱਚੇ ਉਹਨਾਂ ਨੂੰ ਕੀ ਬੋਲਦੇ ਆ, ਪ੍ਰੋਪਰ ਸਬਸੈਟ। ਪ੍ਰੋਪਰ ਸਬਸੈਟ ਦੀ ਡੈਫੀਨੇਸ਼ਨ ਚੈੱਕ ਕਰੋ, ਉਹ ਵੀ ਇਹੀ ਬੋਲਦਾ, ਅ ਨਾਨ ਐਮਪਟੀ ਸੈਟ A is a set to be a proper subset of B if A subset of B and A not is equal to B। ਇਟ ਮੀਨਸ ਕਹਿਣਾ ਕੀ ਗਿਆ, ਸੇਮ ਐਗਜ਼ਾਮਪਲ। ਠੀਕ ਹੈ ਜੀ, A not is ਮਤਲਬ ਕੀ ਬੋਲਿਆ ਕਿ ਮੇਰੇ ਕੋਲ ਕੋਈ ਵੀ ਸੈੱਟ ਗਿਵਨ ਆ ਉਹਦੇ ਮੈਂ ਸਬਸੈਟ ਤੋਂ ਕੱਢ ਲਿਆ, ਟਰੂ। ਦੈਨ ਉਹਨੇ ਕੀ ਲਿਖਿਆ, A not is equal to B। ਇਟ ਮੀਨਸ ਕੀ ਹੋ ਗਿਆ ਕਿ ਜੋ ਮੇਰੇ ਤੋਂ ਆਹ ਚੀਜ਼ ਗਿਵਨ ਆ ਨਾ, ਸੇਮ ਉਹਦੇ ਵਾਲਾ ਸੈੱਟ ਆਪਸ ਦੇ ਵਿੱਚ ਇਕੁਅਲ ਨਾ ਆਉਣ। ਠੀਕ ਹੈ ਜੀ, ਮਤਲਬ ਉਹ ਨੋਟ ਇਕੁਅਲ ਬਿਕੋਜ਼ ਆਪਾਂ ਇਹਨੂੰ ਲੀਵ ਕਰਤਾ ਤਾਂ ਮੇਰੇ ਕੋਲ ਸਾਰੇ ਆਹੀ ਬਚੇ। ਹਾਂ, ਤਾਂ ਇੱਥੇ ਲਿਆ ਹੀ ਨਹੀਂ ਫਿਰ, ਤਾਂ ਉਹਨੂੰ ਕੀ ਬੋਲਦੇ ਆ, ਪ੍ਰੋਪਰ ਸਬਸੈਟ। ਨੈਕਸਟ ਦੇਖੋ, ਟੋਟਲ ਨੰਬਰ ਆਫ ਸਬਸੈਟ ਚੈੱਕ ਕਿਵੇਂ ਕੀਤੇ ਜਾਂਦੇ ਆ। ਠੀਕ ਹੈ ਜੀ, ਅਗਰ ਮੈਨੂੰ ਕੋਈ ਵੀ ਸੈੱਟ ਗਿਵਨ ਦੇ ਦੇਵੇ ਦੈਨ ਉਹ ਬੋਲੇ ਕਿ ਇਹਦੇ ਟੋਟਲ ਨੰਬਰ ਆਫ ਸੈੱਟ ਫਾਈਂਡ ਕਰਕੇ ਦੱਸੋ। ਔਰ ਈਜ਼ੀ ਤਰੀਕਾ ਕੀ ਹੈ, ਜਿਹੜਾ ਫਾਰਮੂਲਾ ਜਿਹੜਾ ਤੁਸੀਂ ਲਰਨ ਕਰਨਾ ਹੈ, ਯਾਦ ਰੱਖਣਾ ਹੈ, ਕੀ ਹੁੰਦਾ ਹੈ, 2 ਦੀ ਪਾਵਰ n। 2 ਦੀ ਪਾਵਰ n ਇਟ ਮੀਨਸ ਕੀ ਹੋ ਗਿਆ, ਟੋਟਲ ਨੰਬਰ ਆਫ ਸਬਸੈਟ ਜਿੰਨੇ ਵੀ ਐਲੀਮੈਂਟ 2 ਦੀ ਪਾਵਰ n ਲਿਖਿਆ ਨਾ, n ਕੀ ਹੋ ਜਾਊਗਾ ਤੁਹਾਡੇ ਕੋਲ, ਐਲੀਮੈਂਟਸ। ਜਿੰਨੇ ਵੀ ਐਲੀਮੈਂਟਸ ਗਿਵਨ ਹੋ ਜਾਣਗੇ ਉਹਨੂੰ ਇੱਥੇ ਲਿਖ ਦਿਓ ਪਾਰ ਬਣਾ ਕੇ, ਉਹਨੂੰ ਓਪਨ ਕਰਿਓ ਔਰ ਜਿੰਨਾ ਵੀ ਆਨਸਰ ਆਊਗਾ ਇਹਦਾ ਮਤਲਬ ਕੀ ਹੈ ਕਿ ਸਬਸੈਟ ਬਣਨਗੇ। ਦੇਖੋ ਜਿਵੇਂ ਮੈਂ ਐਗਜ਼ਾਮਪਲ ਲਈ ਸੀਗੀ, ਸੈੱਟ A ਸੀਗਾ XY। ਠੀਕ ਹੈ ਜੀ, ਕਿੰਨੇ ਐਲੀਮੈਂਟਸ ਉਹਦੇ ਵਿੱਚ, 2 ਐਲੀਮੈਂਟਸ ਆ। ਹੁਣ ਮੈਂ ਅਗਰ ਸਿਰਫ ਇੰਸਟੈਂਟ ਮੈਂ ਇਹਨਾਂ ਨੂੰ ਓਪਨ ਕਰਨ ਤੋਂ ਪਹਿਲਾਂ ਜਸਟ ਇਹਨੂੰ ਦੇਖਣਾ ਕਿ ਇਹਦੇ ਟੋਟਲ ਨੰਬਰ ਆਫ ਸਬਸੈਟ ਕਿਵੇਂ ਬਣਨਗੇ। ਤਾਂ ਮੈਂ ਕੀ ਲਿਖਿਆ, 2। ਠੀਕ ਹੈ ਜੀ, ਔਰ ਐਲੀਮੈਂਟਸ ਕਿੰਨੇ ਆ ਇਹਦੇ, ਨੰਬਰ ਆਫ ਐਲੀਮੈਂਟਸ ਕਿੰਨੇ ਆ, 1 2। ਇੱਥੇ ਮੈਂ ਕਿੰਨਾ ਲਿਖਤਾ, 2। 2 ਦੀ ਪਾਵਰ 2 ਮਤਲਬ 2 × 2 ਕਿੰਨਾ ਹੋ ਗਿਆ, ਫਿਰ ਆਨਸਰ ਇਜ਼ 4। ਇਟ ਮੀਨਸ ਕੀ ਹੋ ਗਿਆ ਕਿ ਮੇਰੇ ਕੋਲ ਇਹਦੇ 4 ਸਬਸੈਟ ਬਣਨਗੇ। ਹੁਣ ਚੈੱਕ ਕਰਕੇ ਦੇਖੋ ਸਹੀ ਆ। ਫਸਟ ਆਫ ਆਲ ਇਹੀ ਆ ਕਿ X ਕੁਆਲਿਟੀ ਆ ਜੂਗੀ, Y ਕੁਆਲਿਟੀ ਆ ਜੂਗੀ, ਦੋਨੋਂ ਕੁਆਲਿਟੀਜ਼ ਆ ਸਕਦੀਆਂ ਜਾਂ ਫਿਰ ਕੋਈ ਕੁਆਲਿਟੀਜ਼ ਨਹੀਂ ਆ ਜੂਗੀ। ਠੀਕ ਹੈ ਜੀ, ਤਾਂ ਕਿੰਨੇ ਬਣ ਗਏ, 4 ਸਬਸੈਟ ਬਣੇ, 1 2 3 4। ਔਰ ਆਨਸਰ ਵੀ ਕਿੰਨਾ ਆਇਆ ਸੀ, 2 ਦੀ ਪਾਵਰ 2 = 4। ਇਹ ਆ ਫਾਰਮੂਲਾ ਜਿਹੜਾ ਤੁਸੀਂ ਲਰਨ ਕਰਨਾ ਆ ਔਰ ਯਾਦ ਰੱਖਣਾ ਆ ਕਿ ਟੋਟਲ ਨੰਬਰ ਆਫ ਸਬਸੈਟ ਕਿੱਦਾਂ ਫਾਈਂਡ ਹੁੰਦੇ ਆ ਇੰਸਟੈਂਟ ਵਾਲੇ। ਠੀਕ ਹੈ ਜੀ, ਹੁਣ ਸੇਮ ਦੇਖੋ, ਅਗਰ ਉਹ ਪੁੱਛ ਲਵੇ ਕਿ ਟੋਟਲ ਨੰਬਰ ਆਫ ਪ੍ਰੋਪਰ ਸਬਸੈਟ, ਉਹਦਾ ਫਾਰਮੂਲਾ ਕੀ ਹੁੰਦਾ ਹੈ, 2 ਦੀ ਪਾਵਰ n - 1। ਉਹਦਾ ਫਾਰਮੂਲਾ ਕੀ ਹੁੰਦਾ, 2 ਦੀ ਪਾਵਰ n - 1। ਇਟ ਮੀਨਸ ਕੀ ਹੋ ਗਿਆ, 2 ਦੀ ਪਾਵਰ n ਮਤਲਬ 2 ਐਲੀਮੈਂਟਸ ਸੀ, ਆਹੀ ਐਗਜ਼ਾਮਪਲ ਚੁੱਕ ਲਓ, -1। तो कितना आ गया, 4 - 1 = 3। मतलब ये प्रॉपर सबसैट, इस कंडीशन के प्रॉपर सबसैट कितने बनने चाहिए, 3। हम देख लो कि बनने वही 5XY। ठीक है,
और आ क्यों नहीं आऊगा, क्योंकि ये तो सिस्टर की प्रॉपरली बराबरी करता पिया, तो सुपर सैट। और आप बोलिया सीगा अगर सुपर सैट ए सैट ਦੇ ਇਕੁਅਲ ਨਾ ਆਵੇ ਤਾਂ ਉਹਨੂੰ ਕੀ ਬੋਲਦੇ ਆ, ਪ੍ਰੋਪਰ ਸਬਸੈਟ। ਜਿਹੜੇ ਆ ਬਚੇ ਹੁੰਦੇ ਆ 3 ਆਹੀ ਆਣ ਤਾਂ ਉਹ ਕੀ ਹੁੰਦਾ ਆ, ਪ੍ਰੋਪਰ ਸਬਸੈਟ। ਔਰ ਇਹ ਕਿੰਨੇ ਆ ਰਹੇ ਮੇਰੇ ਕੋਲ 3, ਠੀਕ ਆ। ਹੁਣ ਨੈਕਸਟ ਦੇਖੋ ਮੇਰੇ ਕੋਲ ਨੈਕਸਟ ਕਿਹੜਾ ਟੌਪਿਕ ਆ ਰਿਹਾ, ਇਕੁਐਲਿਟੀ ਆਫ ਸੈਟਸ। ਕੀ ਬੋਲਦਾ ਆ, ਟੂ ਸੈਟਸ A ਐਂਡ B ਆਰ ਸੈਟ ਟੂ ਬੀ ਇਕੁਅਲ ਇਫ ਬੋਥ ਹੈਵ ਦ ਸੇਮ ਐਲੀਮੈਂਟਸ। ਪਿੱਛੇ ਪੜ੍ਹ ਚੁੱਕੇ ਸੀ ਨਾ ਆਪਾਂ, ਅਗਰ ਦੋਨਾਂ ਦੇ ਵਿੱਚ ਸੇਮ ਐਲੀਮੈਂਟਸ ਹੋਣ ਉਹਨਾਂ ਨੂੰ ਕੀ ਬੋਲਦੇ ਆ, ਇਕੁਐਲਿਟੀ ਆਫ ਸੈਟਸ ਜਾਂ ਫਿਰ ਇਕੁਅਲ ਸੈਟਸ, ਠੀਕ ਆ ਜੀ। ਹੁਣ ਇਹ ਸਬਸੈਟ ਦੇ ਵਿੱਚ ਟੌਪਿਕ ਚੱਲ ਰਿਹਾ ਸਾਰਾ, ਤਾਂ ਸਬਸੈਟ ਦੇ ਵਿੱਚ ਉਹ ਇਕੁਅਲ ਕਿੱਦਾਂ ਹੋਣਗੇ ਦੇਖਦੇ ਹਾਂ। ਫੋਰ ਐਗਜ਼ਾਮਪਲ ਹੁਣ ਦੇਖੋ ਮੇਰੇ ਕੋਲ A ਸੈਟ ਗਿਵਨ, ਉਹਦੇ ਵਿੱਚ ਕਿੰਨੇ ਐਲੀਮੈਂਟਸ ਆ, 1 2 3। ਔਰ B ਐਲੀਮੈਂਟਸ ਵੀ ਕਿੰਨੇ ਐਲੀਮੈਂਟਸ ਆ, 1 2 3, ਮਤਲਬ ਸੇਮ ਆ ਨਾ, 1 2 3 1 2 3, ਦੋਨਾਂ ਦੇ ਅੰਦਰ ਸੇਮ ਐਲੀਮੈਂਟਸ ਆ, ਠੀਕ ਆ ਜੀ। ਇਟ ਮੀਨਸ ਕੀ ਹੋ ਗਿਆ ਕਿ A ਸਬਸੈਟ ਹੋ ਗਿਆ B ਦਾ, ਬਿਕੋਜ਼ ਆਪਣਾ ਸਬਸੈਟ ਦੀ ਡੈਫੀਨੇਸ਼ਨ ਨੇ ਕੀ ਬੋਲਿਆ ਸੀਗਾ ਕਿ ਜਿੰਨੇ ਵੀ ਐਲੀਮੈਂਟਸ A ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਉਹ ਸਾਰੇ ਦੇ ਸਾਰੇ B ਦੇ ਵਿੱਚ ਹੋਣੇ ਚਾਹੀਦੇ ਆ। ਹੁਣ ਦੇਖੋ 1 2 3 B ਦੇ ਵਿੱਚ ਹੈਗੇ ਆ, ਯੈਸ ਹੈਗੇ ਆ, ਤਾਂ ਕੀ ਹੋ ਗਿਆ, A ਇਜ਼ ਅ ਸਬਸੈਟ ਆਫ B, ਟਰੂ। ਹੁਣ ਆ ਜਾਓ ਅਗੇਨ ਦੇਖਦੇ ਹਾਂ, B ਦੇ ਵਿੱਚ ਕਿਹੜੇ ਐਲੀਮੈਂਟਸ ਆ, 1 2 3, A ਦੇ ਵਿੱਚ ਕਿਹੜੇ ਆ, 1 2 3। ਇਹਦਾ ਮਤਲਬ ਕੀ ਹੋ ਗਿਆ ਕਿ ਜਿੰਨੇ B ਦੇ ਵਿੱਚ ਪ੍ਰੈਜ਼ੈਂਟ ਆ ਉਹੀ ਸੇਮ A ਦੇ ਵਿੱਚ ਵੀ ਪ੍ਰੈਜ਼ੈਂਟ ਆ। ਇਟ ਮੀਨਸ ਕੀ ਹੋ ਗਿਆ, B ਇਜ਼ ਆਲਸੋ ਅ ਸਬਸੈਟ ਆਫ A। ਦੋ ਕੰਡੀਸ਼ਨ ਬਣ ਗਈਆਂ, A ਸਬਸੈਟ ਆ B ਦਾ ਔਰ B ਇਜ਼ ਆਲਸੋ ਅ ਸਬਸੈਟ ਆਫ A। ਇਟ ਮੀਨਸ ਕੀ ਹੋ ਗਿਆ, ਦੋਨੋਂ ਇਕੁਅਲ ਹੋ ਗਏ। ਜਦੋਂ ਆਹ ਵਾਲੀ ਕੰਡੀਸ਼ਨ ਆ ਜਾਵੇ A ਸਬਸੈਟ B ਦਾ, B ਸਬਸੈਟ A ਦਾ, ਇਟ ਮੀਨਸ ਇਕੁਐਲਿਟੀ। ਤਾਂ ਇਹਦਾ ਆਨਸਰ ਕਿੰਨਾ ਲਿਖਣਾ, A ਇਜ਼ ਇਕੁਅਲ ਟੂ B, ਠੀਕ ਹੈ ਜੀ। A ਸਬਸੈਟ B ਦਾ ਐਂਡ B ਸਬਸੈਟ A ਦਾ, ਦੈਨ ਕੀ ਹੋ ਜਾਊਗਾ, A ਇਜ਼ ਇਕੁਅਲ ਟੂ B। ਤਾਂ ਉਹਨੂੰ ਕੀ ਬੋਲਦੇ ਆ, ਇਕੁਐਲਿਟੀ ਆਫ ਸੈਟਸ ਜਾਂ ਫਿਰ ਇਕੁਅਲ ਸੈਟਸ, ਠੀਕ ਆ। ਨੈਕਸਟ ਟੌਪਿਕ ਆਉਂਦਾ ਆਪਣਾ ਪਾਵਰ ਸੈਟ। ਪਾਵਰ ਸੈਟ ਕੀ ਬੋਲਦਾ, ਇਟ ਇਜ਼ ਅ ਸੈਟ ਵਿਚ ਕੰਟੇਨਸ ਆਲ ਦ ਸਬਸੈਟ ਆਫ ਸੈਟ A ਡਿਨੋਟਡ ਬਾਈ PA, ਠੀਕ ਹੈ। ਕੀ ਬੋਲਿਆ ਕਿ ਪਾਵਰ ਸੈਟ ਇੱਕ ਇੱਦਾਂ ਦਾ ਸੈੱਟ ਹੁੰਦਾ ਆ ਜਿਹਦੇ ਵਿੱਚ A ਦੇ ਸਾਰੇ ਸਬਸੈਟ ਆ ਜਾਂਦੇ ਆ ਔਰ ਉਹਨੂੰ ਕਿਹਦੇ ਨਾਲ ਡਿਨੋਟ ਕੀਤਾ ਜਾਂਦਾ ਆ, PA ਦੇ ਨਾਲ। ਧਿਆਨ ਨਾਲ ਸੁਣੋ, ਉਹਨੇ ਕੀ ਬੋਲਿਆ ਕਿ ਪਾਵਰ ਸੈਟ ਇੱਕ ਇੱਦਾਂ ਦਾ ਸੈੱਟ ਹੁੰਦਾ ਆ ਜਿਹਦੇ ਵਿੱਚ A ਦੇ ਸਾਰੇ ਸਬਸੈਟ ਆ ਜਾਂਦੇ ਆ। ਆਪਣੇ ਕੋਲ ਕੋਈ ਵੀ A ਸੈੱਟ ਹੁੰਦਾ ਨਾ, ਉਹਦੇ ਸਾਰੇ ਸਬਸੈਟ ਆ ਜਾਂਦੇ ਆ ਔਰ ਉਹਨੂੰ ਕੀ ਬੋਲਦੇ ਆ, PA, ਠੀਕ ਹੈ ਜੀ। ਐਗਜ਼ਾਮਪਲ ਦੇਖੋ ਇਹਦੀ, ਹੁਣ ਦੇਖੋ ਕੋਈ ਵੀ ਸੈੱਟ A ਗਿਵਨ ਆ, ਠੀਕ ਹੈ ਜੀ। ਪਹਿਲਾਂ ਤਾਂ ਮੈਂ ਇਹਦਾ ਸਬਸੈਟ ਬਣਾਉਂਗੀ, ਕਿਉਂਕਿ ਡੈਫੀਨੇਸ਼ਨ 'ਚ ਉਹਨੇ ਕੀ ਬੋਲਿਆ ਹੈ ਕਿ it is a set which contains all the subset of set A, all the subset of set A। ਇਹ ਸੈੱਟ ਆ ਜੀ, ਫਸਟ ਆਫ ਆਲ ਇਹਦੇ ਸਬਸੈਟ ਬਣਾਓ, ਕੀ ਹੋ ਜਾਣਗੇ। ਪਹਿਲਾਂ ਤੋਂ ਕਿਹੜਾ ਇਹਦਾ ਸਬਸੈਟ ਹੋਊਗਾ, 5, ਮਤਲਬ ਕੋਈ ਕੁਆਲਿਟੀ ਨਹੀਂ, ਖਾਲੀ ਆ, ਠੀਕ ਆ ਜੀ। ਨੈਕਸਟ ਕਿਹੜਾ ਆ ਜਾਊਗਾ, ਉਹਦੇ ਵਿੱਚ ਇੱਕ ਕੁਆਲਿਟੀ ਆ 1, ਨੈਕਸਟ ਉਹਦੇ ਵਿੱਚ ਸੈਕਿੰਡ ਕੁਆਲਿਟੀ ਆ 2, ਨੈਕਸਟ ਉਹਦੇ ਵਿੱਚ ਦੋਨੋਂ ਕੁਆਲਿਟੀਜ਼ ਆ ਗਈਆਂ 1 ਔਰ 2 ਦੀਆਂ, ਬਣ ਗਿਆ ਆਪਣੇ ਕੋਲ ਸਬਸੈਟ, ਠੀਕ ਆ। ਹੁਣ ਦੇਖੋ ਸਬਸੈਟ ਤਾਂ ਮੈਂ ਬਣਾ ਲਿਆ, ਠੀਕ ਆ। ਹੁਣ ਸਪੋਜ਼ ਕਰੋ ਕਿ ਕਿਹਦੇ ਸਬਸੈਟ ਆਏ, ਸਾਰੇ A ਦੇ ਸਬਸੈਟ ਆਏ। ਹੁਣ ਮੰਨ ਕੇ ਚਲੋ ਕਿ ਵੀ A ਦੀ ਡੈਥ ਹੋ ਗਈ। ਅਗਰ ਜਿਹੜਾ ਸੈੱਟ ਮੇਰੇ ਕੋਲ ਮੇਨ ਪਾਰਟ ਸੀਗਾ, ਮੇਨ ਸੈੱਟ ਸੀਗਾ ਨਾ A, ਉਹਦੀ ਡੈਥ ਹੋ ਗਈ, ਵਿਚਾਰੇ ਜਿਹੜੇ ਫਿਰ ਉਹਦੇ ਸਬਸੈਟ ਆ ਉਹ ਤਾਂ ਅਨਾਥ ਹੋ ਗਏ, ਠੀਕ ਆ ਜੀ। ਹੁਣ ਉਹਨਾਂ ਨੂੰ ਸਹਾਰਾ ਦੇਣ ਲਈ ਨਾ ਇੱਕ ਨਵਾਂ ਸੈੱਟ ਆਉਂਦਾ ਆ, ਠੀਕ ਆ ਜੀ। ਫਿਰ ਆਹ ਸਾਰੇ ਸੈੱਟ ਆ, A ਦੀ ਡੈਥ ਹੋ ਗਈ, ਠੀਕ ਆ, ਸੈੱਟ A ਦੀ ਡੈਥ ਹੋ ਗਈ, ਇਹਦੇ ਅੰਦਰਲੇ ਜਿੰਨੇ ਵੀ ਵਿਚਾਰੇ ਸਬਸੈਟ ਸੀ ਉਹ ਅਨਾਥ ਹੋ ਗਏ ਔਰ ਉਹਨਾਂ ਨੂੰ ਇੱਕ ਸਹਾਰਾ ਦੇਣ ਲਈ ਇੱਕ ਹੋਰ ਸੈੱਟ ਆਉਂਦਾ ਆ, ਠੀਕ ਆ ਜੀ। ਇਹਦਾ ਮਤਲਬ ਕੀ ਹੋ ਗਿਆ ਕਿ ਆਪਾਂ ਸੈੱਟ ਨੂੰ ਕਿਹਦੇ ਵਿੱਚ ਲਿਖਦੇ ਸੀ, ਕਰਲੀ ਬ੍ਰੇਸਸ ਦੇ ਅੰਦਰ ਲਿਖਦੇ ਹੁੰਦੇ ਆ, ਠੀਕ ਆ ਜੀ। ਇਟ ਮੀਨਸ ਕੀ ਹੋ ਗਿਆ ਕਿ ਜਿੰਨੇ ਵੀ ਮੇਰੇ ਸਬਸੈਟ ਆ ਇਹ ਕਰਲੀ ਬ੍ਰੇਸਸ ਦੇ ਅੰਦਰ ਆਏ, ਮਤਲਬ ਕਿਸੇ ਹੋਰ ਸੈੱਟ ਦੇ ਅੰਦਰ ਆਏ, ਔਰ ਜਿਸ ਸੈੱਟ ਦੇ ਅੰਦਰ ਆਏ ਉਹਨੂੰ ਕੀ ਬੋਲਦੇ ਆ, ਪਾਵਰ ਸੈੱਟ। ਲੱਗੀ ਸਮਝ, ਮੇਰੇ ਕੋਲ A ਸੈੱਟ ਗਿਵਨ ਸੀ, ਠੀਕ ਹੈ ਜੀ, ਔਰ ਉਹਦੇ ਮੈਂ 4 ਸਬਸੈਟ ਬਣਾ ਲਏ, ਠੀਕ ਹੈ ਜੀ। ਸਬਸੈਟ ਲਿਖੇ ਸੀ, ਠੀਕ ਆ। ਦੈਨ A ਦੀ ਹੋ ਗਈ ਡੈਥ, ਅਗਰ A ਸੈੱਟ ਦੀ ਹੋ ਗਈ ਡੈਥ, ਦੈਨ ਜਿਹੜੇ ਵੀ ਉਹਦੇ ਸਬਸੈਟ ਬਣੇ ਸੀ ਉਹ ਅਨਾਥ ਹੋ ਗਏ, ਠੀਕ ਆ ਜੀ। ਉਹਨਾਂ ਅਨਾਥ ਸਬਸੈਟ ਨੂੰ ਇੱਕ ਸਹਾਰਾ ਦੇਣ ਲਈ ਇੱਕ ਹੋਰ ਸੈੱਟ ਆਇਆ, ਔਰ ਸੈੱਟ ਨੂੰ ਆਪਾਂ ਕਿੱਦਾਂ ਲਿਖੀਦਾ ਸੀ, ਕਰਲੀ ਬ੍ਰੇਸਸ ਦੇ। ਮਤਲਬ ਹੁਣ ਮੈਂ ਜਿੰਨੇ ਵੀ ਮੇਰੇ ਸਬਸੈਟ ਸੀ ਇਹਨਾਂ ਸਾਰਿਆਂ ਨੂੰ ਮੈਂ ਕਿਹਦੇ ਅੰਦਰ ਰੱਖਤਾ, ਕਰਲੀ ਬ੍ਰੇਸਸ ਦੇ। ਇਟ ਮੀਨਸ ਇਹਨੂੰ ਕਿਸੇ ਹੋਰ ਸੈੱਟ ਦੇ ਅੰਦਰ ਰੱਖਤਾ, ਠੀਕ ਆ। ਔਰ ਜਿਸ ਸੈੱਟ ਦੇ ਅੰਦਰ ਰੱਖਿਆ ਉਹਨੂੰ ਕੀ ਬੋਲਦੇ ਆ, ਪਾਵਰ ਸੈੱਟ। ਔਰ ਪਾਵਰ ਸੈੱਟ ਉਹਨਾਂ ਨੇ ਕੀ ਬੋਲਿਆ ਸੀ ਕਿ ਡਿਨੋਟ ਕਿੱਦਾਂ ਹੁੰਦਾ ਆ, PA ਨਾਲ, ਠੀਕ ਹੈ ਜੀ।
ਆਪਾਂ ਨੂੰ ਉਹਨਾਂ ਨੇ ਦੱਸਿਆ ਸੀ ਨਾ ਪਾਵਰ ਸੈਟ ਕਿਹਦੇ ਨਾਲ ਡਿਨੋਟ ਹੁੰਦਾ ਹੈ, ਪੀ ਏ ਦੇ ਨਾਲ। ਮਤਲਬ ਕਿ ਸੀ ਏ ਸੈਟ ਗਿਵਨ ਸੀ, ਉਹਦੇ ਮੈਂ ਸਾਰੇ ਇਕੱਲੇ ਇਕੱਲੇ ਕਰਕੇ ਸਬਸੈਟ ਲਿਖੇ। ਏ ਦੀ ਡੈਥ ਹੋ ਗਈ, ਸਬਸੈਟ ਸਾਰੇ ਅਨਾਥ ਹੋ ਗਏ, ਉਹਨਾਂ ਸਬਸੈਟ ਨੂੰ ਇੱਕ ਹੋਰ ਸੈੱਟ ਦੇ ਅੰਦਰ ਰੱਖਿਆ, ਮਤਲਬ ਕਰਲੀ ਬ੍ਰੇਸਿਸ ਦੇ ਅੰਦਰ ਇੱਕ ਹੋਰ ਕਰਲੀ ਬ੍ਰੇਸਿਸ ਦੇ ਅੰਦਰ ਰੱਖਿਆ। ਠੀਕ ਆ ਜੀ। ਔਰ ਇੱਕ ਜਿਸ ਬ੍ਰੈਕਟ ਦੇ ਅੰਦਰ ਜਾਂ ਫਿਰ ਜਿਸ ਕਰਲੀ ਬ੍ਰੈਕਟ ਜਾਂ ਫਿਰ ਜਿਸ ਸੈੱਟ ਦੇ ਅੰਦਰ ਰੱਖਿਆ ਉਹਨੂੰ ਕੀ ਬੋਲਦੇ ਆ, ਪਾਵਰ ਸੈੱਟ। ਔਰ ਪਾਵਰ ਸੈੱਟ ਨੂੰ ਲਿਖਦੇ ਕਿੱਦਾਂ ਆ, ਪੀ ਏ। ਠੀਕ ਹੈ ਜੀ। ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ। ਮੇਰੇ ਕੋਲ ਬੀ ਸੈੱਟ ਪਿਆ ਆ, ਉਹਦੇ ਵਿੱਚ ਕਿੰਨਾ ਐਲੀਮੈਂਟ ਆ, 1। ਔਰ ਕਿਹੜਾ ਐਲੀਮੈਂਟ ਆ, 3। ਹੁਣ ਫਸਟ ਆਫ ਆਲ ਕੀ ਆ ਕਿ ਜਦੋਂ ਮੈਂ ਪਾਵਰ ਸੈੱਟ ਬਣਾਉਣਾ, ਫਸਟ ਆਫ ਆਲ ਮੈਨੂੰ ਇਹਦੇ ਸਬਸੈੱਟ ਬਣਾਉਣੇ ਪੈਣਗੇ। ਠੀਕ ਹੈ ਜੀ। ਅਤੇ ਇਹਦੇ ਸਬਸੈੱਟ ਕੀ ਹੋ ਜਾਣਗੇ, ਬੀ ਦੇ। ਪਹਿਲਾ ਸਬਸੈੱਟ ਕਿ ਉਹਦੇ ਵਿੱਚ ਕੋਈ ਕੁਆਲਿਟੀ ਨਹੀਂ ਆਊਗੀ। ਦੂਸਰਾ ਸਬਸੈੱਟ ਕਿ ਉਹਦੇ ਵਿੱਚ ਜਿਹੜੀ ਕੁਆਲਿਟੀ ਹੈਗੀ ਆ ਇੱਕ, ਉਹ ਪ੍ਰੋਪਰਲੀ ਕੁਆਲਿਟੀ ਆ ਸਕਦੀ ਆ। ਠੀਕ ਹੈ ਜੀ। ਬੀ ਦੀ ਡੈਥ ਹੋ ਗਈ ਸੈੱਟ ਦੀ, ਉਹਦੇ ਸਬਸੈੱਟ ਹੋ ਗਏ ਅਨਾਥ। ਹੁਣ ਉਹਨਾਂ ਸਬਸੈੱਟ ਨੂੰ ਇੱਕ ਸਹਾਰਾ ਦੇਣ ਲਈ ਇੱਕ ਹੋਰ ਸੈੱਟ ਆ ਗਿਆ। ਔਰ ਉਸ ਸੈੱਟ ਨੂੰ ਕੀ ਬੋਲਦੇ ਆ, ਪਾਵਰ ਸੈੱਟ। ਪਾਵਰ ਸੈੱਟ ਕਿੱਦਾਂ ਲਿਖਿਆ ਜਾਂਦਾ, ਹੁਣ ਇਹ ਬੀ ਸੀਗਾ ਤਾਂ ਪਾਵਰ ਆਫ ਬੀ, ਮਤਲਬ ਪੀ ਵੀ ਹੋ ਜਾਊਗਾ। ਇਹ ਏ ਸੈੱਟ ਸੀਗਾ ਤਾਂ ਇਹਨੇ ਕਿਹਨੂੰ ਸਹਾਰਾ ਦਿੱਤਾ ਸੀ, ਏ ਨੂੰ, ਤਾਂ ਕੀ ਹੋ ਗਿਆ ਸੀਗਾ, ਪਾਵਰ ਆਫ ਏ। ਹੁਣ ਬੀ ਸੈੱਟ ਸੀ, ਬੀ ਦੀ ਡੈਥ ਹੋ ਗਈ ਆ ਤਾਂ ਉਹਨੇ ਕਿਹਨੂੰ ਸਹਾਰਾ ਦਿੱਤਾ, ਬੀ ਨੂੰ, ਬੀ ਦੇ ਸਬਸੈੱਟ ਨੂੰ, ਤਾਂ ਕੀ ਹੋ ਗਿਆ, ਪੀ ਆਫ ਬੀ। ਲੱਗੀ ਸਮਝ। ਇਨ ਸ਼ਾਰਟ ਉਹਨੇ ਪਾਵਰ ਸੈੱਟ 'ਚ ਕਹਿਣਾ ਕੀ ਚਾਹਿਆ ਕਿ ਜਿੰਨੇ ਏ ਦੇ ਸਬਸੈੱਟ ਹੋਣਗੇ ਉਨੇ ਹੀ ਐਲੀਮੈਂਟ ਪੀ ਏ ਦੇ ਅੰਦਰ ਹੋਣਗੇ। ਠੀਕ ਆ। ਮਤਲਬ ਉਹਨੇ ਕਹਿਣਾ ਕੀ ਚਾਹਿਆ ਕਿ ਜਿੰਨੇ ਏ ਦੇ ਸਬਸੈੱਟ ਹੋਣਗੇ ਨਾ, ਉਨੇ ਹੀ ਪੀ ਏ ਦੇ ਐਲੀਮੈਂਟ ਹੋਣਗੇ। ਆ ਦੇਖੋ, ਆਪਾਂ ਇੱਥੇ ਐਗਜ਼ਾਮਪਲ 'ਚ ਦੇਖ ਕੇ ਹਟੇ ਹਾਂ ਕਿ ਜਿੰਨੇ ਏ ਦੇ ਸਬਸੈੱਟ ਹੋਣਗੇ ਉਨੇ ਹੀ ਪੀ ਏ ਦੇ ਐਲੀਮੈਂਟਸ ਹੋਣਗੇ। ਹੁਣ ਇਹਦੇ ਸਬਸੈੱਟ ਕਿੰਨੇ ਸੀ, 1 2 3 4 4। ਔਰ ਪੀ ਏ ਦੇ ਫਿਰ ਐਲੀਮੈਂਟ ਵੀ ਕਿੰਨੇ ਹੋਏ, 1 2 3 4। ਠੀਕ ਆ। ਠੀਕ ਹੈ। ਕੀ ਕਹਿਣਾ ਚਾਹਿਆ ਉਹਨੇ, ਟੋਟਲ ਸਬਸੈਟ ਆਫ ਏ, ਕਿ ਇਹਦੇ ਜਿੰਨੇ ਵੀ ਸਬਸੈਟ ਹੋਣਗੇ ਕਿਹਦੇ ਕੋਲ ਹੋਣਗੇ, ਉਨੇ ਹੀ ਐਲੀਮੈਂਟਸ, ਮਤਲਬ ਟੋਟਲ ਐਲੀਮੈਂਟਸ ਇਨ ਪੀ ਏ। ਠੀਕ ਹੈ ਜੀ। ਜਿੰਨੇ ਸਬਸੈਟ ਏ ਦੇ ਬਣਨਗੇ ਉਹ ਸਾਰੇ ਹੀ ਕਿਹਦੇ ਐਲੀਮੈਂਟਸ ਹੋਣਗੇ, ਪੀ ਏ ਦੇ। ਠੀਕ ਆ। ਹੁਣ ਦੇਖੋ, ਅਗਰ ਮੈਂ ਇੱਕ ਐਗਜ਼ਾਮਪਲ ਲੈ ਲਾਂ। ਠੀਕ ਹੈ ਜੀ। ਕੀ ਬੋਲਦਾ ਆ, ਇਫ ਏ ਹੈਜ਼ 2 ਐਲੀਮੈਂਟਸ। ਠੀਕ ਆ। ਹਾਊ ਮੈਨੀ ਐਲੀਮੈਂਟਸ ਪੀ ਏ ਹੈਜ਼। ਉਹਨਾਂ ਨੇ ਕੀ ਬੋਲਿਆ ਕਿ ਏ ਦੇ ਕੋਲ 2 ਐਲੀਮੈਂਟਸ ਆ, ਦੈਨ ਪੀ ਏ ਦੇ ਵਿੱਚ ਕਿੰਨੇ ਐਲੀਮੈਂਟਸ ਹੋਣਗੇ। ਫਸਟ ਆਫ ਆਲ ਸਾਰਿਆਂ ਨੂੰ ਪਤਾ ਆ, ਆਪਾਂ ਫਾਈਂਡ ਆਊਟ ਕਿੱਦਾਂ ਕਰੀਦਾ ਸੀ, ਕਿਹੜਾ ਫਾਰਮੂਲਾ ਲਗਾ ਕੇ ਆਪਾਂ ਸਬਸੈਟ ਚੈੱਕ ਕਰੀਦਾ ਸੀ, 2 ਦੀ ਪਾਵਰ n। ਠੀਕ ਆ ਜੀ। ਤਾਂ ਉਹਨੇ ਕੀ ਬੋਲਤਾ ਆ ਕਿ ਨੰਬਰ ਆਫ ਐਲੀਮੈਂਟਸ ਕਿੰਨੇ ਆ, 2। ਆਂਸਰ ਇਜ਼ 4। ਮਤਲਬ ਮੇਰੇ ਕੋਲ ਪੀ ਏ ਦੇ ਐਲੀਮੈਂਟਸ ਕਿੰਨੇ ਆਉਣਗੇ, 4। ਠੀਕ ਆ। ਔਰ ਇਹ ਕੀ ਹੁੰਦਾ ਸੀ, ਸਬਸੈਟ ਹੁੰਦਾ ਸੀ। ਅਗਰ ਮੇਰੇ ਕੋਲ ਸਪੋਜ਼ ਕਰੋ ਕਿ ਐਕਸ ਬਾਈ ਆ, 2 ਐਲੀਮੈਂਟਸ ਆ, ਔਰ ਪੀ ਏ ਮੈਂ ਉਹਨਾਂ ਦਾ ਕਿੱਦਾਂ ਫਾਈਂਡ ਕਰੂੰਗੀ, ਸਬਸੈਟ ਨਿਕਾਲ ਕੇ। ਠੀਕ ਆ ਜੀ। ਔਰ ਸਬਸੈਟ ਉਹਨੇ ਪੁੱਛਿਆ ਕਿ ਕਿੰਨੇ ਹੋਣਗੇ। ਠੀਕ ਆ। ਜਿੰਨੇ ਸਬਸੈਟ ਹੁੰਦੇ ਆ ਫਿਰ ਉਹ ਪੀ ਏ ਦੇ ਅੰਦਰ ਆ ਜੂਗੇ, ਬਿਕੋਜ਼ ਜਿਹੜਾ ਮੇਰੇ ਕੋਲ ਮੇਨ ਏ ਦਿੱਤਾ ਹੋਏਗਾ ਉਹਦੀ ਆਪਾਂ ਮੰਨ ਕੇ ਚੱਲੇ ਹਾਂ ਕਿ ਉਹਦੀ ਡੈਥ ਹੋ ਜਾਂਦੀ ਹੈ। ਠੀਕ ਆ ਜੀ। ਤਾਂ ਕਿੰਨੇ ਆ ਜਾਣਗੇ, 4। ਠੀਕ ਆ। ਹੁਣ ਆਪਾਂ ਨੈਕਸਟ ਹੋਰ ਐਗਜ਼ਾਮਪਲ ਦੇਖਦੇ ਹਾਂ, ਇੱਕ ਜਿਹੜੀ ਥੋੜ੍ਹੀ ਲੈਂਥੀ ਹੋਏਗੀ। ਔਰ ਇਹਦਾ ਇੱਕ ਹੋਰ ਤਰੀਕਾ ਹੁੰਦਾ ਲਿਖਣ ਦਾ। ਉਹਨਾਂ ਨੇ ਕੀ ਪੁੱਛਿਆ, ਪੀ ਏ। ਕੀ ਪੁੱਛਿਆ ਮੇਰੇ ਕੋਲ, ਪੀ ਏ। ਔਰ ਏ ਐਲੀਮੈਂਟ ਕਿੰਨੇ ਦਿੱਤੇ ਹੋਏ ਆ, 2। ਏ ਸੈੱਟ ਦੇ ਮੇਰੇ ਕੋਲ ਐਲੀਮੈਂਟਸ ਕਿੰਨੇ ਦਿੱਤੇ ਹੋਏ ਆ, 2। ਆ ਡਿਫਰੈਂਟ ਆ ਬਈ, ਇਹਦੇ ਵਿੱਚ ਨਾ ਕਨਫਿਊਜ਼ ਹੋ ਜਾਓ ਕਿ ਮੈਂ ਇਹਦੀ ਪਾਰ ਪਾਈ ਹੋਈ ਹੈ। ਠੀਕ ਆ ਜੀ। ਆ ਸਾਰੀ ਚੀਜ਼ ਡਿਫਰੈਂਟ ਆ। ਔਰ ਇਹ ਮੈਂ ਅਲੱਗ ਟੌਪਿਕ ਲਿਆ ਆ ਜੋ ਗਿਵਨ ਸੀ ਐਗਜ਼ਾਮਪਲ ਦੇ ਵਿੱਚ। ਉਹਨਾਂ ਨੇ ਕੀ ਬੋਲਿਆ ਕਿ ਇਹਦੇ ਵਿੱਚ 2 ਐਲੀਮੈਂਟ ਆ, ਪੀ ਏ ਦੇ ਵਿੱਚ ਕਿੰਨੇ ਹੋਣਗੇ। ਤਾਂ ਪੀ ਏ ਨੂੰ ਫਾਈਂਡ ਕਰਨ ਦਾ ਕੀ ਤਰੀਕਾ ਹੁੰਦਾ ਹੈ, ਪੀ ਏ ਨੂੰ ਇੱਦਾਂ ਲਿਖੋ, 2। ਇਹ ਤਾਂ ਪਤਾ ਹੀ ਉਹ ਫਾਰਮੂਲੇ 'ਚ ਲੱਗਿਆ ਆ। ਠੀਕ ਆ। ਹੁਣ n ਨੰਬਰ ਆਫ ਐਲੀਮੈਂਟਸ। ਠੀਕ ਆ। ਜਦੋਂ ਆਪਾਂ ਸਬਸੈਟ ਫਾਈਂਡ ਕਰਦੇ ਹੁੰਦੇ ਸੀਗੇ, ਹੁਣ ਇਹਦੇ ਵਿੱਚ ਮੈਂ ਪੀ ਏ ਫਾਈਂਡ ਕਰਨੀ ਆ, ਤਾਂ ਇਹਦਾ ਮਤਲਬ ਕੀ ਹੈ ਕਿ ਮੈਂ ਇਹਦੇ ਵਿੱਚ ਮੰਨ ਕੇ ਚੱਲਣੀ ਆ, ਸਪੋਜ਼ ਕਿੱਦਾਂ ਇਹਨੂੰ ਸੋਲਵ ਆਊਟ ਕਿੱਦਾਂ ਕਰੀਦਾ ਕਿ ਮੈਂ ਇਹਦੇ ਵਿੱਚ ਆਹ ਵਾਲੀ ਪੀ ਕੱਟਤੀ, ਬਚ ਕੇ ਗਿਆ ਇਹ, ਮੈਂ ਇੱਥੇ ਏ ਲਿਖਤਾ। ਠੀਕ ਹੈ ਜੀ। ਅਗੇਨ, ਔਰ ਇਹਦੇ ਐਲੀਮੈਂਟ ਕਿੰਨੇ ਗਿਵਨ ਆ, 2, ਤਾਂ ਇੱਥੇ ਕਿੰਨਾ ਲਿਖਤਾ ਮੈਂ, 2। ਦੈਨ ਆਂਸਰ ਇਜ਼ 4। ਠੀਕ ਆ। ਇੱਕ ਤਾਂ ਆਹ ਤਰੀਕਾ ਹੋ ਗਿਆ ਇਹਦਾ ਲਿਖਣ ਦਾ। ਦੂਸਰਾ ਆਹ ਵਾਲਾ ਤਰੀਕਾ ਹੁੰਦਾ ਆ। ਹੁਣ ਕੀ ਆ ਕਿ ਇਹਦੇ ਵਿੱਚ 2 ਐਲੀਮੈਂਟਸ ਦਿੱਤੇ ਆ, ਉਹਨਾਂ ਨੇ ਪੀ ਏ ਦੇ ਵਿੱਚ ਪੁੱਛਿਆ ਕਿ ਕਿੰਨੇ ਹੋਣਗੇ। ਔਰ ਪੀ ਏ ਨੂੰ ਮੈਂ ਕਿੱਦਾਂ ਲਿਖਤਾ, 2 ਤੋਂ ਚੱਲਦਾ ਹੀ ਆ ਫਾਰਮੂਲਾ। ਠੀਕ ਹੈ ਜੀ। ਔਰ ਇਹਦੇ ਵਿੱਚ ਮੈਂ ਮੰਨ ਲਿਆ ਕਿ ਮੈਂ ਆਹ ਵਾਲੀ ਪੀ ਕੈਂਸਲ ਕਰਤੀ, ਮੇਰੇ ਕੋਲ ਕਿੰਨਾ ਬਚ ਗਿਆ, ਏ। ਔਰ ਮੈਂ ਏ ਨੂੰ ਇੱਥੇ ਰੱਖਤਾ। ਠੀਕ ਹੈ ਜੀ। ਔਰ ਏ ਕਿਹਦੇ ਇਕੁਅਲ ਸੀ, 2 ਦੇ, ਤਾਂ ਮੈਂ ਇਹਦੇ 2 ਦੇ ਇੰਟੂ ਪਾਰ ਕਿੰਨੀ ਕਰਤੀ, 2। ਠੀਕ ਹੈ ਜੀ। 2 × 2 ਕਿੰਨਾ ਹੋ ਗਿਆ, ਫਿਰ ਆਂਸਰ ਇਜ਼ 4। ਤਾਂ ਪੀ ਏ ਦੇ ਐਲੀਮੈਂਟਸ ਕਿੰਨੇ ਆਏ, 4। ਔਰ ਇਹਦੇ ਵਿੱਚ ਵੀ ਆਪਾਂ ਕੀ ਆਂਸਰ ਕੱਢਿਆ ਸੀ, 4। ਠੀਕ ਹੈ ਜੀ। ਆਹ 2 ਤਰੀਕੇ ਹੋ ਗਏ ਡਿਫਰੈਂਟ। ਹੁਣ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਠੀਕ ਆ। ਪਾਵਰ ਸੈੱਟ ਵਾਲਾ ਸਮਝ ਲੱਗ ਗਿਆ। ਹੁਣ ਇੱਕ ਹੋਰ ਕੁਐਸਚਨ ਆ ਜਾਂਦਾ ਹੈ ਕਿ ਮੇਰੇ ਕੋਲ ਮਤਲਬ ਕੋਈ ਵੀ
ਪਾਵਰ ਸੈੱਟ ਮੈਂ ਫਾਈਂਡ ਕੀਤਾ ਸੀ, ਠੀਕ ਹੈ ਜੀ। ਫਾਈਂਡ ਕਰ ਲਿਆ। ਦੈਨ ਉਹਨਾਂ ਨੇ ਕੀ ਬੋਲਿਆ ਕਿ ਪਾਵਰ ਸੈੱਟ ਦਾ ਵੀ ਕੋਈ ਪਾਵਰ ਸੈੱਟ ਹੋ ਸਕਦਾ ਆ। ਯੈਸ, ਹੋ ਸਕਦਾ ਆ। ਤਾਂ ਉਹ ਕਿੱਦਾਂ ਲਿਖਾਂਗੇ? ਦਿਸ ਫਾਈਂਡ ਕਰ ਲਾਂਗੇ। ਅਗੇਨ ਮਤਲਬ ਪਾਵਰ ਸੈੱਟ ਦਾ ਅੱਗੇ ਪਾਵਰ ਸੈੱਟ ਆ, ਦੈਨ ਅਗੇਨ ਉਹਦਾ ਵੀ ਕੋਈ ਪਾਵਰ ਸੈੱਟ ਹੋ ਸਕਦਾ ਹੈ। ਯੈਸ, ਉਹਦਾ ਵੀ ਕੋਈ ਪਾਵਰ ਸੈੱਟ ਹੋ ਸਕਦਾ ਹੈ, ਠੀਕ ਹੈ ਜੀ। ਅੱਗੇ ਤੁਸੀਂ ਉਹਨੂੰ ਫਾਈਂਡ ਕਰ ਲਓਗੇ, ਠੀਕ ਹੈ ਜੀ। ਫਿਰ ਉਹੀ ਉਹਦੇ ਅੱਗੇ ਸਬਸੈਟ ਸਾਰੇ ਆਈ ਜਾਣਗੇ। ਆਪਣਾ ਨੈਕਸਟ ਟੌਪਿਕ ਆਉਂਦਾ ਆ ਇੰਟਰਵਲਸ। ਉਹ ਕੀ ਬੋਲਦਾ, ਲੈਟ ਏ ਐਂਡ ਬੀ ਟੂ ਡਿਸਟਿੰਕਟ ਰੀਅਲ ਨੰਬਰਸ ਵਿਦ ਏ ਲੈਸ ਦੈਨ ਬੀ ਸੇ, ਠੀਕ ਹੈ ਜੀ। ਉਹਨੇ ਕੀ ਬੋਲਿਆ ਕਿ ਏ ਬੀ ਆਪਣੇ ਕੋਲ ਕੋਈ ਵੀ ਦੋ ਰੀਅਲ ਨੰਬਰਸ ਹੁੰਦੇ ਆ, ਠੀਕ ਆ ਜੀ। ਔਰ ਰੀਅਲ ਨੰਬਰਸ ਕਿੰਨੇ ਤਰ੍ਹਾਂ ਦੇ ਹੁੰਦੇ ਆ, ਜਾਂ ਫਿਰ ਕਿੰਨੇ ਹੁੰਦੇ ਆ? ਬਹੁਤ ਜ਼ਿਆਦਾ ਹੁੰਦੇ ਆ ਨਾ, ਕਿ ਕਾਊਂਟ ਨਹੀਂ ਹੁੰਦੇ। ਇਨਫਾਨਾਈਟ ਰੀਅਲ ਨੰਬਰਸ ਹੁੰਦੇ ਆ ਆਪਣੇ ਕੋਲ, ਬਹੁਤ ਜ਼ਿਆਦਾ ਹੀ ਹੋ ਜਾਂਦੇ ਆ। ਹੁਣ ਆਪਣੇ ਕੋਲ ਕੋਈ ਵੀ ਸੈੱਟ ਗਿਵਨ ਹੋਏਗਾ, ਉਹਨਾਂ ਨੇ ਕੀ ਬੋਲਿਆ ਏ ਬੀ। ਸਪੋਜ਼ ਮੈਂ ਇਹਨੂੰ ਲੈ ਲਿਆ ਏ 2 ਦੇ ਇਕੁਅਲ ਆ, ਦੈਨ ਮੇਰਾ ਬੀ 6 ਦੇ ਇਕੁਅਲ ਆ, ਠੀਕ ਹੈ ਜੀ। 2 ਔਰ 6 ਵੀ ਕੀ ਮੇਰੇ ਰੀਅਲ ਨੰਬਰਸ ਹੀ ਆ ਨਾ, ਰੀਅਲ ਨੰਬਰਸ ਹੀ ਹੋ ਗਏ। ਤਾਂ ਕੀ ਉਹਨਾਂ ਨੇ ਬੋਲਿਆ ਸੀ ਏ ਬੀ ਡਿਸਟਿੰਕਟ ਰੀਅਲ ਨੰਬਰਸ ਆ। ਦੈਨ ਮੈਂ ਏ ਨੂੰ ਕੀ ਮੰਨ ਲਿਆ 2, ਬੀ ਨੂੰ ਕੀ ਮੰਨ ਲਿਆ 6, ਠੀਕ ਆ। ਔਰ ਇਹਦਾ ਮਤਲਬ ਕੀ ਆ ਕਿ ਮੇਰੇ ਕੋਲ ਕੋਈ ਵੀ ਇੱਕ ਸੈੱਟ ਗਿਵਨ ਹੋਏਗਾ ਜਿਹਦੇ ਅੰਦਰ ਰੀਅਲ ਨੰਬਰਸ ਹੋਣਗੇ, ਠੀਕ ਹੈ ਜੀ। ਉਹਦੇ ਅੰਦਰ ਆਪਾਂ ਇੰਟਰਵਲਸ ਚੈੱਕ ਕਰਨੇ ਆ, ਠੀਕ ਆ। ਹੁਣ ਦੇਖਦੇ ਹਾਂ। ਹੁਣ ਦੇਖੋ ਮੈਂ ਇਹਦੇ ਵਿੱਚ ਇੱਕ ਸੈੱਟ ਲਿਆ, ਸੈੱਟ ਐਕਸ ਸੱਚ ਦੈਟ ਐਕਸ ਬਿਲੋਂਗਸ ਟੂ ਰੀਅਲ ਨੰਬਰਿੰਗ ਕਿਹੜੀ ਲੈ ਲਈ, ਐਕਸ ਲੈਸ ਦੈਨ ਔਰ ਇਕੁਅਲ ਟੂ 2 ਔਰ ਗ੍ਰੇਟਰ ਦੈਨ ਇਕੁਅਲ ਟੂ 2 ਔਰ ਲੈਸ ਦੈਨ ਇਕੁਅਲ ਟੂ 6, ਠੀਕ ਹੈ ਜੀ। ਕੀ ਆ ਮਤਲਬ ਮੇਰਾ ਐਕਸ ਲਾਈਜ਼ ਕਿਹਦੇ ਵਿੱਚ ਕਰ ਰਿਹਾ ਆ, 2 ਤੋਂ ਗ੍ਰੇਟਰ ਔਰ ਇਕੁਅਲ ਔਰ 6 ਤੋਂ ਲੈਸ ਔਰ ਇਕੁਅਲ, ਠੀਕ ਆ ਜੀ। ਇਟ ਮੀਨਸ ਕੀ ਆ ਕਿ ਇਹਦੇ ਵਿੱਚ ਮੈਂ ਕੀ ਲਿਖਣਾ ਆ, ਮੈਂ ਦੋ ਨੰਬਰ ਲੈਣੇ ਹਨ 2 ਔਰ 6। ਕਿਉਂਕਿ ਉਹਨੇ ਕੀ ਬੋਲਿਆ ਹੈ ਕਿ 2 ਤੋਂ ਗ੍ਰੇਟਰ ਵੀ ਹੋ ਸਕਦਾ ਆ, ਠੀਕ ਆ। 2 ਤੋਂ ਗ੍ਰੇਟਰ ਹੋਣਗੇ ਔਰ 2 ਦੇ ਇਕੁਅਲ ਹੋਣਗੇ, ਔਰ 6 ਤੋਂ ਲੈਸ ਹੋਣਗੇ ਔਰ 6 ਦੇ ਇਕੁਅਲ ਹੋਣਗੇ। ਮਤਲਬ ਕੀ ਹੈ ਕਿ 2 ਔਰ 6 ਤਾਂ ਇਨਕਲੂਡ ਹੋ ਹੀ ਰਿਹਾ ਆ, ਠੀਕ ਹੈ ਜੀ। ਇਕੁਐਲਿਟੀ ਦਾ ਸਾਈਨ ਹੈ ਨਾ, ਇਟ ਮੀਨਸ 2 ਔਰ 6 ਤੋਂ ਇਨਕਲੂਡ ਹੋ ਹੀ ਰਿਹਾ ਆ। ਹੁਣ ਅਗਰ ਮੈਂ ਬੋਲਾਂ ਕਿ 2 ਤੋਂ ਗ੍ਰੇਟਰ ਕਿੰਨੇ ਨੰਬਰ ਆ ਜਾਣਗੇ, 2.1 2. ਸਪੋਜ਼ ਆਪਾਂ ਐਵਰੀਵਨ ਨੋਜ਼ ਕਿ ਰੀਅਲ ਨੰਬਰ ਅਨਕਾਊਂਟੇਬਲ ਹੁੰਦੇ ਆ। ਕਿੰਨਾ ਹੋ ਗਿਆ 2.1 2.01 2.001 ਇਨਫਾਨਾਈਟ ਹੋ ਜਾਣਗੇ, ਠੀਕ ਆ ਜੀ। ਦੈਨ ਫਿਰ ਕਿੰਨਾ ਚੋ 4.99999 ਅਪ ਟੂ ਸੋ ਔਨ, ਠੀਕ ਹੈ ਜੀ। ਦੈਨ 5.9999 ਕਿੰਨੇ ਨੰਬਰ ਹੋ ਜਾਣਗੇ ਤੁਹਾਡੇ ਕੋਲ, ਕਿੰਨੇ ਨਹੀਂ ਹੋਣਗੇ, ਠੀਕ ਆ। 2.002 2.0001 2.0002 2.0003 ਅਪ ਟੂ ਸੋ ਔਨ, ਜਿਹੜੇ ਕਾਊਂਟ ਹੀ ਨਹੀਂ ਹੋਣੇ। ਬਟ ਉਹਨਾਂ ਨੇ ਇੱਥੇ ਇੱਕ ਕੰਡੀਸ਼ਨ ਦਿੱਤੀ ਆ ਇਕੁਐਲਿਟੀ ਵਾਲੀ, ਇਕੁਅਲ ਦਾ ਸਾਈਨ ਵੀ ਪਾਇਆ। ਇਟ ਮੀਨਸ ਕੀ ਆ ਕਿ ਇਹਦੇ ਵਿੱਚ ਇਨਕਲੂਡ ਹੋ ਸਕਦਾ 2 ਵੀ ਇਨਕਲੂਡ ਹੋ ਸਕਦਾ, 6 ਵੀ ਇਨਕਲੂਡ ਹੋ ਸਕਦਾ। ਤਾਂ ਆਪਾਂ ਕੀ ਲਿਖਾਂਗੇ 2 ਔਰ 6 ਦੋਨੋਂ ਐਲੀਮੈਂਟਸ ਲੈ ਲਏ ਔਰ ਉਹਨਾਂ ਨੂੰ ਆਪਾਂ ਇੱਦਾਂ ਵਾਲੀ ਬ੍ਰੈਕਟ ਦੇ ਵਿੱਚ ਬੰਦ ਕਰ ਦਾਂਗੇ, ਕਿਉਂਕਿ ਸਮਝ ਲੱਗਦਾ ਨਾ ਕਿ 2 ਔਰ 6 ਇਨਕਲੂਡ ਹੋ ਰਹੇ ਆ। ਤਾਂ ਇਹਦਾ ਮਤਲਬ ਕੀ ਆ ਕਿ ਮੈਂ ਉਹਨਾਂ ਨੂੰ ਇੱਦਾਂ ਵਾਲੀ ਬ੍ਰੈਕਟ ਦੇ ਅੰਦਰ ਬੰਦ ਕਰਤਾ। ਔਰ ਇਸ ਬ੍ਰੈਕਟ ਨੂੰ ਕੀ ਬੋਲਦੇ ਆ, ਕਲੋਜ਼ ਬ੍ਰੈਕਟ, ਠੀਕ ਹੈ ਜੀ। ਜਿਸ ਤੋਂ ਸਟਾਰਟ ਕਰਨਾ ਔਰ ਜਿਸ 'ਤੇ ਐਂਡ ਕਰਨਾ, ਜਿਸ ਤੋਂ ਸਟਾਰਟ ਕਰਨਾ ਔਰ ਜਿਸ 'ਤੇ ਐਂਡ ਕਰਨਾ, ਆਪਾਂ ਦੋ ਐਲੀਮੈਂਟਸ ਲਿਖ ਲਏ, ਠੀਕ ਆ। ਹੁਣ ਆਪਾਂ ਇੱਕ ਹੋਰ ਸੇਮ ਇਹਦੀ ਹੀ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਹੁਣ ਦੇਖੋ ਮੈਂ ਇੱਕ ਹੋਰ ਸੈੱਟ ਲੈ ਲਿਆ, ਉਹਦੇ ਵਿੱਚ ਕੀ ਬੋਲਤਾ ਐਕਸ ਸੱਚ ਦੈਟ ਐਕਸ ਬਿਲੋਂਗਸ ਟੂ ਰੀਅਲ, ਠੀਕ ਆ ਜੀ। 2 ਐਕਸ ਕਿਹਦੇ ਵਿੱਚ ਲਾਈ ਕਰਦੀ ਆ 2 ਔਰ 6 ਦੇ ਅੰਦਰ। ਕੀ ਬੋਲਦਾ ਪਿਆ ਕਿ ਐਕਸ ਗ੍ਰੇਟਰ ਦੈਨ 2 ਔਰ ਲੈਸ ਦੈਨ 6 ਆ, ਠੀਕ ਆ। ਹੁਣ ਇੱਥੇ ਇਕੁਐਲਿਟੀ ਵਾਲਾ ਸਾਈਨ ਨਹੀਂ ਹੈ ਨਾ, ਜਿੱਦਾਂ ਪਹਿਲੇ ਵਾਲੇ 'ਚ ਸੀਗਾ ਇਕੁਐਲਿਟੀ ਸੀ, ਇੱਥੇ ਹੁਣ ਇੱਥੇ ਕੀ ਆ ਇਕੁਐਲਿਟੀ ਵਾਲਾ ਸਾਈਨ ਹੈ। ਇਟ ਮੀਨਸ ਉਹਨੇ ਕੀ ਬੋਲਤਾ, ਐਕਸ ਨੇ ਕੀ ਬੋਲਤਾ ਹੈ ਕਿ ਐਕਸ ਕੋਲ ਕਿਹੜੇ ਨੰਬਰ ਚਾਹੀਦੇ ਆ, 2 ਤੋਂ ਵੱਡੇ ਹੋਣ ਔਰ 6 ਤੋਂ ਛੋਟੇ ਹੋਣ, ਠੀਕ ਹੈ ਜੀ। ਇਹੀ ਬੋਲਦਾ ਪਿਆ। ਤਾਂ ਹੁਣ ਅਗਰ ਮੈਂ ਬੋਲੂੰ ਕਿ 2 ਤੋਂ ਵੱਡੇ ਔਰ 6 ਤੋਂ ਛੋਟੇ ਨੰਬਰਸ ਕਿੰਨੇ ਹੋ ਜਾਣਗੇ, ਐਵਰੀਵਨ ਸਾਰਿਆਂ ਦੇ ਦਿਮਾਗ 'ਚ ਕੀ ਆਊਗਾ 3 4 5 ਇਹੀ ਆਉਣਾ ਨਾ। ਬਟ ਨਹੀਂ, ਆਪਾਂ ਕਿਹਦੀ ਗੱਲ ਕਰਦੇ ਪਏ ਰੀਅਲਸ ਦੀ। ਤਾਂ 2.1 2.01 2.001 ਇਹ ਸਾਰੇ ਰੀਅਲ ਨੰਬਰਸ ਹੀ ਆ ਨਾ, ਕਿਉਂਕਿ ਅਨਕਾਊਂਟੇਬਲ ਆ ਰੀਅਲ ਨੰਬਰਸ। ਕਿੰਨੇ ਹੋ ਜਾਣੇ ਆ 2.01 2.001 2.0001 ਅਪ ਟੂ ਸੋ ਔਨ, ਠੀਕ ਹੈ ਜੀ। ਇਹਦਾ ਮਤਲਬ ਕੀ ਹੈ ਕਿ ਹੁਣ ਇਹਦੇ ਵਿੱਚ ਇਕੁਐਲਿਟੀ ਵਾਲਾ ਸਾਈਨ ਨਹੀਂ ਹੈ। ਇਟ ਮੀਨਸ ਕੀ ਹੈ ਕਿ ਉਹਦੇ ਵਿੱਚ 2 ਔਰ 6 ਇਨਕਲੂਡ ਨਹੀਂ ਹੋ ਰਹੇ। ਪਹਿਲੇ 'ਚ ਆਪਣਾ ਇਕੁਐਲਿਟੀ ਸੀਗਾ, ਇੱਥੇ ਸਾਈਨ ਸੀਗਾ ਨਾ ਇਕੁਅਲ ਵਾਲਾ, ਔਰ ਉਦੋਂ ਇਨਕਲੂਡ ਹੋ ਰਹੇ ਸੀ। ਹੁਣ ਇੱਥੇ ਇਕੁਐਲਿਟੀ ਵਾਲਾ ਸਾਈਨ ਨਹੀਂ ਆ। ਇਟ ਮੀਨਸ ਇਹ ਬਾਰੇ 2 ਔਰ 6 ਇਨਕਲੂਡ ਨਹੀਂ ਹੋ ਰਹੇ। ਔਰ ਇਹਨੂੰ ਲਿਖਣ ਦਾ ਤਰੀਕਾ ਕੀ ਆ ਫਿਰ ਬ੍ਰੈਕਟ 2 6, ਠੀਕ ਹੈ ਜੀ। ਉਹਦੇ ਵਿੱਚ ਮੈਂ ਕਿਹੜੀ ਬ੍ਰੈਕਟ ਪਾਈ ਸੀ, ਇੱਦਾਂ ਵਾਲੀ ਬ੍ਰੈਕਟ ਪਾਈ ਸੀ ਨਾ। ਹੁਣ ਇਹਦੇ ਵਿੱਚ ਮੈਂ ਕਿਹੜੀ ਪਾਈ ਆ ਦਿਸ ਬ੍ਰੈਕਟ,
ठीक है जी। और इस ब्रैकेट ਨੂੰ ਕੀ ਬੋਲਦੇ ਆ, ਜਦੋਂ ਉਸ ब्रैकेट ਨੂੰ ਬੋਲਦੇ ਸੀ क्लोज्ड, और इस ब्रैकेट ਨੂੰ ਕੀ ਬੋਲਦੇ ਆ, ओपन ब्रैकेट। ठीक है जी। ਹੁਣ ਦੇਖੋ मैं एक होर सैट ले लिया, ठीक है जी, तीजा सैट लिया, ਉਹਦੇ ਵਿੱਚ ਕੀ ਬੋਲਦਾ, एक्स सच दैट एक्स बिलोंग्स टू आर। ठीक है जी, मतलब रियल नंबर एक्स बिलोंग्स टू रियल्स, एक्स किहदे विच लाई कर दिया, 2 तो ग्रेटर और 2 ਦੇ इक्वल बट 6 ਤੋਂ ਲੈਸ। ਹੁਣ ਦੇਖੋ ਇੱਥੇ ਸਿਰਫ ਇੱਕ 2 ਦੇ ਨਾਲ ਹੀ ਇਕੁਅਲ ਵਾਲਾ ਸਾਈਨ ਹੈ, ਇੱਧਰ ਇਕੁਐਲਿਟੀ ਵਾਲਾ ਸਾਈਨ ਨਹੀਂ ਆ, ਇੱਕ ਸਾਈਡ ਹੀ ਆ ਨਾ। ਇਟ ਮੀਨਸ ਕੀ ਹੋ ਗਿਆ, ਅਗਰ ਇੱਥੇ ਇਕੁਅਲ ਵਾਲਾ ਸਾਈਨ ਆ, ਇਹਦੀ ਮਤਲਬ ਕੀ ਹੋ ਗਿਆ ਕਿ ਉਹ ਕਿਹਦੀ ਗੱਲ ਕਰਦਾ ਪਿਆ ਕਿ 2 ਨੂੰ ਇਨਕਲੂਡ ਕਰ ਸਕਦੇ ਹੋ, 6 ਨੂੰ ਇਨਕਲੂਡ ਨਹੀਂ ਕਰਨਾ। ਕਿਉਂਕਿ ਉਹਨੇ ਕੀ ਬੋਲਤਾ, 6 ਤੋਂ ਘੱਟ ਵਾਲੇ ਨੰਬਰਸ ਔਰ 2 ਤੋਂ ਵੱਧ ਵਾਲੇ ਔਰ 2 ਨੂੰ ਵਿੱਚ ਰੱਖ ਕੇ ਨੰਬਰਸ। ਠੀਕ ਆ, ਜਾਂ ਤਾਂ 2 ਦੇ ਇਕੁਅਲ ਆ ਜਾਣਗੇ ਜਾਂ ਫਿਰ 2 ਤੋਂ ਵੱਧ ਆ ਜਾਣਗੇ, ਬਟ 6 ਤੋਂ ਘੱਟ ਹੀ ਆਣੇ ਆ, 6 ਦੇ ਇਕੁਅਲ ਨਹੀਂ ਆਣੇ। ਇਟ ਮੀਨਸ ਕੀ ਹੋ ਗਿਆ ਕਿ ਇਹਦੇ ਵਿੱਚ ਕੀ ਹੋ ਗਿਆ, ਮੇਰੇ ਕੋਲ 2 ਇਨਕਲੂਡ ਹੋ ਜਾਊਗਾ ਬਿਕੋਜ਼ ਇਕੁਐਲਿਟੀ ਦਾ ਸਾਈਨ ਦਿੰਦਾ ਪਿਆ ਹੈ ਨਾ, ਔਰ 6 ਇਨਕਲੂਡ ਨਹੀਂ ਹੋਣਾ। ਤਾਂ ਇਹਨੂੰ ਕਿੱਦਾਂ ਲਿਖਣ ਦਾ ਤਰੀਕਾ ਆ, ਇਨਕਲੂਡ ਹੋ ਗਿਆ ਮਤਲਬ ਫਿਰ ਮੈਂ ਆਹ ਵਾਲੀ ਕਲੋਜ਼ਡ ਬ੍ਰੈਕਟ ਪਾਉਣੀ ਆ, बट 6 ਦੇ ਇਕੁਅਲ ਨਹੀਂ ਹੈਗਾ। ਉਹਨੇ ਕੀ ਕਿਹਾ, 6 ਤੋਂ ਛੋਟੇ, ਔਰ 6 ਤੋਂ ਛੋਟੇ 5.9999 ਅਪ ਟੂ ਸੋ ਔਨ ਹੋ ਸਕਦੇ ਆ, ਜਿਹੜੇ ਕਾਊਂਟ ਹੀ ਨਹੀਂ ਹੋਣੇ, ਅਨਲਿਮਟਡ ਨੰਬਰਸ। ਠੀਕ ਹੈ ਜੀ। ਤਾਂ ਮੈਂ ਇਹਦੇ ਨਾਲ ਫਿਰ ਕੀ ਪਾ ਦੂੰਗੀ, ਓਪਨ ਬ੍ਰੈਕਟਸ। ਇਹਨੂੰ ਕੀ ਬੋਲਦੇ ਆ, ਸੈਮੀ ਕਲੋਜ਼ਡ, ਸੈਮੀ ਓਪਨ। ਠੀਕ ਹੈ ਜੀ, ਸੈਮੀ ਮਤਲਬ ਅੱਧੀ ਹੋ ਗਈ ਨਾ, ਅੱਧੀ ਕਲੋਜ਼ ਹੋ ਗਈ ਆ, ਅੱਧੀ ਓਪਨ ਹੋ ਗਈ ਆ, ਦੈਨ ਇਹਨੂੰ ਕੀ ਬੋਲਦੇ ਆ ਫਿਰ ਸੈਮੀ ਕਲੋਜ਼ਡ ਔਰ ਸੈਮੀ ਓਪਨ ਬ੍ਰੈਕਟਸ। ਠੀਕ ਹੈ ਜੀ। ਹੁਣ ਨੈਕਸਟ ਇੱਕ ਹੋਰ ਸੈੱਟ ਲੈਂਦੇ ਆ। ਹੁਣ ਦੇਖੋ ਇੱਕ ਮੈਂ ਹੋਰ ਸੈੱਟ ਲਿਆ, ਹੋਰ ਕੀ ਬੋਲਦਾ, ਐਕਸ ਸੱਚ ਦੈਟ ਐਕਸ ਬਿਲੋਂਗਸ ਟੂ ਰੀਅਲ। ਐਕਸ ਕਿਹਦੇ ਵਿੱਚ ਲਾਈ ਕਰਦੀ ਪਈ ਆ, 2 ਔਰ 6 ਦੇ। ਉਹਦੇ ਵਿੱਚ ਕੀ ਬੋਲਦਾ ਉਹਨੇ ਕਿ 2 ਤੋਂ ਵੱਡੇ ਔਰ 6 ਤੋਂ ਛੋਟੇ ਔਰ 6 ਦੇ ਇਕੁਅਲ। ਹੁਣ ਦੇਖੋ ਪਹਿਲੋਂ ਮੇਰਾ ਇੱਧਰ ਇਕੁਐਲਿਟੀ ਵਾਲਾ ਸਾਈਨ ਸੀਗਾ, ਇੱਧਰ ਨਹੀਂ ਸੀ। ਹੁਣ ਕੀ ਹੋ ਗਿਆ, ਇੱਧਰ ਸਾਈਨ ਨਹੀਂ ਹੈ ਇਕੁਐਲਿਟੀ ਵਾਲਾ, ਇੱਧਰ ਸਾਈਨ ਆ, ਔਰ ਜਿਹਦੇ ਵਿੱਚ ਮੇਰਾ ਇਕੁਐਲਿਟੀ ਵਾਲਾ ਸਾਈਨ ਆਉਂਦਾ ਆ, ਇਟ ਮੀਨਸ ਉਹ ਟਰਮ ਇਨਕਲੂਡ ਕਰਦੀ ਆ, ਜਿਹਦੇ ਨਾਲ ਇਕੁਅਲ ਵਾਲਾ ਸਾਈਨ ਨਹੀਂ ਆਉਂਦਾ, ਉਹ ਵਾਲੀ ਟਰਮ ਇਨਕਲੂਡ ਨਹੀਂ ਕਰਦੀ। ਠੀਕ ਆ। ਉਹਨੇ ਕਹਿਣਾ ਕੀ ਚਾਹਿਆ ਕਿ ਐਕਸ ਦੀਆਂ ਵੈਲਿਊਜ਼ 2 ਤੋਂ ਵੱਡੀਆਂ ਹੀ ਹੋਣੀਆਂ ਚਾਹੀਦੀਆਂ, 2 ਦੇ ਇਕੁਅਲ ਨਹੀਂ ਆਉਣੀਆਂ ਚਾਹੀਦੀਆਂ। ਔਰ ਇੱਧਰ ਕੀ ਬੋਲਤਾ ਕਿ 6 ਤੋਂ ਛੋਟੀਆਂ ਵੀ ਆ ਸਕਦੀਆਂ ਔਰ 6 ਦੇ ਇਕੁਅਲ ਵੀ ਆ ਸਕਦੀਆਂ। ਠੀਕ ਹੈ ਜੀ। ਇਹਦੇ ਵਿੱਚ ਉਹਨਾਂ ਨੇ 6 ਇਨਕਲੂਡ ਕੀਤਾ, ਜਿੱਦਾਂ ਇਹਦੇ ਵਿੱਚ 2 ਇਨਕਲੂਡ ਕੀਤਾ ਸੀ 6 ਨੇ, ਇਹਦੇ ਵਿੱਚ 6 ਇਨਕਲੂਡ ਕੀਤਾ 2 ਨਹੀਂ। ਤਾਂ ਇਹਨੂੰ ਕਿੱਦਾਂ ਲਿਖਾਂਗੇ ਮੈਂ, 2 ਵਾਲ ਓਪਨ ਬ੍ਰੈਕਟ, ਠੀਕ ਹੈ ਜੀ, ਦੈਨ 6 ਵਾਲ ਕਲੋਜ਼ਡ ਬ੍ਰੈਕਟ। तो ये भी ऑपोजिशन हो गया ना, क्योंकि इन्हों का साइन भी ऑपोजिशन सी इक्वैलिटी का। और इधर भी तो की हो गया सीगा, सैमी क्लोज्ड सैमी ओपन, इधर की हो गया सैमी ओपन सैमी क्लोज्ड ब्रैकेट। ठीक है जी। हुण इन्हों नाम की दिते जाते हैं और इन्हों रीयल लाइन होंदी है ना अपनी, उन्होंने रियल नंबर्स से प्रेजेंट किया जाता है। जिहड़ी भी अपनी एक लाइन होंदी है रियल लाइन, उहदे ते नंबर के तौर पर इन्हों प्रेजेंट किया जाता, वो भी देखते हैं। देखो लाइन के उत्ते आप रियल नंबर्स ਨੂੰ ਪ੍ਰੈਜੈਂਟ ਕਿੱਦਾਂ ਕਰਨਾ ਆ। ਔਰ ਰੀਅਲ ਨੰਬਰਸ ਕਿੰਨੇ ਹੁੰਦੇ ਆ, ਮਾਈਨਸ ਇਨਫਿਨਿਟੀ ਟੂ ਪੋਜ਼ਿਟਿਵ ਇਨਫਿਨਿਟੀ, ਮਤਲਬ ਬਹੁਤ ਜ਼ਿਆਦਾ ਹੁੰਦੇ, ਅਨਲਿਮਟਡ ਨੰਬਰਸ ਹੁੰਦੇ ਜਿਨ੍ਹਾਂ ਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ। ਔਰ ਇੱਥੇ ਉਹਨਾਂ ਨੇ ਕੀ ਬੋਲਿਆ ਕਿ 2 6 ਵਿਚਲੇ ਨੰਬਰ ਦੇਖਣੇ ਆ, 2 ਔਰ 6 ਤੋਂ ਲੈ ਕੇ ਉਹਨਾਂ ਦੇ ਵਿੱਚ ਵਾਲੇ ਨੰਬਰਸ ਚੈੱਕ ਕਰਨੇ ਆ। ਤਾਂ ਮੈਂ ਸਪੋਜ਼ ਕਰ ਲਿਆ ਕਿ ਇੱਥੇ ਮੇਰਾ 2 ਆ, ਇੱਥੇ ਮੇਰਾ 6 ਆ। ठीक है जी। हुण इत्थे गल की करदा है कि उन्हें की बोलिया कि इनकलूड करदा पिया ना, दोनों साइड इक्वैलिटी साइन इट मीनस की है कि इहदे विच 2 भी इनकलूड करदा पिया, 6 भी इनकलूड करदा पिया। जो आपां देखना अगर दोनों इनकलूड करदे पे ना, तो मैं 2 तो लैके 6 तक इस लाइन नूं डार्क कर देना, क्योंकि मैंने इहदे विच वाले ही नंबर चाहिए ना, 2 तो 6। एक्स मेरे किहदे विच लाई करदी पई आ, 2 तो लैके 6 तक। ठीक है जी। और इस लाइन में मैं प्रॉपरली डार्क करता। ठीक है। और इनू बोलते की आ, देखो दोनों साइड क्लोज्ड आ ब्रैकेट। ठीक है जी। गल आप करते हैं इंटरवल्स की, इट मीनस पहला की हो जाएगा, ਇਹਦਾ पहले वाले का नाम की हो जाएगा क्लोज इंटरवल। ठीक है। और इनू फिर की बोल देंगे आप क्लोज इंटरवल, क्योंकि दोनों साइड तो क्लोज आ, और ये की हो रहा है कि 2 एंड 6 दोनों ही इनकलूड हो रहे हैं। और इनकलूड हो रहे हैं इट मीनस मैं 2 और 6 तो लैके सारी लाइनस नूं जिन्ने भी इन्होंने नंबरस आ उन्होंने सारिਆਂ ਨੂੰ डार्क करता। ठीक है जी। हुण देखो आ वाले विदाउट इक्वैलिटी 2 तो ग्रेटर और एक्स तो लैस। ठीक है जी। दैन हुण इनू मैं माइनस इनफिनिटी तो पॉजिटिव इनफिनिटी रियल लाइन ते प्रेजेंट किदा करूँगी। फर्स्ट ऑफ ऑल ये की हो गया, इक्वैलिटी साइन ही आ, इट मीनस ना तो ये 2 के इक्वल आ, ना ही ये 6 के इक्वल आ, इक्वैलिटी तो आएगी नहीं आ। ठीक है जी। इट मीनस की हो गया 2 के इक्वल भी नहीं आ, 6 के इक्वल भी नहीं आ, मतलब की हो गया कि ना तो ये 2 इनकलूड आ, ना ही ये 6 इनकलूड आ। तो मैं पहलों इहदे विच जिद्दां 2 और 6 नूं भी ओह डार्क कीता सी ना,
ਔਰ ਬਾਕੀ ਵਿਚਲੀ ਸਾਰੀ ਲਾਈਨ ਨੂੰ ਵੀ ਡਾਰਕ ਕੀਤਾ ਸੀ। ਬਟ ਇਹਦੇ ਵਿੱਚ ਕੀ ਬੋਲਤਾ ਉਹਨੇ ਕਿ 2 ਵੀ ਇਨਕਲੂਡ ਨਹੀਂ ਹੈਗਾ ਔਰ 6 ਵੀ ਇਨਕਲੂਡ ਨਹੀਂ ਹੈਗਾ। ਇਟ ਮੀਨਸ ਮੈਂ ਇਹਨਾਂ ਦੋਨਾਂ ਪੁਆਇੰਟਸ ਨੂੰ ਛੱਡ ਕੇ ਜਸਟ ਇਹਦੇ ਵਿੱਚ ਵਾਲੇ ਨੂੰ ਹੀ ਡਾਰਕ ਕਰੂੰਗੀ। ਠੀਕ ਆ, ਲੱਗੀ ਸਮਝ। ਪਹਿਲੇ ਦੇ ਵਿੱਚ ਦੋਨੋਂ ਇਨਕਲੂਡਡ ਸੀ ਤਾਂ ਮੈਂ ਕੀ ਕੀਤਾ ਸੀਗਾ 2 ਔਰ 6 ਨੂੰ ਵੀ ਡਾਰਕ ਕੀਤਾ ਸੀ ਔਰ ਸਾਰੇ ਵਿਚਲੇ ਨੰਬਰਸ ਨੂੰ ਵੀ ਡਾਰਕ ਕੀਤਾ ਸੀ। ਬਟ ਇਹਦੇ ਵਿੱਚ ਉਹਨਾਂ ਨੇ ਕੀ ਬੋਲਤਾ ਆ ਕਿ 2 ਔਰ 6 ਇਨਕਲੂਡ ਨਹੀਂ ਹੈਗੇ। ਇਟ ਮੀਨਸ ਕੀ ਹੋ ਗਿਆ ਕਿ ਮਤਲਬ ਜੋ ਵੀ ਨੰਬਰਸ ਆਉਂਦੇ ਆ 2 ਔਰ 6 ਦੇ ਵਿੱਚ ਆਉਂਦੇ ਆ ਫਿਰ ਉਹੀ ਇਨਕਲੂਡ ਹੋਣਗੇ, ਇਸ ਲਈ ਮੈਂ ਉਸ ਲਾਈਨ ਨੂੰ ਕੀ ਕਰਤਾ ਡਾਰਕ। ਹੁਣ ਦੇਖੋ ਅਗਰ ਇਹਨੂੰ ਮੈਂ ਕੀ ਬੋਲਿਆ ਸੀ ਓਪਨ ਬ੍ਰੈਕਟਸ, ਠੀਕ ਆ, ਗੱਲ ਇਹ ਹੋ ਗਿਆ ਓਪਨ, ਦੈਨ ਗੱਲ ਹੋ ਰਹੀ ਹੈ ਇੰਟਰਵਲ ਦੀ, ਤਾਂ ਇਹਦਾ ਕੀ ਨਾਮ ਹੋਏਗਾ ਓਪਨ ਇੰਟਰਵਲ। ਠੀਕ ਆ ਜੀ, ਇਹਦਾ ਨਾਮ ਕੀ ਹੋਊਗਾ ਓਪਨ ਇੰਟਰਵਲ, ਜਿਹਦੇ ਵਿੱਚ 2 ਐਂਡ 6 ਇਨਕਲੂਡ ਨਹੀਂ ਕਰਦੇ, 2 ਐਂਡ 6 ਨਾਟ ਇਨਕਲੂਡਡ। ਠੀਕ ਹੈ ਜੀ, ਹੁਣ ਨੈਕਸਟ ਨੂੰ ਆ ਜਾਓ ਕਿੱਦਾਂ ਪ੍ਰੈਜ਼ੈਂਟ ਕਰੀਏ। ਲਾਈਨ ਪਈ ਹੈ -ਇਨਫਿਨਿਟੀ ਟੂ ਪੋਜ਼ੀਟਿਵ ਇਨਫਿਨਿਟੀ। ਹੁਣ ਗੱਲ ਕੀ ਕਰਦਾ ਹੈ 2 ਦੇ ਨਾਲ ਇਕੁਐਲਿਟੀ ਸਾਈਨ, 6 ਦੇ ਨਾਲ ਇਕੁਐਲਿਟੀ ਸਾਈਨ ਨਹੀਂ ਹੈ, ਮਤਲਬ ਕੀ ਹੋ ਗਿਆ ਕਿ 2 ਇਨਕਲੂਡ 6 ਨਾਟ ਇਨਕਲੂਡਡ। ਇਟ ਮੀਨਸ ਮੈਂ ਕੀ ਲਿਖੂੰਗੀ 2 ਇਨਕਲੂਡ 6 ਨਾਟ ਇਨਕਲੂਡਡ। ਠੀਕ ਹੈ ਜੀ, ਤਾਂ ਲਾਈਨ ਫਿਰ ਮੇਰੀ ਕਿਹੜੀ ਡਾਰਕ ਹੋਏਗੀ 2.2 ਨੰਬਰ ਵੀ ਡਾਰਕ ਹੋਏਗਾ ਔਰ 6 ਤੋਂ ਪਹਿਲਾਂ ਵਾਲੇ ਵੀ ਡਾਰਕ ਹੋਣਗੇ। ਠੀਕ ਹੈ ਜੀ, ਬਟ 6 ਨਹੀਂ ਹੋਏਗਾ ਕਿਉਂਕਿ 6 ਇਨਕਲੂਡਡ ਨਹੀਂ ਹੈ ਨਾ, ਤਾਂ 6 ਨੂੰ ਆਪਾਂ ਡਾਰਕ ਨਹੀਂ ਕਰਾਂਗੇ। ਮੈਂ 2 ਨੂੰ ਵੀ ਡਾਰਕ ਕਰੂੰਗੀ ਔਰ 2 ਤੋਂ ਗ੍ਰੇਟਰ ਜਿੰਨੇ ਵੀ ਨੰਬਰਸ ਆ ਉਹਨਾਂ ਸਾਰਿਆਂ ਨੂੰ ਡਾਰਕ ਕਰੂੰਗੀ, ਬਟ ਉਹ ਜਿਹੜੇ 6 ਤੋਂ ਲੈਸ ਤੱਕ ਹੋਣ। ਠੀਕ ਹੈ ਜੀ, 6 ਨੂੰ ਇਨਕਲੂਡ ਨਹੀਂ ਕਰਨਾ। ਠੀਕ ਆ, ਇਹਨੂੰ ਫਿਰ ਕੀ ਬੋਲਦੇ ਆ ਸੈਮੀ ਕਲੋਜ਼ਡ, ਮਤਲਬ ਸੈਮੀ ਕਲੋਜ਼ਡ ਸੀ ਨਾ, ਸੈਮੀ ਓਪਨ ਵੀ ਬੋਲ ਸਕਦੇ ਹੋ ਉਹਨੂੰ। ਠੀਕ ਹੈ ਜੀ, ਸੈਮੀ ਕਲੋਜ਼ਡ ਇੰਟਰਵਲ, ਇਹਦੇ ਵਿੱਚ ਕੀ ਬੋਲਦਾ ਕਿ 2 ਇਨਕਲੂਡ ਹੁੰਦਾ 6 ਨਾਟ ਇਨਕਲੂਡਡ ਹੁੰਦਾ। ਠੀਕ ਹੈ ਜੀ, ਹੁਣ ਲਾਸਟ ਵਾਲੇ ਨੂੰ ਦੇਖਦੇ ਹਾਂ। ਲਾਈਨ ਪਈ ਆ ਨੰਬਰਿੰਗ ਕਿੰਦੀ ਕਰਦੇ ਇਹਦੇ ਵਿੱਚ ਕੀ ਬੋਲਦੇ ਆ 2 ਦੇ ਨਾਲ ਇਕੁਅਲ ਦਾ ਸਾਈਨ ਨਹੀਂ ਆ, ਇਟ ਮੀਨਸ ਕੀ ਹੋ ਗਿਆ ਕਿ 2 ਇਨਕਲੂਡਡ ਨਹੀਂ ਹੈ। 6 ਦੇ ਨਾਲ ਇਕੁਅਲ ਦਾ ਸਾਈਨ ਹੈ, 6 ਇਨਕਲੂਡਡ ਹੈ, ਮਤਲਬ ਕੀ ਹੋ ਗਿਆ ਕਿ 2 ਨਾਟ ਇਨਕਲੂਡਡ। ਠੀਕ ਆ ਜੀ, 6 ਇਨਕਲੂਡਡ। ਠੀਕ ਆ, ਤਾਂ ਇਹਦਾ ਮਤਲਬ ਕੀ ਹੋ ਗਿਆ ਕਿ 2 ਤੋਂ ਗ੍ਰੇਟਰ ਵਾਲੇ ਨੰਬਰਸ ਔਰ 6 ਤੋਂ ਲੈਸ ਵਾਲੇ ਔਰ 6 ਦੇ ਇਕੁਅਲ ਵਾਲੇ ਨੰਬਰਸ ਨੂੰ ਹੀ ਮੈਂ ਡਾਰਕ ਕਰੂੰਗੀ। ਠੀਕ ਆ, ਇਹਦਾ ਮਤਲਬ ਕੀ ਹੋ ਗਿਆ ਕਿ ਮੈਂ 2 ਤੋਂ ਗ੍ਰੇਟਰ ਵਾਲੇ ਨੰਬਰਸ ਨੂੰ ਡਾਰਕ ਕਰ ਰਹੀ ਹਾਂ ਔਰ 6 ਤੋਂ ਲੈਸ ਤੱਕ ਔਰ 6 ਵਾਲੇ ਨੰਬਰ ਨੂੰ ਵੀ ਮੈਂ ਡਾਰਕ ਕਰ ਰਹੀ ਹਾਂ। ਕਿਉਂ? ਕਿਉਂਕਿ ਉਹਨੇ ਕੀ ਬੋਲਿਆ ਹੈ ਕਿ ਇਕੁਅਲ 6 ਜਾਂ ਫਿਰ ਲੈਸ 6। ਠੀਕ ਹੈ ਜੀ, ਦੈਨ ਇਹਦਾ ਨਾਮ ਕੀ ਹੋਏਗਾ ਫਿਰ? ਠੀਕ ਹੈ ਜੀ, ਇਹਦਾ ਕੀ ਹੋਏਗਾ ਸੈਮੀ ਓਪਨ ਇੰਟਰਵਲ। ਠੀਕ ਆ, ਬਿਕੋਜ਼ ਆਹ ਵਾਲੀ ਬ੍ਰੈਕਟ ਓਪਨ ਆ ਸੈਮੀ, ਦੈਨ ਇਹਦੇ ਵਿੱਚ ਪਹਿਲੀ ਕਲੋਜ਼ ਸੀ, ਇਹਦੇ ਵਿੱਚ ਓਪਨ ਆ। ਠੀਕ ਹੈ ਜੀ, ਸੈਮੀ ਓਪਨ ਇੰਟਰਵਲ, ਦੈਨ ਇਹਦੇ ਵਿੱਚ ਕੀ ਹੋ ਗਿਆ 2 ਨਾਟ ਇਨਕਲੂਡਡ 6 ਇਨਕਲੂਡਡ। ਠੀਕ ਹੈ ਜੀ, ਇਹ ਆਪਣਾ ਸੀਗਾ ਇੰਟਰਵਲਸ। ਹੁਣ ਨੈਕਸਟ ਦੇਖੋ, ਨੈਕਸਟ ਕਿਹੜਾ ਆ ਰਿਹਾ ਯੂਨੀਵਰਸਲ ਸੈੱਟ। ਇੰਟਰਵਲਸ ਦੇ ਤੁਸੀਂ ਇੱਕ ਵਾਰੀ ਸਾਰੇ ਅਵਲੇ ਆ ਇਹਨਾਂ ਨੂੰ ਧਿਆਨ 'ਚ ਰੱਖਣਾ ਹੈ। ਰੀਅਲਸ ਨੰਬਰਸ ਦੇ 4 ਸੈੱਟ ਆਪਾਂ ਲਏ ਆ ਨਾ, ਚਾਰੋਂ ਸੈੱਟਸ ਡਿਫਰੈਂਟ ਆ। ਠੀਕ ਹੈ ਜੀ, ਜਾਂ ਫਿਰ ਦੋਨੋਂ ਹੀ ਲੈਸ ਆ, ਜਾਂ ਫਿਰ ਦੋਨੋਂ ਹੀ ਗ੍ਰੇਟਰ ਆ, ਜਾਂ ਫਿਰ ਦੋਨੋਂ ਇਕੁਐਲਿਟੀ 'ਚ ਆ। ਠੀਕ ਆ, ਉਹ ਵਾਲਾ ਹੋ ਗਿਆ ਜਿਹੜਾ ਇਕੱਠਿਆਂ 'ਚ ਆਉਂਦਾ। ਫਿਰ ਜਾਂ ਕੀ ਹੋ ਗਿਆ ਕਿ ਇੱਕ ਲੈਸ ਆ ਔਰ ਇੱਕ ਇਕੁਐਲਿਟੀ 'ਚ ਆ, ਦੈਨ ਦੂਸਰਾ ਲੈਸ ਜਾਂ ਗ੍ਰੇਟਰ ਆ, ਉਹ ਇਕੁਐਲਿਟੀ 'ਚ ਆ। ਠੀਕ ਹੈ ਜੀ, ਚਾਰੋਂ ਸੈੱਟ ਧਿਆਨ ਦੇਣੇ ਆ। ਨੈਕਸਟ 'ਤੇ ਜਾਂਦੇ ਆ। ਯੂਨੀਵਰਸਲ ਸੈੱਟ ਉਹ ਕੀ ਬੋਲਦਾ ਹੈ ਕਿ ਇਟ ਇਜ਼ ਅ ਸੈੱਟ ਵਿਚ ਕੰਟੇਨਸ ਆਲ ਦਾ ਐਲੀਮੈਂਟਸ ਆਫ ਸਮ ਗਿਵਨ ਸੈਟਸ, ਨਾਟ ਅ ਸੈੱਟ, ਸੈਟਸ। ਠੀਕ ਆ, ਉਹਦੇ ਵਿੱਚ ਕੀ ਹੋ ਸਕਦੇ ਆ ਕਿ ਮੇਰੇ ਕੋਲ A, B ਐਂਡ C ਸੈਟਸ ਆ ਸਕਦੇ ਆ। ਠੀਕ ਹੈ ਜੀ, ਯੂਨੀਵਰਸਲ ਦੇ ਅੰਦਰ ਆਹ ਵਾਲੇ ਸੈਟਸ ਆਰਾਮ ਨਾਲ ਆ ਸਕਦੇ ਆ। ਹੁਣ ਦੇਖਦੇ ਹਾਂ ਫੋਰ ਐਗਜ਼ਾਮਪਲ, ਦੇਖੋ ਮੈਂ ਕੋਈ ਵੀ ਇੱਕ ਰੈਕਟੈਂਗਲ ਲੈ ਲਿਆ। ਠੀਕ ਹੈ ਜੀ, ਉਹਦੇ ਵਿੱਚ ਮੈਂ ਐਲੀਮੈਂਟਸ ਡਰੋਪ ਕਰਤੇ 1 2 3 4 5 6 7। ਠੀਕ ਹੈ ਜੀ, ਆਹ ਵਾਲੇ ਸਾਰੇ ਐਲੀਮੈਂਟਸ ਡਰੋਪ ਕਰਤੇ ਮੈਂ ਅਲੱਗ-ਅਲੱਗ ਜਗ੍ਹਾ 'ਤੇ ਡਰੋਪ ਕੀਤੇ ਆ ਨਾ, ਬਟ ਕਿਤੇ ਕਿਹਦੇ ਵਿੱਚ ਆ ਇੱਕ ਬਾਕਸ ਦੇ ਵਿੱਚ ਜਾਂ ਫਿਰ ਇੱਕ ਰੈਕਟੈਂਗੂਲਰ ਦੇ ਵਿੱਚ। ਠੀਕ ਹੈ ਜੀ, ਡਰੋਪ ਕਰਤੇ। ਹੁਣ ਇਹਨਾਂ ਦੇ ਵਿੱਚ ਸਪੋਜ਼ ਕਰ ਲਓ ਜਿਹੜਾ 1 ਆ ਉਹ ਸੈੱਟ A ਆ। ਠੀਕ ਹੈ ਜੀ, 4 5 ਨੂੰ ਆਪਾਂ ਇੱਕ ਸੈੱਟ ਬਣਾਤਾ B ਔਰ ਇਹਨੂੰ ਮੈਂ ਸੈੱਟ ਬਣਾਤਾ C। ਮਤਲਬ ਮੇਰੇ ਕੋਲ ਰੈਕਟੈਂਗਲ ਦੇ ਅੰਦਰ ਐਲੀਮੈਂਟਸ ਡਰੋਪ ਆਊਟ ਕੀਤੇ ਪਏ ਸੀਗੇ, ਉਹਨਾਂ ਐਲੀਮੈਂਟਸ ਦੇ ਅੰਦਰ ਵੀ ਸੈੱਟ ਹੋ ਰਹੇ ਆ, ਸੈੱਟਸ ਦੇ ਅੰਦਰ ਐਲੀਮੈਂਟਸ ਆ ਰਹੇ ਆ। ਹੁਣ 1 ਕਿਹਦੇ ਅੰਦਰ ਆ ਰਿਹਾ ਸੀ ਸੈੱਟ A ਦੇ ਵਿੱਚ, 4 5 ਕਿਹਦੇ ਅੰਦਰ ਆ ਰਿਹਾ ਸੀ ਸੈੱਟ B ਦੇ ਵਿੱਚ, 3 7 ਕਿਹਦੇ ਵਿੱਚ ਆ ਰਿਹਾ ਸੀ ਸੈੱਟ C ਦੇ ਵਿੱਚ, ਔਰ 2 6 ਐਜ਼ ਦੈਟ ਨੋਰਮਲੀ ਹੀ ਕੋਈ ਵੀ ਐਲੀਮੈਂਟਸ ਪਏ ਹੋਏ ਆ ਬਟ ਉਹ ਕਿਸੇ ਸੈੱਟ 'ਚ ਨਹੀਂ ਆ ਰਹੇ। ਠੀਕ ਹੈ ਜੀ, ਮਤਲਬ ਕੀ ਆ ਕਿ ਇੱਕ ਰੈਕਟੈਂਗਲ ਮੇਰੀ ਐਲੀਮੈਂਟਸ ਨਾਲ ਭਰਿਆ ਪਿਆ ਆ। ਠੀਕ ਆ, ਉਹਦੇ ਵਿੱਚ ਕੋਈ ਸੈੱਟ ਬਣੇ ਪਏ ਆ।
ਹੁਣ ਉਹਨਾਂ ਸੈਟਸ ਨੂੰ ਕੀ ਬੋਲਿਆ ਜਾਂਦਾ ਆ, ਯੂਨੀਵਰਸਲ ਸੈੱਟ। ਕਿਉਂ? ਕਿਉਂਕਿ ਆਹ ਦੇਖੋ 3 ਅਲੱਗ ਸੈੱਟ ਸੀ ਔਰ ਇਹ ਸਿਰਫ ਇੱਕ ਦੇ ਅੰਦਰ ਹੀ ਆਏ ਆ, ਇੱਕ ਰੈਕਟੈਂਗੂਲਰ ਦੇ ਅੰਦਰ ਹੀ ਆਏ ਆ। ਠੀਕ ਆ, ਮੇਰੇ ਕੋਲ ਸੈੱਟ A ਕਿਹੜਾ ਬਣਿਆ 1, B ਕਿਹੜਾ ਬਣਿਆ 4 5, ਦੈਨ C ਸੈੱਟ ਕਿਹੜਾ ਬਣਿਆ ਸੀਗਾ 3 7। ਬਟ ਇਹ ਤਿੰਨੋਂ ਸੈੱਟ ਆਏ ਕਿਹਦੇ ਅੰਦਰ, ਰੈਕਟੈਂਗੂਲਰ ਦੇ। ਔਰ ਰੈਕਟੈਂਗੂਲਰ ਨੂੰ ਆਪਾਂ ਕੀ ਬੋਲਿਆ, ਯੂਨੀਵਰਸਲ ਸੈੱਟ। ਲੱਗੀ ਸਮਝ? ਔਰ ਯੂਨੀਵਰਸਲ ਨੂੰ ਡਿਨੋਟ ਕਿਹਦੇ ਨਾਲ ਕੀਤਾ ਜਾਂਦਾ ਆ, ਯੂ ਦੇ ਨਾਲ। ਠੀਕ ਆ ਜੀ, ਡਿਨੋਟਡ ਬਾਏ ਯੂ। ਠੀਕ ਆ, ਮਤਲਬ ਕੋਈ ਵੀ ਰੈਕਟੈਂਗੂਲਰ ਪਿਆ ਆ ਉਹਦੇ ਵਿੱਚ ਕਿੰਨੇ ਐਲੀਮੈਂਟਸ ਪਏ ਹੋਏ ਆ ਔਰ ਜਿੰਨੇ ਕੁ ਸਮ ਕਿਸੇ ਐਲੀਮੈਂਟਸ ਦੇ ਸੈਟਸ ਬਣੇ ਪਏ ਆ। ਠੀਕ ਆ ਜੀ, ਔਰ ਉਹ ਦੇਖੋ 3 ਡਿਫਰੈਂਟ ਸੈੱਟ ਸੀਗੇ ਔਰ ਉਹ ਪਏ ਸਿਰਫ ਰੈਕਟੈਂਗੂਲਰ ਦੇ ਅੰਦਰ ਸੀ, ਮਤਲਬ ਪਏ ਉਹ ਇੱਕ ਜਗ੍ਹਾ ਹੀ ਆ, ਅਲੱਗ-ਅਲੱਗ 3 ਸੈੱਟ ਬਟ ਪਏ ਇੱਕ ਜਗ੍ਹਾ ਹੀ ਆ। ਔਰ ਜਿਸ ਜਗ੍ਹਾ ਦੇ ਵਿੱਚ ਉਹ ਇਕੱਠੇ ਪਏ ਹੋਏ ਆ ਉਹਨੂੰ ਕੀ ਬੋਲਦੇ ਆ, ਯੂਨੀਵਰਸਲ ਸੈੱਟ। ਠੀਕ ਆ, ਹੁਣ ਆਪਾਂ ਬੁੱਕ ਵਾਲੀਆਂ ਐਗਜ਼ਾਮਪਲਸ ਦੇਖਦੇ ਹਾਂ। ਉਹਨਾਂ ਨੇ ਕੀ ਬੋਲਿਆ ਕਿ ਲੈਟ ਏ ਸੈਟ ਗਿਵਨ ਆ AEIOU। ਠੀਕ ਹੈ ਜੀ, ਐਂਡ B ਸੈਟ ਗਿਵਨ ਆ ABCD। ਉਹਨਾਂ ਨੇ ਕੀ ਬੋਲਿਆ, ਇਜ਼ A ਇਜ਼ ਅ ਸਬਸੈਟ ਆਫ B। ਤੁਸੀਂ ਦੇਖਣਾ ਹੈ ਕਿ A B ਦਾ ਸਬਸੈਟ ਹੈ, ਇਜ਼ B ਅ ਸਬਸੈਟ ਆਫ A। ਉਹਨਾਂ ਨੇ ਕੀ ਬੋਲਿਆ ਕਿ ਤੁਸੀਂ ਚੈੱਕ ਕਰਨਾ ਕਿ A ਸਬਸੈਟ ਹੈਗਾ B ਦਾ ਔਰ B ਸਬਸੈਟ ਹੈਗਾ A ਦਾ। ਠੀਕ ਹੈ ਜੀ, ਔਰ ਸਬਸੈਟ ਦੀ ਆਪਣੀ ਡੈਫੀਨੇਸ਼ਨ ਕੀ ਬੋਲਦੀ ਸੀਗੀ ਕਿ ਜਿੰਨੇ ਐਲੀਮੈਂਟ A ਦੇ ਵਿੱਚ ਪ੍ਰੈਜ਼ੈਂਟ ਆ ਉਹ ਸਾਰੇ ਦੇ ਸਾਰੇ B ਦੇ ਵਿੱਚ ਪ੍ਰੈਜ਼ੈਂਟ ਹੋਣੇ ਚਾਹੀਦੇ ਆ। ਠੀਕ ਆ, ਤੋ ਸਬਸੈਟ ਆ। ਔਰ ਜਿੰਨੇ ਐਲੀਮੈਂਟ B ਦੇ ਵਿੱਚ ਪ੍ਰੈਜ਼ੈਂਟ ਆ ਉਹ ਸਾਰੇ ਦੇ ਸਾਰੇ A ਵਿੱਚ ਪ੍ਰੈਜ਼ੈਂਟ ਹੋਣੇ ਚਾਹੀਦੇ ਆ, ਤੋ ਸਬਸੈਟ ਆ। ਤਾਂ ਆਪਾਂ ਦੇਖਦੇ ਹਾਂ, ਦੇਖੋ A ਦੇ ਸੈੱਟ ਦੇ ਅੰਦਰ ਐਲੀਮੈਂਟ ਪਿਆ A, ਉਹ B ਦੇ ਵਿੱਚ ਪ੍ਰੈਜ਼ੈਂਟ ਆ, ਹਾਂਜੀ ਪ੍ਰੈਜ਼ੈਂਟ ਆ। ਨੈਕਸਟ ਆਉਂਦਾ ਆ A ਦੇ ਵਿੱਚ ਐਲੀਮੈਂਟ E, ਸਿੰਸ E ਤੋਂ ਬਿਲੋਂਗ ਕਰਦਾ ਪਿਆ ਮੇਰਾ A ਨੂੰ, E ਆ A ਨੂੰ ਬਿਲੋਂਗ ਕਰਦਾ ਪਿਆ, ਬਟ E B ਦੇ ਵਿੱਚ ਵੀ ਤੁਹਾਨੂੰ ਦਿਖ ਰਿਹਾ ਆ, ਨਹੀਂ ਜੀ E B ਦੇ ਵਿੱਚ ਨਹੀਂ ਆ। ਤੋ ਇਟ ਮੀਨਸ ਡਜ਼ ਨਾਟ ਬਿਲੋਂਗਸ ਟੂ B। ਆਪਣੀ ਡੈਫੀਨੇਸ਼ਨ ਨੇ ਕੀ ਬੋਲਿਆ ਸੀ ਸਬਸੈਟ ਦੀ ਨੇ ਕਿ A ਦੇ ਸਾਰੇ ਐਲੀਮੈਂਟ B ਵਿੱਚ ਪ੍ਰੈਜ਼ੈਂਟ ਹੋਣੇ ਚਾਹੀਦੇ, ਸਾਰੇ ਐਲੀਮੈਂਟ। ਹੁਣ ਇੱਧਰ ਤੋਂ B ਦੇ ਵਿੱਚ ਸਾਰੇ ਐਲੀਮੈਂਟ A ਵਾਲੇ ਪ੍ਰੈਜ਼ੈਂਟ ਹੈ ਹੀ ਨਹੀਂ, ਇੱਧਰ ਸਿਰਫ A ਹੀ ਪ੍ਰੈਜ਼ੈਂਟ ਆ। ਇਟ ਮੀਨਸ EIOU ਤੋਂ ਇੱਧਰ ਪ੍ਰੈਜ਼ੈਂਟ ਹੀ ਨਹੀਂ ਹੈ। ਇਟ ਮੀਨਸ ਕੀ ਹੋ ਗਿਆ, A ਇਜ਼ ਨਾਟ ਸਬਸੈਟ ਆਫ B। ਨਾਟ ਸਬਸੈਟ ਹੀ ਹੋ ਗਿਆ ਨਾ, ਬਿਕੋਜ਼ ਇਹਦੇ ਜਿੰਨੇ ਵੀ ਐਲੀਮੈਂਟਸ ਉਹ B ਦੇ ਵਿੱਚ ਤਾਂ ਪ੍ਰੈਜ਼ੈਂਟ ਹੀ ਨਹੀਂ ਆ ਸਾਰੇ ਤੇ ਸਾਰੇ। ਦੈਨ ਉਹਨਾਂ ਨੇ ਕੀ ਬੋਲਿਆ ਕਿ ਜੋ ਐਲੀਮੈਂਟਸ B ਦੇ ਵਿੱਚ ਆ ਉਹ ਚੈੱਕ ਕਰੋ A ਦੇ ਵਿੱਚ ਹੈਗੇ ਆ। ਹੁਣ B ਦੇ ਵਿੱਚ A ਆ, ਛੱਡੋ। ਨੈਕਸਟ ਆ ਰਿਹਾ B ਦੇ ਵਿੱਚ B ਐਲੀਮੈਂਟ ਆ ਰਿਹਾ ਔਰ A ਦੇ ਵਿੱਚ ਉਹ ਵਾਲਾ ਐਲੀਮੈਂਟ ਨਹੀਂ ਆ ਰਿਹਾ। ਤਾਂ ਕੀ ਹੋ ਰਿਹਾ, ਅਗੇਨ ਮੇਰਾ ਜਿਹੜਾ B ਉਹ ਤਾਂ B ਨੂੰ ਬਿਲੋਂਗ ਕਰ ਗਿਆ, ਬਟ ਠੀਕ ਆ, ਬਟ ਮੇਰਾ B ਡਜ਼ ਨਾਟ ਬਿਲੋਂਗਸ ਟੂ A ਨੂੰ ਤਾਂ ਬਿਲੋਂਗ ਕੀਤਾ ਹੀ ਨਹੀਂ, ਬਿਕੋਜ਼ B A ਦੇ ਵਿੱਚ ਤਾਂ ਪ੍ਰੈਜ਼ੈਂਟ ਹੈ ਹੀ ਨਹੀਂ ਆ। ਇਟ ਮੀਨਸ ਮੇਰਾ B ਦੇ ਸਾਰੇ ਐਲੀਮੈਂਟਸ A ਦੇ ਵਿੱਚ ਪ੍ਰੈਜ਼ੈਂਟ ਨਹੀਂ ਆ। ਤਾਂ ਕੀ ਬਣ ਗਿਆ, B ਇਜ਼ ਸਬਸੈਟ ਨਾਟ A, ਮਤਲਬ B ਇਜ਼ ਨਾਟ ਆ ਸਬਸੈਟ ਆਫ A। ਲੱਗੀ ਸਮਝ? ਉਹਨਾਂ ਨੇ ਕੀ ਬੋਲਿਆ ਸੀਗਾ ਕਿ 2 ਸੈੱਟ ਗਿਵਨ ਦਿੱਤੇ ਸੀਗੇ ਔਰ ਚੈੱਕ ਕਰਨ ਨੂੰ ਬੋਲਿਆ ਕਿ ਦੇਖੋ A B ਦਾ ਸਬਸੈਟ ਔਰ B A ਦਾ ਸਬਸੈਟ ਹੈ ਜਾਂ ਨਹੀਂ। ਆਪਾਂ ਚੈੱਕ ਕੀਤਾ A ਦੇ ਸਾਰੇ ਐਲੀਮੈਂਟ B 'ਚ ਨਹੀਂ ਪ੍ਰੈਜ਼ੈਂਟ, ਇਹਦਾ ਮਤਲਬ A ਨਾਟ ਸਬਸੈਟ B। ਦੈਨ B ਨੂੰ ਚੈੱਕ ਕੀਤਾ, ਉਹਦੇ ਵਿੱਚ B ਦੇ ਸਾਰੇ ਐਲੀਮੈਂਟ A ਦੇ ਵਿੱਚ ਨਹੀਂ ਹੈਗੇ, ਤਾਂ ਇਹਦਾ ਮਤਲਬ ਕੀ ਹੋ ਗਿਆ ਕਿ B ਇਜ਼ ਨਾਟ ਸਬਸੈਟ ਆਫ A। ਠੀਕ ਆ, ਨੈਕਸਟ ਸੈਕਿੰਡ ਐਗਜ਼ਾਮਪਲਸ ਗਿਵਨ ਦੈਟ ਐਨ ਨੈਚੁਰਲ ਨੰਬਰਸ ਗਿਵਨ ਆ 1 ਤੋਂ ਲੈ ਕੇ 100 ਤੱਕ। ਠੀਕ ਹੈ ਜੀ, ਦੈਨ ਉਹਨੇ ਕੀ ਬੋਲਤਾ, ਦੈਨ ਫਸਟ ਕਿਆ, ਰਾਈਟ ਦਾ ਸਬਸੈਟ A ਆਫ N। ਮਤਲਬ ਮੈਂ ਕੋਈ ਵੀ A ਦਾ ਸਬਸੈਟ ਲਿਖਣਾ ਆ ਔਰ ਉਹਦੇ ਵਿੱਚ ਸਾਰੇ ਕਿਹੜੇ ਆਉਣੇ ਚਾਹੀਦੇ, N ਮੀਨਸ ਨੈਚੁਰਲਸ ਆਉਣੇ ਚਾਹੀਦੇ ਆ, ਇਹਦੇ ਵਿੱਚੋਂ ਹੀ ਐਲੀਮੈਂਟਸ ਸਾਰੇ ਚੂਜ਼ ਕਰਨੇ ਆ। ਕੋਈ ਵੀ ਮੈਂ A ਸਬਸੈਟ ਬਣਾਉਣਾ ਹੈ ਉਹਦੇ ਵਿੱਚ ਸਾਰੇ ਹੀ N ਐਲੀਮੈਂਟਸ ਮਤਲਬ ਨੈਚੁਰਲਸ ਹੀ ਆਉਣੇ ਚਾਹੀਦੇ। ਹੂਜ਼ ਐਲੀਮੈਂਟ ਆਰ ਔਡ ਨੰਬਰਸ, ਔਰ ਕਿਹੜੇ ਆਉਣੇ ਚਾਹੀਦੇ ਆ, ਔਡ ਨੰਬਰ ਆਉਣੇ ਚਾਹੀਦੇ ਆ। ਮੈਂ ਕੋਈ ਵੀ ਸੈੱਟ A ਬਣਾਉਣਾ ਆ ਉਹਦੇ ਵਿੱਚ N ਤੋਂ ਹੀ ਨੰਬਰ ਆਉਣੇ ਚਾਹੀਦੇ, N ਮੀਨਸ ਨੈਚੁਰਲਸ ਤੋਂ ਹੀ ਨੰਬਰ ਆਉਣੇ ਚਾਹੀਦੇ ਆ। ਔਰ ਨੈਚੁਰਲਸ ਤੋਂ ਆਹ ਵਾਲੇ ਨੈਚੁਰਲਸ ਗਿਵਨ ਆ ਨਾ 1 ਤੋਂ ਲੈ ਕੇ 100 ਤੱਕ, ਇਹਨਾਂ ਦੇ ਵਿੱਚੋਂ ਹੀ ਨੰਬਰਸ ਆਉਣੇ ਚਾਹੀਦੇ 1 ਤੋਂ ਲੈ ਕੇ 100 ਤੱਕ, ਔਰ ਆਉਣੇ ਵੀ ਕਿਹੜੇ ਚਾਹੀਦੇ, ਔਡ ਨੰਬਰਸ। ਠੀਕ ਆ, ਤਾਂ ਆਹ ਦੇਖੋ ਲਾਈਨ ਬਣਾਤੀ ਉਹਨੇ, x such that x belongs to n and x is odd। ਠੀਕ ਹੈ ਜੀ, ਤਾਂ ਔਡ ਨੰਬਰਸ ਕਿਹੜੇ ਆ ਜਾਣਗੇ 1 ਤੋਂ ਲੈ ਕੇ 100 ਤੱਕ, 1 3 5 7 9 11 13 15 17 ਅਪ ਟੂ 99, ਬਿਕੋਜ਼ 1 ਤੋਂ ਲੈ ਕੇ 100 ਤੱਕ ਗਿਵਨ ਹੈ ਨਾ, ਤਾਂ ਮੇਰੇ ਕਿੰਨੇ ਆ ਜੂਗੇ ਅਪ ਟੂ 99। ਇਹ ਬਣ ਗਿਆ ਸੈੱਟ। ਨੈਕਸਟ ਰਾਈਟ ਦਾ ਸਬਸੈਟ B, ਮਤਲਬ ਮੈਂ B ਦੇ ਸਬਸੈਟਸ ਲਿਖਣੇ ਆ, ਉਹ ਵੀ N ਵਿੱਚੋਂ ਹੀ ਸਾਰੇ ਨੰਬਰ ਆਉਣੇ ਚਾਹੀਦੇ ਆ, 1 ਤੋਂ ਲੈ ਕੇ 100 ਤੱਕ ਹੀ ਆਉਣੇ ਚਾਹੀਦੇ ਆ। whose elements are represented by x plus 2, x belongs to
ਨੈਚੁਰਲ। ਇਹਦਾ ਮਤਲਬ ਕੀ ਹੋ ਗਿਆ ਕਿ ਮੈਂ ਐਕਸ ਦੇ ਵਿੱਚ ਨੈਚੁਰਲਸ ਨੰਬਰ ਨੂੰ ਪੁੱਟ ਕਰਨਾ ਸ਼ੁਰੂ ਕਰ ਦੇਣਾ ਕਿ x ਇਜ਼ ਇਕੁਅਲ ਟੂ 1 2 3 4 5 6 ਅਪ ਟੂ ਸੋ ਔਨ ਕਿ 100 ਬਣ ਜਾਣ। ਠੀਕ ਆ, ਤਾਂ ਦੇਖਦੇ ਹਾਂ ਪੁੱਟ ਕਰਕੇ। ਨੈਕਸਟ ਉਹਨਾਂ ਨੇ ਕੀ ਲੈ ਲਿਆ, ਹੇਅਰ ਬੀ एक्स आप ले चुके सी, तो की हो गया कि कोई भी बाई ले लिया, वाई इज इक्वल टू एक्स प्लस टू कंडीशन के इक्वल रखता और एक्स के नू बिलोंग कर दिया नैचुरल नो, मतलब आ वाली एक्स के नू बिलोंग करती पई है नैचुरल नो। और इस एक्स दे विच मैं नैचुरल्स नंबर ही पुट करने और किहड़े नंबर्स पुट करूँगी 1 तो लैके 100 तक। ठीक है, तो देखते हैं। ठीक है जी, तो मैं कंडीशन दे विच नैचुरल्स नंबर्स नू पुट करन लगी हाँ। नैचुरल्स किहड़े हो जाणगे 1 2 3 अप टू उन्होंने कितने तक क्या आया 100 तक दिता सी ना। तो मैं देखना है कि मैं पुट कर दी 100 तो अबव आंसर नहीं आना चाहिए। ठीक है जी, तो फिर मैं इत्थे देखना कि मेरी इत्थे कितने तक हो जाएंगे। ठीक है, तो इत्थे की आ 100 तक लेके जाने मैं। ठीक है जी, बट ये किया कि मेरे 100 तो अबव नहीं आने चाहिए। फस्ट ऑफ ऑल कंडीशन च पुट करो। कंडीशन की आ मैं पुट किया 1 बिलोंग करता पाया नैचुरल नू, यस करता है। तो कंडीशन दे विच पुट कर दो वाई इज इक्वल टू एक्स प्लस टू, मतलब एक्स की जगह तो मैं पुट किया 1, तो कितना आ गया 1 प्लस 2 इज इक्वल टू 3। वाई का आंसर कितना आ गया 3। नैक्सट 2 बिलोंग करता नैचुरल नू, यस पुट करो 2 प्लस 2 आंसर इज 4। नैक्सट 3 बिलोंग करता नैचुरल नू, यस 2 प्लस 3 5। ठीक है, नैक्सट 4 बिलोंग करता नैचुरल नू, यस दैन 4 प्लस 3 ओ सॉरी। ठीक है, मतलब 2 वाली कंडीशन एक्स प्लस 2 सी ना, फिर 2 कॉन्स्टेंट रहना है, मोल ही चेंज होंगे। 1 एक्स की जगह पर पुट किया, फिर एक्स की जगह पर 2, एक्स की जगह पर 3, एक्स की जगह पर 4, 2 एज इट इज़, तो कितना हो गया 6। ठीक है, अगेन 5 बिलोंग्स टू नैचुरल, वाई इज इक्वल टू 5 प्लस 2 7। नेक्स्ट 6 बिलोंग्स टू नैचुरल, वाई इज इक्वल टू 6 प्लस 2 8। ठीक है जी, अप टू सो ऑन मैं कितों तक पुट करना कि आंसर मेरा 100 तक आ जाए। ठीक है जी, हुण मैं पुट करन लगी हाँ 98 बिलोंग करता नैचुरल नू, यस एक्स की जगह पर पुट करता 98 नाल की आ रहा सी प्लस 2, तो कहते इक्वल आ गया 100 दे। ठीक है, हुण अगर मैं इत्थे पुट करूँगी 99 बिलोंग्स टू एन, वाई का आंसर कितना हो गया 99 प्लस 2 इज इक्वल टू 101। 100 तो अबव आ गया, बट मैनू कंडीशन दे विच सैट कितना गिवन सी सिर्फ 1 तो लैके 100 तक। ठीक है जी, तो मेरे को हुण सारे आ जिन्ने भी बनते पे आ, मैं वाई के आंसरस लिखने हैं ना बी दे विच, बी सैट मेरा वाई ही ही करता पाया रिप्रजेंटेड। तो मेरे को बी सैट के किन्ने एलीमेंट्स आ रहे हैं 3 4 5 6 आ सारे वाई के आंसरस आ रहे हैं ना। तो कितना हो गया 3 4 5 6 7 8 अप टू सो ऑन करके कितों तक आ गया 100 तक। ठीक है जी, मेरे को बी सैट भी बन गया नैचुरल्स नंबर का। ठीक है, उन्होंने यही बोलिया सीगा कि बी सैट बनाओ नैचुरल नंबर्स का और वो रिप्रजेंट करनी चाहिए कंडीशन एक्स प्लस 2, और आप सारी रिप्रजेंट करके नंबर्स बना के सैट बना लिया। ठीक है जी, थर्ड भी सेम आ, देखो ई सैट गिवन है, उन्होंने की बोलिया एन रिप्रजेंट एनी मैंबर ऑफ ई, मतलब की है एन किया कि ई दा ही मैंबर होगा, ई दा ही कोई ना कोई एलीमेंट होगा एन। दैन राइट द फॉलोइंग सैट्स कंटेनिंग ऑल नंबर्स रिप्रजेंट। फस्ट किहड़ा एन प्लस 1 की कंडीशन आ, सैकेंड एन स्क्वेयर की कंडीशन आ। पहले दे विच देखो मेरे को सैट किहड़े गिवन आ, सैट ई दे विच आ वाले एलीमेंट्स गिवन आ 2 4 6 8 10 लिखते। एक्स ले लिया, कंडीशन किहड़ी गिवन दी उन्हें एन प्लस 1, एन किनू बिलोंग करता है ई नू। ठीक है जी, तो यह मतलब किया कि मेरा एन किनू बिलोंग करता पाया ई नू, और ई दे विच पहला एलीमेंट किहड़ा आ रहा 2, तो मैं 2 पुट किया एक्स ते, एक्स की वैल्यू फाइंड करने लिए एन की जगह तो फिर मैं इत्थे 2 लिख दूँगी, क्योंकि ये नैचुरल्स की गल नहीं करता पाया। ठीक है, ये कि गल करता पाया है सैट ई दी, और ई दे विच जिहड़े एलीमेंट्स आप उन्होंने ही लैके जाना। पहला 2 आ, 2 दे विच मैं 1 नू ऐड कराया, कितना हो गया 3, दैन 2 दे विच 1 ऐड करा के 3 हो गया। दैन मेरे को नैक्सट एलीमेंट 4, 4 दे विच एन नू लै रही है ना, 4 एन की जगह तो मैं 4 पुट करता, दैन 1 एज इट इज़ आंसर इज़ 5। नैक्सट 6 एन दे विच पुट कर दो, 6 प्लस 1 7, दैन नैक्सट 8 8 प्लस 1 9, दैन 10 10 प्लस 1 11 बन गया मेरे को सैट। ठीक है जी, देखो मैं पेंसिल इत्थे भी बना के भी दस्या होया है 2 प्लस 1 4 प्लस 1 6 प्लस 1 8 प्लस 1 10 प्लस 1, क्योंकि जो 2 4 6 8 10 आ वो सारे ई दे ही एलीमेंट्स आ। ठीक है, नैक्सट गल करता पाया वो एन स्क्वेयर दी। एन स्क्वेयर दी एन की है कि कोई भी एलीमेंट आ, कोई भी मैंबर है ई दा, और ई दे मैंबर अपने को किहड़े किहड़े सी 2 4। ठीक है जी,
ਕਿਹੜੀ ਕਿਹੜੀ ਸੀ 2 4 6 8 10 तो n ਦੀ ਸਕੇਅਰ ਮਤਲਬ ਇਹਨਾਂ ਐਲੀਮੈਂਟਸ ਦੀ ਸਕੇਅਰ 2 ਦੀ ਸਕੇਅਰ 4 ਦੀ ਸਕੇਅਰ 6 ਦੀ ਸਕੇਅਰ 8 ਦੀ ਸਕੇਅਰ 10 ਦੀ ਸਕੇਅਰ ਤਾਂ ਕੀ ਬਣ ਗਿਆ 2 ਦੀ ਸਕੇਅਰ ਆਂਸਰ ਇਜ਼ 4x ਦਾ ਦੈਨ ਫਿਰ 4 ਦੀ ਸਕੇਅਰ 16 ਦੈਨ ਅਗੇਨ same as that 6 the square 36 then 8 the square 64 then 10 the square 100 ठीक है जी मेरे को बी सैट आवाला बन जाऊगा ठीक है जी स्क्वेयरिंग करके आप एन का आंसर फाइंड करने हैं ना फैक्ट्स के नैक्सट आ गया मेक correct statements by filling the symbols subset or not subset in the blank space ਹੁਣ ਦੇਖੋ 2 3 4 dash 1 2 3 4 5 ਹੁਣ ਆ ਦੇਖੋ 2 3 4 ਜਿੰਨੇ ਐਲੀਮੈਂਟਸ ਹੋਏ ਇਹਦੇ ਵਿੱਚ ਪ੍ਰੈਜ਼ੈਂਟ ਆ 2 3 4 ਯੈਸ ਤਾਂ ਕੀ ਹੋ ਗਿਆ 2 3 4 सबसेट 1 2 3 4 5 ठीक है जी तो ਇਹਦਾ ਕੀ ਹੋ ਜਾਊਗਾ सबसेट ठीक है सबसेट ਆ ਨਾ ਕਿਉਂਕਿ ਜਿੰਨੇ ਵੀ ਐਲੀਮੈਂਟ ਮੇਰੇ ਇਹਦੇ ਵਿੱਚ ਪ੍ਰੈਜ਼ੈਂਟ ਉਹ ਇੱਧਰ ਹੈਗੇ ਆ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ A ਇਜ਼ ਅ सबसेट ਆਫ B ਠੀਕ ਆ ਨੈਕਸਟ ABC ਸਪੇਸ BC D ਹੁਣ ਕੀ ਆ ਇਹਦੇ ਸਾਰੇ ਐਲੀਮੈਂਟ ਇੱਧਰ ਪ੍ਰੈਜ਼ੈਂਟ ਨਹੀਂ ਆ ਇਟ ਮੀਨਸ ਦਿਸ सेट इज़ नॉट अ सबसेट ऑफ दिस सेट ठीक है जी तो की हो गया नॉट सब इक्वल या फिर नॉट सबसेट नैक्सट एक्स इज़ अ स्टूडेंट ऑफ क्लास 11th ऑफ योर स्कूल ਤੁਹਾਡੇ ਸਕੂਲ ਦੀ 11ਵੀਂ ਕਲਾਸ ਦੇ ਬੱਚੇ ਠੀਕ ਆ ਇਸ ਸੈੱਟ 'ਚ ਪ੍ਰੈਜ਼ੈਂਟ ਆ ਨੈਕਸਟ ਉਹਨੇ ਕੀ ਬੋਲਤਾ ਕਿ ਸਟੂਡੈਂਟ ਆਫ ਯੂਰ ਸਕੂਲ ਤੁਹਾਡੇ ਸਕੂਲ ਦੇ ਬੱਚੇ ਹੁਣ ਦੇਖੋ ਗੱਲ ਕੀ ਕਰਦਾ ਪਿਆ ਤੁਹਾਡੇ ਸਕੂਲ ਦੇ ਬੱਚਿਆਂ ਦੀ ਗੱਲ ਕਰਦਾ ਪਿਆ ਉਹ ਚਾਹੇ ਫਿਰ 11th ਕਲਾਸ ਦੇ ਹੋਣ ਚਾਹੇ ਫਿਰ ਉਹ 9th ਕਲਾਸ ਦੇ ਹੋਣ ਹੈਗੇ ਤਾਂ ਤੁਹਾਡੇ ਹੀ ਸਕੂਲ ਦੇ ਬੱਚੇ ਆ ਨਾ ਹੁਣ ਦੇਖੋ ਆ ਸਾਰੇ ਸਕੂਲ ਦੇ ਬੱਚਿਆਂ ਦੇ ਅੰਦਰ 11th ਕਲਾਸ ਆਂਦੀ ਹੋਊਗੀ ਹਾਂਜੀ ਆਂਦੀ ਹੋਊਗੀ ਇਟ ਮੀਨਸ 11th ਦੇ ਸਾਰੇ ਬੱਚੇ ਪੂਰੇ ਸਕੂਲ ਦੇ ਬੱਚਿਆਂ ਦੇ ਵਿੱਚ ਆਂਦੇ ਹੀ ਹੋਣਗੇ ਹੈ ਨਾ ਯੈਸ ਆਂਦੇ ਹੀ ਹੋਣਗੇ ਦੈਟ ਮੀਨਸ ਇਟ ਇਜ਼ ਅ ਸਬਸੈਟ ਆਫ ਦਿਸ ਸੈਟ ਠੀਕ ਆ ਜੀ ਨੈਕਸਟ ਆ ਗਿਆ x is a circle in the plane x such that x is a circle in the plane ठीक है जी नेक्स्ट की हो रहा फिर स्पेस x is a circles in the same plane with radius 1 unit एक तो सिंपल सर्कल देता दैन बाद विच जिहड़ा एक होर सर्कल दा प्लेन बोलिया उन्हें की बोलता नाल रेडियस देता 1 यूनिट तो ਇਹਦਾ ਮਤਲਬ ਕੀ ਆ ਗਿਆ ਕਿ ਨॉट ਇਕੁਅਲ ਹੀ ਹੋ ਜਾਏਗਾ ਨॉट सबसेट हो जाएगा बिकॉज मैंने पहले वाले का नहीं ना पता कि कितना रेडियस होएगा ठीक है जी दैन फिर दूसरे वाले का उन्हें की बोलता है कि रेडियस 1 आ इट मीन्स की हो गया कि नॉट सबसेट ठीक है नेक्स्ट एक्स सच दैट एक्स इज़ अ ट्राइंगल इन अ प्लेन स्पेस एक्स सच दैट एक्स इज़ अ रिक्टेंगल इन द प्लेन ट्राइंगल और रिक्टेंगल दोनों डिफरेंट चीज़ां हो गई ठीक है दोनों डिफरेंट फिगर्स हो गई इट मीन्स नॉट सबसेट ठीक है जी नेक्स्ट आ गया एक्स सच दैट एक्स इज़ एन इक्विलेटरल ट्राइंगल इन अ प्लेन इक्विलेटरल मतलब इक्वल ਜਿਹੜੀਆਂ ਸਾਈਡਸ ਹੁੰਦੀਆਂ ਨਾ ਇਕੁਅਲ ਟ੍ਰਾਇੰਗਲ ਦੈਨ ਇਕੁਇਲੇਟਰਲ 'ਚ ਤੁਸੀਂ ਇਹ ਦੇਖਦੇ ਨਾ ਮੈਂਸ਼ਨ ਇਨ ਸ਼ਾਰਟ 'ਚ ਦੇ ਇੰਸਟੈਂਟ ਵਾਲੀ ਪਕੜਨੀ ਹੋਵੇ ਤਾਂ ਇਕੁਅਲ ਨੈਕਸਟ ਵਨ ਕੀ ਬੋਲਤਾ ਹੈ ਸਪੇਸ ਐਕਸ ਸਚ ਦੈਟ ਐਕਸ ਇਜ਼ ਅ ट्राइंगल इन द सेम प्लेन ਗੱਲ ਦੋਨੋਂ ਸਾਈਡ ट्राइंगल ਦੀ ਹੋ ਰਹੀ ਹੈ ਇੱਧਰ ਇਕੁਅਲ ਬੋਲਤਾ ਇੱਧਰ ਸੇਮ ਬੋਲਤਾ ਗੱਲ ਤਾਂ ਸੇਮ ਹੀ ਹੋ ਗਈ ਨਾ ਇਕੁਅਲ ਇਜ਼ ਇਕੁਅਲ ਟੂ ਸੇਮ ਸੇਮ ਇਜ਼ ਇਕੁਅਲ ਟੂ ਇਕੁਅਲ ਦੋਨੋਂ ਸੇਮ ਹੁੰਦੇ ਆ ਅਤੇ ਇਹਦਾ ਮਤਲਬ ਕੀ ਹੋ ਗਿਆ ਕਿ ਸਬਸੈਟ ਹੋ ਜਾਊਗਾ ठीक है जी नेक्स्ट एक्स सच दैट एक्स इज़ एन ईवन नैचुरल नंबर डैश एक्स सच दैट एक्स इज़ एन इंटीजर हुण देखो इंटीजर्स के अंदर नैचुरल ईवन नैचुरल्स नंबर आ सकते हैं हाँ जी आ सकते हैं बिकॉज इंटीजर्स के तो बहुत सारे नंबर आते हैं बट उन्होंने इतने गल करती ईवन नैचुरल नंबर्स की तो आई सकते हैं इट मीनस मेरे को जिन्ने भी जो भी सैट ए दे एलीमेंट प्रेजेंट हो वी दे हैगा आ हाँ जी हैगा है तो की हो जाएगा दिस सैट इज़ अ सबसैट ऑफ दिस सैट ठीक आ उन्होंने हुण ए भी नहीं दिता होया उन्होंने उदा बना के दे दिता और तुसीं इन्हां नूं अगर मतलब रफ च सॉल्व करना हो लैके तो तुसीं ए भी लिख सकते हो तो की हो जाएगा ए इज़ अ सबसैट ऑफ बी ए इज़ अ नॉट सबसैट ऑफ बी ईजी रह जाऊगा ठीक आ नैक्सट हाउ मैनी सबसैट डज दैट ए ਇਹ ਸੈੱਟ ਗਿਵਨ ਆ ਕਿ ਇਹਦੇ ਵਿੱਚ ਕਿੰਨੇ ਸਬਸੈਟ ਹੋਣਗੇ ਉਹਨਾਂ ਨੇ ਕੀ ਬੋਲਿਆ ਹੈ ਕਿ ਦੱਸੋ ਔਰ ਉਹਨਾਂ ਨੂੰ ਲਿਖੋ ਵੀ ਠੀਕ ਹੈ ਜੀ ਹਾਂਜੀ ਫਸਟ ਆਫ ਆਲ ਇੰਸਟੈਂਟ ਜਦੋਂ ਮੈਂ ਚੁੱਕਣਾ ਹੈ ਕਿਹੜਾ ਫਾਰਮੂਲਾ ਲੱਗਦਾ ਹੁੰਦਾ ਸੀ ਆਪਾਂ 2 ਦੀ ਪਾਵਰ n ਲਿਖ ਦਿੰਦੇ ਸੀ ਠੀਕ ਹੈ ਜੀ ਇਹੀ ਹੁੰਦਾ ਸੀ ਆਪਣਾ ਮੇਨ ਫਾਰਮੂਲਾ ਜਦੋਂ ਆਪਾਂ ਸਬਸੈਟ ਫਾਈਂਡ ਕਰਨੇ ਹੁੰਦੇ ਆ 2 ਦੀ ਪਾਵਰ n ਠੀਕ ਆ ਹੁਣ ਇੱਥੇ ਕਿੰਨੇ ਆ 3 ਐਲੀਮੈਂਟਸ ਆ ਤਾਂ ਕਿੰਨਾ ਹੋ ਗਿਆ n ਦੀ ਜਗ੍ਹਾ 'ਤੇ 3 ਲਿਖਤਾ ਇਟ ਮੀਨਸ ਮੇਰੇ ਕੋਲ ਕਿੰਨੇ ਆਣੇ ਚਾਹੀਦੇ ਆ 8 ਐਲੀਮੈਂਟਸ ਆਣੇ ਚਾਹੀਦੇ ਆ ਦੇਖੋ ये हैज़ अ 3 डिफरेंट एलिमेंट्स 3 में पुट किया तो यही हो गया नंबर ऑफ सबसेट ऑफ ए इज़ 2 दी पावर 3 देन आंसर इज़ 8
तो सबसੈਟ ਕਿਹੜੇ ਬਣਨਗੇ? ਇੱਕ ਤੋਂ ਕੀ ਆ ਕਿ ਉਹਦੇ ਵਿੱਚ ਏ ਦੀ ਕੁਆਲਿਟੀ ਮਤਲਬ ਏ ਸਿਸਟਰ ਹੋ ਗਈ, ਉਹਦੇ ਵਿੱਚ ਕੀ ਆ ਕਿ ਇੱਕ ਹੀ ਬ੍ਰਦਰ ਦੇ ਅੰਦਰ ਇੱਕ ਹੀ ਕੁਆਲਿਟੀ ਆਊਗੀ, ਜਾਂ ਤਾਂ ਏ ਕੁਆਲਿਟੀ ਆ ਗਈ, ਜਾਂ ਫਿਰ ਬੀ ਕੁਆਲਿਟੀ ਆ ਗਈ, ਜਾਂ ਫਿਰ ਸੀ ਕੁਆਲਿਟੀ ਆ ਗਈ, ਜਾਂ ਫਿਰ ਬ੍ਰਦਰ ਦੇ ਅੰਦਰ ਪਹਿਲੀਆਂ 2 ਕੁਆਲਿਟੀਜ਼ ਆ ਜਾਣਗੀਆਂ, ਜਾਂ ਫਿਰ ਪਿਛਲੀਆਂ 2 ਆ ਜਾਣਗੀਆਂ, ਜਾਂ ਫਿਰ ਹੋ ਸਕਦਾ ਪਹਿਲੀ ਆ ਜਾਵੇ ਔਰ ਤੀਸਰੀ ਵਾਲੀ ਆ ਜਾਵੇ, ਜਾਂ ਫਿਰ ਹੋ ਸਕਦਾ ਕਿ ਬ੍ਰਦਰ ਸੁਪਰਸੈਟ ਹੀ ਬਣ ਜਾਵੇ, ਸੀ ਦੀਆਂ ਸਾਰੀਆਂ ਆਪਣੀ ਸਿਸਟਰ ਦੀਆਂ ਸਾਰੀਆਂ ਪ੍ਰੋਪਰਟੀਜ਼ ਕੈਚ ਕਰ ਲਵੇ, ਤਾਂ ਕੀ ਹੋ ਗਿਆ ABC। ਜਾਂ ਫਿਰ ਆਪਸ਼ਨ ਕੀ ਹੁੰਦੀ ਆ ਕਿ ਬ੍ਰਦਰ ਨਿਕੰਮਾ ਹੀ ਆ, ਨਲਾਇਕ ਆ, ਸਿਸਟਰ ਦੀ ਕੋਈ ਕੁਆਲਿਟੀ ਨਾ ਕਲੈਕਸ਼ਨ ਚਲਾਵੇ, ਤਾਂ ਕੀ ਹੋ ਗਿਆ 5 ਸੈਟ ਖਾਲੀ। ਤਾਂ ਇਹਨਾਂ ਨੂੰ ਕਾਊਂਟ ਕਰੋ 1 2 3 4 5 6 7 8 ਟਰੂ। ਠੀਕ ਆ। ਨੈਕਸਟ ਆ ਗਿਆ ਰਾਈਟ ਡਾਊਨ ਆਲ ਦਾ ਪ੍ਰੋਪਰ ਸਬਸੈਟ ਆਫ 1 to 5। ਇਹਦੇ ਪ੍ਰੋਪਰ ਸਬਸੈਟ, ਆਪਣੇ ਪ੍ਰੋਪਰ ਸਬਸੈਟ 'ਚ ਕੀ ਬੋਲਦਾ ਸੀਗਾ? ਉਹ ਕੀ ਬੋਲਦਾ ਸੀ ਕਿ ਸੁਪਰਸੈਟ ਨਹੀਂ ਆਉਣਾ ਚਾਹੀਦਾ ਉਹਦੇ ਵਿੱਚ। ਪ੍ਰੋਪਰ ਸਬਸੈਟ 'ਚ ਕੀ ਆਉਣਾ ਸੀ? ਸੁਪਰਸੈਟ ਨਹੀਂ ਆਉਣਾ ਚਾਹੀਦਾ ਸੀ, ਬਾਕੀ ਸਾਰੇ ਉਹਦੇ ਸੈਟਸ ਆ ਸਕਦੇ ਆ। ਠੀਕ ਹੈ ਜੀ। ਔਰ ਬਟ ਇੱਥੇ ਦੇਖੋ ਇਹਨਾਂ ਨੇ ਇੱਕ 5 ਆਪਾਂ ਲਿਖਦੇ ਹੁੰਦੇ ਸੀ ਨਾ 5, ਬਟ ਇਹਨਾਂ ਨੇ ਇੱਥੇ 5 ਨਹੀਂ ਲਿਖਿਆ, ਤਾਂ ਇਹਦਾ ਇੱਕ ਨੋਟ ਹੋਰ ਦੇਖਦੇ ਹਾਂ। ਦੇਖੋ ਜਿਹੜਾ ਉਹਨਾਂ ਨੇ ਇੱਥੇ 5 ਨਹੀਂ ਮੈਂਸ਼ਨ ਕੀਤਾ ਸੀਗਾ ਨਾ ਪ੍ਰੋਪਰ ਸਬਸੈਟ 'ਚ, ਉਹ ਕੀ ਹੋ ਗਿਆ 5 ਐਂਡ A ਆਰ ਆ ਕਾਲਡ ਇੰਪਰੋਪਰ ਸਬਸੈਟ ਆਫ A। ਠੀਕ ਆ। A ਜਿਹੜਾ ਆਪਾਂ ਨੂੰ ਗਿਵਨ ਹੀ ਹੁੰਦਾ ਆ, ਔਰ 5 ਜਿਹੜਾ ਆਪਾਂ ਲੈਂਦੇ ਹੁੰਦੇ ਇੱਕ ਖਾਲੀ, ਕਿ ਉਹ ਕੀ ਹੋ ਗਿਆ ਇੰਪਰੋਪਰ, ਦੈਟਸ ਵਾਈ ਉਹਨਾਂ ਨੇ ਨਹੀਂ ਲਿਖਿਆ। ਠੀਕ ਆ। ਕਨਫਿਊਜ਼ ਨਹੀਂ ਹੋਣਾ, ਨੋਟ ਇੱਕ ਵਾਰੀ ਦੇਖ ਲਿਓ ਛੋਟਾ ਜਿਹਾ। ਦੈਨ ਐਗਜ਼ਾਮਪਲ 7 'ਚ ਕੀ ਬੋਲਿਆ? ਡਿਸਾਈਡ ਅਮੰਗ ਦਾ ਫੋਲੋਇੰਗ ਸੈਟਸ ਵਿਚ ਆਰ ਸਬਸੈਟ ਆਫ ਵਿਚ। ਕੀ ਬੋਲਿਆ ਕਿ ਪਹਿਲਾਂ ਤੁਸੀਂ ਇਹਨਾਂ ਸਾਰਿਆਂ ਨੂੰ ਜਿੰਨੇ ਵੀ ਆ ਸੈਟ A B C D ਦਿੱਤੇ ਹੋਏ ਇਹਨਾਂ ਨੂੰ ਸੋਲਵ ਆਊਟ ਕਰ ਲਓ। ਦੈਨ ਇਹਨਾਂ ਨੂੰ ਦੇਖੋ ਕਿ ਆਪਸ 'ਚ ਕੋਈ ਸਬਸੈਟ ਬਣਾ ਰਹੇ ਆ। ਠੀਕ ਆ। ਫਸਟ ਆਫ ਆਲ A ਕੀ ਬੋਲਦਾ ਹੈ? ਆਲ ਰੀਅਲ ਨੰਬਰ ਸੈਟਿਸਫਾਈ x² - 8x + 12 = 0। ਮਤਲਬ ਇਕੁਏਸ਼ਨ ਦਿੱਤੀ ਆ, ਫੈਕਟਰਾਈਜੇਸ਼ਨ ਕਿਤੋਂ ਕਰੋ ਉਸ ਇਕੁਏਸ਼ਨ ਦੀ। ਠੀਕ ਆ। ਇਹਨਾਂ ਨੇ ਮਤਲਬ ਸ਼ਾਰਟਸ ਕੀਤੀ ਆ, ਤਾਂ ਤੁਸੀਂ ਇਹਦੇ ਫੈਕਟਰਸ ਕਿੱਦਾਂ ਬਣਾਓਗੇ? x² - 6x - 2x + 12 = 0। ਠੀਕ ਆ। 6 ਔਰ 2 ਕਿੰਨਾ ਹੋ ਗਿਆ ਆ 8, ਔਰ 6 × 2 ਵੀ ਕਿੰਨਾ ਹੁੰਦਾ 12। ਠੀਕ ਆ ਜੀ। तो आ बन गया। और जो तुसीं उन्हां दी फैक्टराइजेशन की एक्स दे मेरे को किहड़े एलीमेंट्स आए 2 और 6, बी दे एलीमेंट्स मेरे को किन्ने गिवन सी 2 4 6, सी दे एलीमेंट्स किन्ने आ 2 4 6 8 अप टू सो ऑन, डी दे किन्ने आ 6। और अपनी सबसैट की इक्वेशन ਜਾਂ ਡੈਫੀਨੇਸ਼ਨ ने की बोलिया सी कि जो भी साडा सैट एक होएगा वो दूसरे सैट दे विच अगर प्रेजेंट आ, मतलब ए सैट बी दे विच प्रेजेंट आ, तो तुहाडा वो सबसैट है। ਹੁਣ ਇਹਦੇ ਵਿੱਚ 6 ਸਭ ਤੋਂ ਛੋਟਾ, ਜਿਹਦੇ ਕੋਲ ਇੱਕ ਹੀ ਐਲੀਮੈਂਟ ਆ। ਤਾਂ ਮੈਂ ਪਹਿਲਾਂ ਡੀ ਵਾਲਿਆਂ ਨੂੰ ਚੱਕ ਲੈਂਦੀ ਹਾਂ। ਡੀ ਦੇਖਦੇ ਹਾਂ ਆਪਾਂ ਕਿਹਦਾ ਸਬਸੈਟ ਬਣਦਾ ਹੈ ਔਰ ਕਿਹਦਾ ਨਹੀਂ। ਫਸਟ ਆਫ ਆਲ ਡੀ ਦੇਖੋ, ਏ ਦਾ ਸਬਸੈਟ ਹੋ ਸਕਦਾ? ਹਾਂਜੀ ਹੋ ਸਕਦਾ, ਬਿਕੋਜ਼ ਡੀ ਦੇ ਅੰਦਰ 6 ਆ ਔਰ 2 ਦੇ ਅੰਦਰ 2 ਔਰ 6 ਆ, ਮਤਲਬ 6 ਤਾਂ ਹੈਗਾ ਨਾ ਇਹਦੇ ਅੰਦਰ। ਤਾਂ ਕੀ ਹੋ ਗਿਆ? ਡੀ ਇਜ਼ ਅ ਸਬਸੈਟ ਆਫ ਏ। ਦੈਨ ਡੀ ਇਜ਼ ਅ ਸਬਸੈਟ ਆਫ ਬੀ। ਯੈਸ, ਕਿਉਂਕਿ 6 ਐਲੀਮੈਂਟ ਇੱਧਰ ਵੀ 6 ਆ, ਤਾਂ ਡੀ ਇਜ਼ ਆਲਸੋ ਸਬਸੈਟ ਆਫ ਬੀ। ਦੈਨ ਡੀ ਇਜ਼ ਅ ਸਬਸੈਟ ਆਫ ਸੀ। ਯੈਸ, ਠੀਕ ਆ। ਮਤਲਬ ਡੀ ਦਾ 6 ਐਲੀਮੈਂਟ ਇਹਦੇ ਵਿੱਚ ਪ੍ਰੈਜੈਂਟ ਆ, ਇਜ਼ ਆਲਸੋ। ਨੈਕਸਟ ਆ ਜਾਓ ਏ ਇਜ਼ ਅ ਸਬਸੈਟ ਆਫ ਬੀ। ਇਹਦੇ ਵਿੱਚ ਕਿਹੜੇ ਐਲੀਮੈਂਟਸ ਆ 2 6, ਬੀ ਦੇ ਵਿੱਚ ਕਿਹੜੇ ਆ 2 4 6, ਮਤਲਬ 2 ਤਾਂ 6 ਹੈਗੇ ਆ ਨਾ। ਇਹਦਾ ਮਤਲਬ ਏ ਮੇਰਾ ਸਬਸੈਟ ਹੋ ਗਿਆ ਬੀ ਦਾ। ਯੈਸ ਹੋ ਗਿਆ। ਦੈਨ ਮੇਰਾ ਏ ਇਜ਼ ਅ ਸਬਸੈਟ ਆਫ ਸੀ। ਉਹਦੇ ਵਿੱਚ ਕੀ ਆ 2 4 6 8, ਇੱਧਰ ਕੀ ਆ 2 6, ਮਤਲਬ ਏ ਦੇ ਤਾਂ ਜਿੰਨੇ ਵੀ ਐਲੀਮੈਂਟਸ ਉਹ ਤਾਂ ਸਾਰੇ ਪ੍ਰੈਜੈਂਟ ਆ ਨਾ ਸੀ ਦੇ ਵਿੱਚ। ਤਾਂ ਕੀ ਹੋ ਗਿਆ? ਏ ਇਜ਼ ਅ ਸਬਸੈਟ ਆਫ ਸੀ। ਠੀਕ ਆ। ਹੁਣ ਨੈਕਸਟ ਦੇਖੋ ਬੀ ਦੇ ਐਲੀਮੈਂਟਸ ਕਿੰਨੇ ਆ 2 4 6, ਬੀ ਇਜ਼ ਅ ਸਬਸੈਟ ਆਫ ਸੀ। ਯੈਸ, ਜਿੰਨੇ ਵੀ ਬੀ ਦੇ ਐਲੀਮੈਂਟਸ ਆ ਸਾਰੇ ਦੇ ਸਾਰੇ ਸੀ ਦੇ ਵਿੱਚ ਪ੍ਰੈਜੈਂਟ ਆ। ਬੀ ਇਜ਼ ਅ ਸਬਸੈਟ ਆਫ ਸੀ। ਠੀਕ ਆ। ਏ ਇਜ਼ ਅ ਸਬਸੈਟ ਆਫ ਬੀ ਆਪਾਂ ਦੇਖ ਲਿਆ, ਏ ਇਜ਼ ਅ ਸਬਸੈਟ ਆਫ ਸੀ ਵੀ ਆਪਾਂ ਦੇਖ ਲਿਆ। ਠੀਕ ਆ ਜੀ। ਨੈਕਸਟ ਦੇਖੋ ਕੀ ਬੋਲਦਾ ਆ? ਫਾਈਂਡ ਦਾ ਪਾਵਰ ਸੈਟ ਆਫ ਦਿਸ। ਮਤਲਬ ਮੇਰੇ ਕੋਲ ਕੋਈ ਵੀ ਏ ਸੈਟ ਗਿਵਨ ਆ। ਠੀਕ ਹੈ ਜੀ। ਪਾਵਰ ਸੈਟ ਫਾਈਂਡ ਕਰਨਾ। ਪਾਵਰ ਸੈਟ ਫਾਈਂਡ ਕਰਨਾ ਇਟ ਮੀਨਸ ਮੈਨੂੰ ਇਹਦੇ ਸਬਸੈਟਸ ਚਾਹੀਦੇ ਆ ਪਹਿਲਾਂ। ਠੀਕ ਹੈ। ਤਾਂ ਇਹਦੇ ਸਬਸੈਟਸ ਕਿੰਨੇ ਹੋ ਜਾਣਗੇ 5, ਕਿ ਕੋਈ ਵੀ ਕੁਆਲਿਟੀ ਨਹੀਂ ਆਈ। ਫਿਰ ਕੀ ਹੋ ਸਕਦਾ ਕਿ ਉਹਦੇ ਵਿੱਚ 1 ਵਾਲੀ ਕੁਆਲਿਟੀ ਆ ਜਾਵੇ, ਹੋ ਸਕਦਾ ਉਹਦੇ ਵਿੱਚ 4 ਵਾਲੀ ਕੁਆਲਿਟੀ ਆ ਜਾਵੇ, ਹੋ ਸਕਦਾ ਉਹਦੇ ਵਿੱਚ ਦੋਨੋਂ ਕੁਆਲਿਟੀਜ਼ ਆ ਜਾਣ 1 ਔਰ 4। ਪਾਵਰ 'ਚ ਕੀ ਹੁੰਦਾ ਸੀਗਾ ਕਿ ਫਿਰ ਤੁਹਾਡੀ ਏ ਦੀ ਡੈਥ ਹੋ ਜਾਂਦੀ ਸੀ। ਠੀਕ ਆ ਜੀ। ਏ ਦੀ ਸੈੱਟ ਦੀ ਡੈਥ ਹੋ ਗਈ, ਦੈਨ ਉਹਦੇ ਸਬਸੈਟ ਆ ਜਿਹੜੇ ਅਨਾਥ ਹੋ ਜਾਂਦੇ ਆ, ਬਟ ਉਹ ਕਿਹਦੇ ਅੰਦਰ ਚਲੇ ਜਾਂਦੇ ਫਿਰ ਪਾਵਰ ਸੈੱਟ 'ਚ। ਠੀਕ ਆ। ਨੈਕਸਟ ਔਰ ਪਾਵਰ ਸੈੱਟ 'ਚ ਉਹ ਬੋਲਦਾ ਕੀ ਸੀਗਾ ਕਿ ਜਿੰਨੇ ਇਹਦੇ ਸਬਸੈਟ ਹੁੰਦੇ ਆ ਉਨੇ ਹੀ ਐਲੀਮੈਂਟਸ ਹੁੰਦੇ ਆ ਪਾਵਰ ਸੈੱਟ ਇਹਦੇ। ਠੀਕ ਆ। ਡੈਫੀਨੇਸ਼ਨਸ ਨੂੰ ਧਿਆਨ 'ਚ ਹੀ ਰੱਖਣਾ ਹੈ ਤਾਂ ਹੀ ਸਮ ਸੋਲਵ ਹੋਣਗੇ। ਨੈਕਸਟ ਕੀ ਆ? ਲੈਟ ਏ ਸੈੱਟ ਗਿਵਨ ਆ ਬੀ ਐਂਡ ਸੀ, ਫਾਈਂਡ ਆਲ ਦਾ ਐਕਸ। ਇਹਨਾਂ ਨੂੰ ਸਾਰਿਆਂ ਨੂੰ ਸੋਲਵ ਆਊਟ ਕਰਕੇ ਮੈਂ ਇਹਨਾਂ ਦੇ ਵਿੱਚੋਂ ਸਾਰਿਆਂ 'ਚੋਂ ਐਕਸ ਫਾਈਂਡ ਕਰਨੀ ਆ ਜਿਹੜੀ ਇਹਨਾਂ ਸਾਰੀਆਂ ਕੰਡੀਸ਼ਨਸ ਨੂੰ ਸੈਟਿਸਫਾਈ ਕਰ ਸਕੇ।
ਠੀਕ ਆ। ਮਤਲਬ ਮੈਂ ਐਕਸ ਇੱਦਾਂ ਦਾ ਕੋਈ ਸੈੱਟ ਫਾਈਂਡ ਕਰਨਾ ਆ ਐਕਸ ਦਾ ਜਿਹੜਾ ਕਿ ਆ ਸਾਰੀਆਂ ਕੰਡੀਸ਼ਨ ਨੂੰ ਸੈਟਿਸਫਾਈ ਵੀ ਕਰ ਸਕੇ ਔਰ ਇਹਨਾਂ ਤਿੰਨਾਂ ਸੈਟਸ ਨੂੰ ਵੀ ਸੈਟਿਸਫਾਈ ਕਰ ਸਕੇ। ਮਤਲਬ ਸੈਟਿਸਫਾਈ ਇਟ ਮੀਨਸ ਕਾਮਨ ਚੀਜ਼ ਤਿੰਨਾਂ ਦੀ। ਠੀਕ ਹੈ ਜੀ, ਇਹੀ ਬੋਲਦਾ ਨਾ। ਜਿੱਦਾਂ ਦੇਖੋ ਹੁਣ ਇੱਧਰ ਦੇਖੋ, ਏ ਦੇ ਵਿੱਚ ਪਹਿਲੇ 3 ਐਲੀਮੈਂਟ ਬੀ ਦੇ ਕਾਮਨ ਆ, ਠੀਕ ਹੈ। ਸੀ ਦੇ ਵਿੱਚ ਸਿਰਫ 2 ਕਾਮਨ ਆ ਔਰ 4 ਕਾਮਨ ਆ, ਮਤਲਬ ਅਲੱਗ-ਅਲੱਗ ਆ। ਪਹਿਲਾਂ ਸੋਲਵ ਆਊਟ ਕਰਦੇ ਹਾਂ। ਫਸਟ ਕੰਡੀਸ਼ਨ 'ਚ ਕੀ ਬੋਲਦਾ ਆ, ਐਕਸ ਕੀ ਆ, ਸਬਸੈਟ ਆ ਬੀ ਦਾ ਐਂਡ ਐਕਸ ਨੋਟ ਸਬਸੈਟ ਸੀ। ਐਕਸ ਸਬਸੈਟ ਆ ਬੀ ਦਾ, ਐਕਸ ਨੋਟ ਸਬਸੈਟ ਸੀ। ਸਬਸੈਟ ਦੀ ਗੱਲ ਹੋਈ ਆ, ਇਹ ਤੋਂ ਸੈੱਟ ਗਿਵਨ ਆ, ਪਹਿਲਾਂ ਤਾਂ ਮੈਂ ਸਬਸੈਟ ਬਣਾਉਂਗੀ। ਬੀ ਦਾ ਸਬਸੈਟ ਬਣਾਓ, ਕਿੰਨਾ ਹੋ ਜਾਊਗਾ, ਬੀ ਦਾ ਸਬਸੈਟ ਆਹੀ ਬਣੂਗਾ। ਕੁਆਲਿਟੀ ਚੈੱਕ ਕਰ ਲਓ, ਸਿਸਟਰ 'ਚ 1 2 3 ਆਹ ਵਾਲੀਆਂ 3 ਕੁਆਲਿਟੀਜ਼ ਆ। ਬ੍ਰਦਰ 'ਚ ਕੀ ਹੋ ਗਿਆ, ਨਿਕੰਮਾ, ਕੋਈ ਪ੍ਰੋਪਰਟੀ ਨਹੀਂ ਸਿਸਟਰ ਵਾਲੀ, ਜਾਂ ਫਿਰ ਉਹਦੇ ਵਿੱਚ ਸਿਸਟਰ ਵਾਲੀ ਇੱਕ ਪ੍ਰੋਪਰਟੀ, ਜਾਂ ਫਿਰ 2 ਨੰਬਰ ਵਾਲੀ, ਜਾਂ ਫਿਰ 3 ਨੰਬਰ ਵਾਲੀ, ਜਾਂ ਫਿਰ 1 2 ਵਾਲੀ, 1 3 ਵਾਲੀ, 2 3 ਵਾਲੀ, ਜਾਂ ਫਿਰ ਬ੍ਰਦਰ ਦੇ ਵਿੱਚ ਵੀ ਸਾਰੀਆਂ ਕੁਆਲਿਟੀਜ਼ ਉਹੀ ਆ ਜੋ ਸਿਸਟਰ ਦੇ ਅੰਦਰ ਆ। ਸਬਸੈਟ ਬਣ ਗਿਆ। ਸਬਸੈਟ ਤੋਂ ਇੱਦਾਂ ਹੀ ਬਣਦਾ ਸੀ। ਹੁਣ ਉਹਨੇ ਕੀ ਬੋਲਿਆ ਆ ਕਿ ਸੀ ਦਾ ਸਬਸੈਟ, ਤਾਂ ਮੈਂ ਸੀ ਦਾ ਵੀ ਕੀ 2 4 ਆ। ਬ੍ਰਦਰ ਨਿਕੰਮਾ, ਕੋਈ ਕੁਆਲਿਟੀ ਨਹੀਂ। ਜਾਂ ਫਿਰ ਉਹਨੇ 2 ਇੱਕ ਸੈਕਿੰਡ ਵਾਲੀ ਕੁਆਲਿਟੀ, ਦੈਨ ਆਹ ਵਾਲੀ 4th ਕੁਆਲਿਟੀ, ਜਾਂ ਫਿਰ ਉਹਨੇ ਦੋਨੋਂ ਕੁਆਲਿਟੀਜ਼ ਲੈ ਲਈਆਂ। ਠੀਕ ਆ ਜੀ, 2 ਬਣਾ ਲਏ ਮੈਂ, ਬੀ ਦਾ ਸਬਸੈਟ ਵੀ ਬਣਾ ਲਿਆ, ਸੀ ਦਾ ਸਬਸੈਟ ਵੀ ਬਣਾ ਲਿਆ। ਗੱਲ ਉਹਨੇ ਕੀ ਕੀਤੀ, ਐਕਸ ਸਬਸੈਟ ਬੀ ਐਂਡ ਐਕਸ ਨੋਟ ਸਬਸੈਟ ਸੀ, ਆਹੀ ਕੰਡੀਸ਼ਨ ਬੋਲਣੀ ਸੀ। ਠੀਕ ਆ। ਇਟ ਮੀਨਸ ਮੇਰੇ ਕੋਲ ਕਿਹੜੇ, ਉਹਨੇ ਕੀ ਬੋਲਿਆ ਕਿ ਐਕਸ ਨੋਟ ਸਬਸੈਟ ਸੀ ਦਾ ਨਹੀਂ, ਉਹ ਸੀ ਦੇ ਵਿੱਚ ਕੋਈ ਵੀ ਸਬਸੈਟ ਨਹੀਂ ਹੈ। ਇਟ ਮੀਨਸ ਜੋ ਸੀ ਦੇ ਵਿੱਚ ਆਉਂਦਾ ਆ ਉਹ ਬੀ ਦੇ ਵਿੱਚ ਫਿਰ ਨਹੀਂ ਆਉਣਾ ਚਾਹੀਦਾ ਹੈ ਨਾ, ਕਿਉਂਕਿ ਬੀ ਨੂੰ ਹੀ ਸਬਸੈਟ ਮੰਨਦਾ ਹੈ, ਉਹ ਸੀ ਨੂੰ ਤਾਂ ਸਬਸੈਟ ਮੰਨਦਾ ਹੀ ਨਹੀਂ ਆ। ਇਹਦਾ ਮਤਲਬ ਜੋ ਮੇਰੇ ਕੋਲ ਸੀ ਦੇ ਵਿੱਚ ਆ ਰਿਹਾ ਹੈ ਉਹ ਬੀ ਦੇ ਵਿੱਚ ਨਹੀਂ ਆਉਣਾ ਚਾਹੀਦਾ। ਹੁਣ ਦੇਖੋ, ਸੀ ਦੇ ਵਿੱਚ ਮੇਰੇ ਕੋਲ ਆ ਰਿਹਾ 5, ਬਟ ਉਹ ਬੀ ਦੇ ਵਿੱਚ ਵੀ ਆ ਰਿਹਾ ਆ, ਤਾਂ ਉਹਨੂੰ ਤਾਂ ਪ੍ਰੋਬਲਮ ਹੋ ਜਾਣੀ ਆ, ਬਿਕੋਜ਼ ਉਹਨੇ ਤਾਂ ਨੋਟ ਬੋਲਿਆ ਆ। ਫਿਰ ਇੱਧਰ 2 ਆ, ਇੱਧਰ ਵੀ 2 ਆਉਂਦਾ ਆ, ਇਟ ਮੀਨਸ ਇਹਦੇ ਵਿੱਚ ਫਿਰ ਉਹਨੂੰ ਐਕਸ ਨੂੰ ਪ੍ਰੋਬਲਮ ਹੋ ਜਾਣੀ ਆ, ਕਿ ਉਹ ਤਾਂ ਚਾਹੁੰਦਾ ਕਿ ਮੈਂ ਸੀ ਦੇ ਇਕੁਅਲ ਨਹੀਂ ਜਾਣਾ, ਜਾਂ ਸੀ ਦੇ ਨਾਲ ਸਬਸੈਟ ਨਹੀਂ ਬਣਾਉਣਾ, ਮੈਂ ਬੀ ਦੇ ਨਾਲ ਬਣਾਉਣਾ ਆ। ਤਾਂ ਇਹਦਾ ਮਤਲਬ ਜੋ ਸੀ ਦੇ ਵਿੱਚ ਆ ਉਹ ਬੀ ਦੇ ਵਿੱਚ ਨਹੀਂ ਹੋਣੇ ਚਾਹੀਦੇ। ਕਿੰਨਾ ਆ, 5 ਔਰ 2 ਆ, ਤਾਂ ਮੈਂ ਇੱਧਰੋਂ ਬੀ ਦੇ ਵਿੱਚੋਂ 5 ਵੀ ਕੱਢਤਾ ਔਰ 2 ਵੀ ਕੱਢਤਾ, ਤੋਂ ਬਾਅਦ ਕੀ ਆ 1 3 1 2 1 3 2 3 1 2 3 ਆਹੀ ਬਚਿਆ ਹੈ ਨਾ। 5 ਔਰ 2 ਨਹੀਂ ਲਿਆ, तो एक्स का मेरे को आ वाला सैट बन गया। ठीक है, नैक्सट कंडीशन उन्हें की बोलिया, एक्स सबसैट बी एक्स नॉट इज इक्वल टू बी। एक्स सबसैट आ बी का बट एक्स नॉट इज इक्वल टू बी आ। नॉट इक्वल टू का मतलब की हो गया कि जो सुपर सैट बनता होंगे मेरे को, जो सिस्टर की बराबरी कर लेंदा है, लास्ट में ब्रदर आन के ना वो वाला नहीं आपस इक्वल आना चाहिए, बाकी आ जाने चाहिए। ठीक है, और उन्हें इतने फिर बोलता कि एक्स नॉट सबसैट सी, उन्होंने सी पसंद ही नहीं आ रहा। ठीक है जी, चलो आ जाओ सैकेंड कंडीशन की उन्हें बोलता मैं सैट तो बनाया सबसैट बी दे तो सॉल्व आउट किए सी दे भी कर ले। हुण सी तो उन्हें सीधा ही बोलता कि भाई नहीं आना चाहिए, इट मीनस 5 और 2 तो इत्थे नहीं आना चाहिए। ठीक है, वी दे विच। और उन्हें फिर की बोलता है कि एक्स जो भी आ वो सिस्टर की बराबरी भी ना करे, ब्रदर सिस्टर की बराबरी वाला भी ना करे, एक्स नॉट इज इक्वल टू बी, मतलब आ वाली चीज़ भी नहीं आनी चाहिए। तो बच की जाऊगा मेरे को फिर सीधा ही 1 3 1 2 1 3 2 3 आही एलीमेंट्स। ठीक है, इन्हूं थोड़ा ध्यान नाल समझ लियो कंडीशनस नूं। ठीक है जी, मतलब ये सारियां ईजी आ, बट ये कदों ईजी है जो तुसीं डेफिनेशनस नूं प्रॉपरली फॉलो करोगे। ठीक आ, नैक्सट की बोलता है एक्स ए का सबसैट आ, एक्स बी का सबसैट आ, एक्स सी का सबसैट भी आ। मतलब लास्ट जो उन्होंने जाके सी पसंद आई आ, उन्हें ए नाल भी सबसैट बनाया, बी नाल भी और सी नाल भी। हुण देखो ए दे अलग सबसैट होणगे, बी दे अलग और सी दे अलग, बिकॉज तिन्नां दे सैट डिफरेंट डिफरेंट आ। बट वो एक्स की आ कि वो सारियां दा सबसैट बना रहा आ, सारियां दा सबसैट बना रहा। भाई इदा तो हो नहीं सकता, क्योंकि तीनों सैट तो डिफरेंट डिफरेंट आ। सबसैट कदों बनाऊगा, जो फिर तिन्नां दे विचों कॉमन चुकूगा। ठीक है, हुण ए दे सबसैट देखो किन्ने 1 2 3 4। ठीक है, हुण आपां 2 की पावर 4 कर दिए, आंसर इज 16। मतलब मेरे को ए दे किन्ने बनने चाहिए सबसैट 16 बने आ, बन गए ना। बट ए तो बना लिया बिकॉज मैं बी का पहलों ही बना लिया सी का भी पहलों ही बना लिया, ए की तो आई नहीं सी, ये थर्ड कंडीशन चाहिए, इसलिए मैं सबसैट ए दे थर्ड कंडीशन च बनाए। और थर्ड कंडीशन च उन्हें की बोलिया कि एक्स सबसैट ए का, एक्स सबसैट बी का, एक्स सबसैट सी का। तो की हो गया कि इन्हां दे विच हुण फिर कॉमन किहड़ा होऊगा, 5 तिन्नां दे विच आ रहा, यस। 2 तिन्नां दे विच आ रहा, यस। 4 तिन्नां दे विच आ रहा, नहीं। 3 तिन्नां दे विच आ रहा, नहीं। तो इहदा मतलब क्या कि मेरे कोल किहड़े आ जाणगे एक्स दे एलीमेंट्स सिर्फ 2 और 5।
ठीक आ, क्योंकि अगर मेरा एक्स ए ਨੂੰ ਬਿਲੋਂਗ ਕਰਦਾ, एक्स बी ਨੂੰ ਬਿਲੋਂਗ ਕਰਦਾ, एक्स सी ਨੂੰ ਬਿਲੋਂਗ ਕਰਦਾ, ਮਤਲਬ ਇੱਦਾਂ ਦਾ ਕੋਈ ਐਲੀਮੈਂਟ ਹੋਊਗਾ ਨਾ ਜਿਹੜਾ ਤਿੰਨਾਂ ਦੇ ਵਿੱਚ ਪ੍ਰੈਜ਼ੈਂਟ ਹੋਵੇ, ਤਾਂ ਹੀ ਉਹ ਸਬਸੈਟ ਬਣਾਊਗਾ, ਹੈ ਨਾ। ਅਗਰ ਉਹ ਤਿੰਨਾਂ ਦੇ ਵਿੱਚ ਡਿਫਰੈਂਟ ਸੀ ਤਾਂ ਉਹ ਤਾਂ ਪੋਸੀਬਲ ਹੀ ਨਹੀਂ ਅਗਰ ਮੈਂ ਸਾਰੇ ਚੁੱਕ ਲੈਂਦੀ, ਠੀਕ ਹੈ ਜੀ। ਅਗਰ ਤਿੰਨਾਂ ਦੇ ਨਾਲ ਸੇਮ ਐਕਸ ਬਣਾ ਰਿਹਾ, ਇਟ ਮੀਨਸ ਐਕਸ ਦਾ ਫਿਰ ਇੱਦਾਂ ਦਾ ਕੋਈ ਵੀ 2 ਐਲੀਮੈਂਟਸ ਆਉਣਗੇ ਜਾਂ 3 ਐਲੀਮੈਂਟਸ ਜਾਂ 4 ਐਲੀਮੈਂਟਸ ਆਉਣਗੇ ਜਿਹੜੇ ਤਿੰਨਾਂ ਦੇ ਵਿੱਚ ਪ੍ਰੈਜ਼ੈਂਟ ਹੋਣਗੇ, ਠੀਕ ਹੈ। ਔਰ ਤਿੰਨਾਂ ਦੇ ਵਿੱਚ ਮੇਰੇ ਤੋਂ ਕੀ ਪ੍ਰੈਜ਼ੈਂਟ ਸੀ, 5 ਔਰ 2। 5 ਦੇਖੋ ਇੱਥੇ ਏ ਦੇ ਨਾਲ ਵੀ ਸੀ, ਏ ਦਾ ਸਬਸੈਟ, ਦੈਨ ਮੇਰਾ ਬੀ ਦਾ ਸਬਸੈਟ 5, ਮੇਰਾ ਸੀ ਦਾ ਸਬਸੈਟ 5, ਰਾਈਟ। ਦੈਨ ਮੇਰਾ ਬੀ ਏ ਦਾ ਸਬਸੈਟ 2, ਦੈਨ ਬੀ ਦਾ ਸਬਸੈਟ 2 ਔਰ ਸੀ ਦਾ ਸਬਸੈਟ 2, ਔਰ 3 ਏ ਦਾ ਆ ਬਟ ਉਹ ਸੀ ਦਾ ਨਹੀਂ ਹੈਗਾ, ਬੀ ਦਾ ਆ। ਦੈਨ ਬੀ ਦੇ ਵਿੱਚ 4 ਨਹੀਂ ਹੈਗਾ, ਸੀ ਦੇ ਵਿੱਚ 4 ਆ, ਤਾਂ ਫਿਰ ਉਹਦੇ ਏ ਦੇ ਵਿੱਚ 4 ਆ। ਪੋਸੀਬਿਲਿਟੀ ਨਹੀਂ ਸੀ ਨਾ, ਸਿਰਫ 2 ਔਰ ਫਿਰ 5 ਦੀ ਪੋਸੀਬਿਲਿਟੀ ਸੀ, ਠੀਕ ਆ। ਥੋੜ੍ਹਾ ਧਿਆਨ ਨਾਲ ਸਮਝਿਓ, ਸਮਝ ਲੱਗ ਜਾਊਗਾ, ਸੋਲਵ ਕਰਕੇ ਦੇਖ ਲਿਓ। ਨੈਕਸਟ ਆ ਗਿਆ ਐਗਜ਼ਾਮਪਲ 10। ਮੈਂ ਇਹਨੂੰ ਕਿਉਂ ਨਹੀਂ ਸੋਲਵ ਆਊਟ ਕੀਤਾ, ਕਿਉਂਕਿ ਮੈਂ ਤੁਹਾਨੂੰ ਡੈਫੀਨੇਸ਼ਨ ਜਦੋਂ ਸਮਝਾਈਆਂ ਨਾ, ਮੈਂ ਨਾਲ ਐਗਜ਼ਾਮਪਲਸ ਦਿੱਤੀਆਂ ਉਹਦੀਆਂ, ਤਾਂ ਉਹਦੇ ਥਰੂ ਤੁਸੀਂ ਸਮਝ ਸਕਦੇ ਹੋ ਨਾ। ਹੁਣ ਜਸਟ ਮੈਂ ਡੈਫੀਨੇਸ਼ਨਸ ਨੂੰ ਲਿਖ ਕੇ ਛੱਡਿਆ ਨਹੀਂ ਆ, ਉਹਨੂੰ ਨਾਲ ਐਗਜ਼ਾਮਪਲ ਦੇ ਕੇ ਸਮਝਾਇਆ ਆ, ਜੋ ਤੁਹਾਡੇ ਲਈ ਈਜ਼ੀ ਰਹਿ ਜਾਊਗਾ, ਠੀਕ ਹੈ ਜੀ, ਐਗਜ਼ਾਮਪਲਸ ਔਰ ਐਕਸਰਸਾਈਜ਼ ਦੇ ਵਿੱਚ ਇੰਪਰੂਵ ਕਰਨ ਲਈ। ਨੈਕਸਟ ਆਓ, ਗਿਵ ਦਾ ਸੈਟਸ A, B, C, 3 ਸੈਟ ਗਿਵਨ ਦਿੱਤੇ ਆ। ਵਿਚ ਆਫ ਦਾ ਫੋਲੋਇੰਗ ਮੇ ਬੀ ਕੰਸੀਡਰ ਐਜ਼ ਅ ਯੂਨੀਵਰਸਲ ਸੈਟ ਆਫ ਆਲ 3 ਸੈਟ A, B, C। ਉਹਨੇ ਕੀ ਕਿਹਾ ਕਿ ਮੈਂ 3 ਸੈਟ ਦਿੱਤੇ ਆ, ਠੀਕ ਹੈ ਜੀ। ਦੈਨ ਮੈਂ ਤੁਹਾਨੂੰ ਕੰਡੀਸ਼ਨਸ ਦੇਤੀਆਂ 4, ਉਹਨਾਂ ਦੇ ਵਿੱਚੋਂ ਫਾਈਂਡ ਕਰੋ ਕਿ ਕਿਹੜਾ ਯੂਨੀਵਰਸਲ ਸੈੱਟ ਹੋਏਗਾ ਜਿਹਦੇ ਵਿੱਚ A, B, C ਤਿੰਨੋਂ ਸੈੱਟ ਆਉਂਦੇ ਹੋਣਗੇ। ਪਹਿਲੇ 'ਚ ਦੇਖੋ 0 1 2 3 4 5 6 ਆਉਂਦਾ ਆ, ਬਟ ਮੇਰੇ ਕੋਲ A, B, C ਦੇ ਵਿੱਚ ਕਿਹੜਾ ਆਉਂਦਾ, ਇੱਕ 8 ਐਲੀਮੈਂਟ ਵੀ ਆਉਂਦਾ, ਬਟ ਇਹਦੇ ਵਿੱਚ 8 ਹੈ ਹੀ ਨਹੀਂ, ਅਤੇ ਇਹਦਾ ਤਾਂ ਮਤਲਬ ਇਹ ਤਾਂ ਹੋ ਨਹੀਂ ਸਕਦਾ। ਨੈਕਸਟ ਉਹਨੇ ਕਿਹੜਾ ਦਿੱਤਾ, ਖਾਲੀ 5 ਸੈੱਟ, ਇੱਥੇ ਤਾਂ 5 ਹੈ ਹੀ ਨਹੀਂ, ਇਹ ਵੀ ਨਹੀਂ ਹੋ ਸਕਦਾ। ਨੈਕਸਟ ਉਹਨੇ ਕੀ ਬੋਲਤਾ, 0 1 2 3 4 5 6 7 8 9 10, ਇਹ ਹੋ ਸਕਦਾ ਕਿ ਨਹੀਂ, ਦੇਖਦੇ ਹਾਂ। 1 2 3 1 3 5 2 4 6 0 2 4 6 8, ਜਿੰਨੇ ਮਤਲਬ 1 2 3 4 5 6 8 0 ਆ ਸਾਰੇ ਐਲੀਮੈਂਟਸ ਇਹਦੇ ਵਿੱਚ ਆਉਂਦੇ ਆ ਥਰਡ ਕੰਡੀਸ਼ਨ 'ਚ। 0 ਵੀ ਆ ਰਿਹਾ, 1 2 3 4 5 6 7 8 ਤੱਕ ਸੀ ਆ ਰਹੇ ਆ, ਰਾਈਟ। ਦੈਨ ਲਾਸਟ ਵਾਲਾ ਵੀ ਇੱਕ ਵਾਰੀ ਚੈੱਕ ਕਰ ਲਓ, ਉਹਦੇ ਵਿੱਚ ਕੀ ਆ ਰਿਹਾ, 1 2 3 4 5 6 7 8 ਸਾਰੇ ਆ ਰਹੇ ਆ, ਬਟ 0 ਨਹੀਂ ਆ ਰਿਹਾ, ਇਹਦਾ ਮਤਲਬ ਇਹ ਵੀ ਗਲਤ ਆ। ਤਾਂ ਮੇਰਾ ਕਿਹੜਾ ਯੂਨੀਵਰਸਲ ਸੈੱਟ ਹੋਏਗਾ, ਪਾਰਟ 3, ਠੀਕ ਆ। ਨੈਕਸਟ ਦੇਖੋ, ਰਾਈਟ ਦਾ ਫੋਲੋਇੰਗ ਸਬਸੈਟਸ ਆਫ ਆਰ ਐਜ਼ ਇੰਟਰਵਲਸ। ਇੰਟਰਵਲਸ ਲਿਖਣੇ ਆ, ਹਾਂ ਵਾਲੀਆਂ ਆਪਾਂ ਨੂੰ 4 ਆਪਸ਼ਨਸ ਦਿੱਤੀਆਂ, ਉਹਨਾਂ ਨੇ ਕੀ ਬੋਲਿਆ, ਫਾਈਂਡ ਦਾ ਲੈਂਥ ਆਫ ਈਚ ਇੰਟਰਵਲ। ਹੁਣ ਇੰਟਰਵਲ ਲੈਂਥ ਫਾਈਂਡ ਕਰਨ ਦਾ ਫਾਰਮੂਲਾ ਕੀ ਹੁੰਦਾ, ਉਹ ਤੋਂ ਆਪਾਂ ਕੀਤਾ ਨਹੀਂ ਆ ਜੀ, ਬਟ ਉਹ ਬਹੁਤ ਛੋਟਾ ਹੁੰਦਾ, B ਮਾਈਨਸ A। ਦੇਖਦੇ ਹਾਂ, ਆ ਦੇਖੋ ਸਭ ਨੇ ਆਪਣੇ ਮੈਥ 'ਤੇ ਨੋਟ ਕਰਨਾ ਹੈ। B ਮਾਈਨਸ A ਇਜ਼ ਕਾਲਡ ਦਾ ਲੈਂਥ ਆਫ ਐਨੀ ਆਫ ਦਾ ਇੰਟਰਵਲ, ਠੀਕ ਹੈ। B ਮਾਈਨਸ A ਕਿੱਦਾਂ ਹੋ ਗਿਆ, ਮਤਲਬ ਮੈਂ ਕਿਹੜੇ ਐਲੀਮੈਂਟਸ ਲਾਏ ਸੀ, 2 6 ਲਾਏ ਸੀ ਨਾ, ਤਾਂ ਕਿੰਨਾ ਹੋ ਗਿਆ 6 ਮਾਈਨਸ 2, ਠੀਕ ਆ। ਲੈਂਥ ਕਿੱਦਾਂ ਫਾਈਂਡ ਹੋਊਗੀ, B ਦੇ ਵਿੱਚੋਂ A ਦਾ ਐਲੀਮੈਂਟ ਮਾਈਨਸ ਕਰਨ 'ਤੇ, ਠੀਕ ਆ। ਹੁਣ ਦੇਖਦੇ ਹਾਂ, ਆਹ ਵਾਲੇ ਆਪਾਂ ਨੂੰ ਕੰਡੀਸ਼ਨਸ ਗਿਵਨ ਸੀਗੀਆਂ, ਇਹਦੇ ਵਿੱਚੋਂ ਮੈਂ ਕੀ ਕਰਨਾ ਸੀ, ਲੈਂਥ ਫਾਈਂਡ ਕਰਨੀ ਸੀ ਇੰਟਰਵਲ ਦੀ। ਤਾਂ ਲੈਂਥ ਕਿੱਦਾਂ ਫਾਈਂਡ ਹੁੰਦੀ ਆ, B ਮਾਈਨਸ A, ਆਹੀ ਲੱਗਦਾ ਹੁੰਦਾ ਆ। ਹੁਣ ਇਹਦੇ ਵਿੱਚ ਕੀ ਸੀ, A ਮੇਰਾ 2 ਸੀਗਾ, B ਮੇਰਾ 16 ਸੀ, A ਮੇਰਾ ਮਾਈਨਸ 4, B 12, ਦੈਨ A 3, B 6, A ਮਾਈਨਸ 2, B 9, ਇਹ ਸੀ। ਤਾਂ ਕਿੰਨਾ ਹੋ ਗਿਆ, 16 ਮਾਈਨਸ 2 14, 12 ਮਾਈਨਸ ਦੈਨ ਮਾਈਨਸ ਦਾ 4, ਕਿੰਨਾ ਹੋ ਗਿਆ 12 ਮਾਈਨਸ ਮਾਈਨਸ ਪਲਸ ਦਾ 4, ਤਾਂ ਕਿੰਨਾ ਹੋ ਗਿਆ, ਆਂਸਰ ਇਜ਼ 16, ਠੀਕ ਹੈ ਜੀ। ਤਾਂ 6 ਮਾਈਨਸ 3, ਆਂਸਰ ਇਜ਼ 3, ਦੈਨ 9 ਮਾਈਨਸ 2, ਠੀਕ ਆ, 9 ਮਾਈਨਸ ਦੈਨ ਕੀ ਆ ਵਾਲਾ ਮਾਈਨਸ 2, ਮਾਈਨਸ ਮਾਈਨਸ ਪਲਸ 9 ਪਲਸ 2 ਇਜ਼ ਇਕੁਅਲ ਟੂ 11, ਠੀਕ ਆ। ਇਹ ਤਾਂ ਲਿਖਤਾ ਆ, ਬਟ ਉਹਨਾਂ ਨੇ ਕੀ ਕਿਹਾ ਸੀਗਾ ਕਿ ਇਹਨਾਂ ਦੇ ਤੁਸੀਂ ਇੰਟਰਵਲਸ ਵੀ ਦੇਖਣੇ ਆ, ਕਿਹੜੇ ਕਿਹੜੇ ਹੋਣਗੇ, ਕਲੋਜ਼ ਆ, ਓਪਨ ਆ, ਸੈਮੀ ਕਲੋਜ਼ ਆ ਜਾਂ ਸੈਮੀ ਓਪਨ ਆ, ਉਹ ਤੁਸੀਂ ਕਿੱਥੋਂ ਪਤਾ ਕਰਾਉਣਾ, ਆਵਲੀਆਂ 'ਚ। ਇਹਨਾਂ ਦੋਨਾਂ ਦੇ ਵਿੱਚ ਇਕੁਐਲਿਟੀ ਸਾਈਨ ਹੈਗਾ, ਇਹਨਾਂ ਦੋਨਾਂ ਦੇ ਵਿੱਚ ਨਹੀਂ ਹੈਗਾ, ਇੱਧਰ ਇੱਕ ਸਾਈਡ 'ਚ ਹੈਗਾ, ਇੱਕ ਸਾਈਡ ਨਹੀਂ ਹੈ, ਦੈਨ ਇੱਧਰ ਇੱਕ ਸਾਈਡ ਹੈ, ਇੱਧਰ ਇੱਧਰ ਹੈ, ਇੱਧਰ ਨਹੀਂ ਹੈ, ਠੀਕ ਆ। ਇਹ ਤੁਸੀਂ ਇੰਟਰਵਲਸ ਜੋ ਆਪਾਂ ਆਰਟੀਕਲਸ ਦੇ ਥਰੂ ਸੋਲਵ ਆਊਟ ਕੀਤਾ, ਉਹਨੂੰ ਦੇਖ ਕੇ ਕਰ ਲਈਓ। ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਲੈਂਥ ਵੀ ਕਿੱਦਾਂ ਫਾਈਂਡ ਹੁੰਦੀ ਆ, ਫਾਰਮੂਲਾ ਵੀ ਦੱਸਦਾ, ਠੀਕ ਆ। ਨੈਕਸਟ ਆ ਜਾਓ 12th ਐਗਜ਼ਾਮਪਲ, ਰਾਈਟ ਦਾ ਫੋਲੋਇੰਗ ਇੰਟਰਵਲਸ ਇਨ ਅ ਸੈੱਟ ਬਿਲਡਰ ਫਾਰਮ। ਮੇਰੇ ਕੋਲ ਇੰਟਰਵਲਸ ਗਿਵਨ ਆ, ਉਹਨਾਂ ਨੂੰ ਮੈਂ ਸੈੱਟ ਬਿਲਡਰ ਫਾਰਮ ਦੇ ਵਿੱਚ ਲਿਖਣਾ ਆ, ਠੀਕ ਆ ਜੀ। ਆਹ ਸਾਰੇ ਇੰਟਰਵਲਸ ਗਿਵਨ ਆ। ਹੁਣ ਦੇਖੋ, ਇੱਕ ਤੋਂ ਗੱਲ ਕਰਤੀ ਉਹਨੇ ਇੰਟਰਵਲਸ ਦੀ, ਦੂਸਰੀ ਸੈੱਟ ਬਿਲਡਰ ਦੀ।
ਇਹੀ ਗੱਲ ਕਰ ਗਿਆ। ਹੁਣ ਇੰਟਰਵਲਸ ਜਦੋਂ ਮੈਂ ਇਸ ਕੰਡੀਸ਼ਨ ਨੂੰ ਸੈੱਟ ਬਿਲਡਰ ਫਾਰਮ ਦੇ ਵਿੱਚ ਬਣਾਉਣਾ ਤਾਂ ਇੰਟਰਵਲਸ ਤੋਂ ਯੂਜ਼ ਹੋਣਾ ਹੀ ਚਾਹੀਦਾ ਆ। ਪਹਿਲਾ ਦੇਖੋ ਕੀ ਆ, ਕਲੋਜ਼ਡ ਆ ਨਾ, ਤਾਂ ਕਿਹੜੀ ਕੰਡੀਸ਼ਨ ਲੱਗੀ, ਇਕੁਐਲਿਟੀ ਵਾਲੀ। ਦੂਸਰਾ ਓਪਨ ਆ, ਤਾਂ ਕਿਹੜੀ ਕੰਡੀਸ਼ਨ ਲੱਗੀ, ਵਿਦਆਊਟ ਇਕੁਐਲਿਟੀ ਵਾਲੀ। ਤੀਸਰਾ ਸੈਮੀ ਕਲੋਜ਼ਡ ਆ, ਸੈਮੀ ਓਪਨ, ਤਾਂ ਇੱਕ ਸਾਈਡ 'ਤੇ ਕਲੋਜ਼ ਮਤਲਬ ਇੱਕ ਸਾਈਡ 'ਤੇ ਇਕੁਐਲਿਟੀ, ਦੂਸਰੀ ਸਾਈਡ ਨਹੀਂ। ਦੈਨ ਲਾਸਟ 'ਚ ਸੈਮੀ ਓਪਨ ਸੈਮੀ ਕਲੋਜ਼ਡ, ਇੱਕ ਸਾਈਡ 'ਤੇ ਨਹੀਂ, ਇੱਕ ਸਾਈਡ 'ਤੇ ਇਕੁਐਲਿਟੀ, ਯੈਸ। ਠੀਕ ਆ, ਔਰ ਬਣ ਵੀ ਆਹ ਸਾਰੀ ਸੈੱਟ ਬਿਲਡਰ ਫਾਰਮ ਆ ਰੀਅਲ ਨੰਬਰਸ ਨੂੰ ਬਿਲੋਂਗ ਕਰਦਾ ਆ। ਠੀਕ ਆ ਜੀ, ਲੱਗੀ ਸਮਝ। ਹੁਣ ਇਹਦੀ ਤੁਸੀਂ ਸਾਰਿਆਂ ਨੇ ਐਕਸਰਸਾਈਜ਼ ਨੂੰ ਸੋਲਵ ਆਊਟ ਕਰਨਾ, ਸਾਰੀਆਂ ਐਗਜ਼ਾਮਪਲਸ ਨੂੰ ਖੁਦ ਸੋਲਵ ਆਊਟ ਕਰਕੇ ਦੇਖਣਾ, ਮੈਥ 'ਤੇ ਦੇਖ ਕੇ ਨਹੀਂ ਛੱਡ ਦੇਣੀਆਂ। ਠੀਕ ਆ ਜੀ, ਖੁਦ ਪੈਨ ਔਰ ਕਾਪੀ ਲੈ ਕੇ ਹੱਥ ਚਲਾ ਕੇ ਸੋਲਵ ਆਊਟ ਕਰਕੇ ਦੇਖੋ, ਐਗਜ਼ਾਮਪਲਸ ਹੋ ਰਹੀਆਂ, ਫਿਰ ਤੁਸੀਂ ਐਕਸਰਸਾਈਜ਼ ਕਰਿਓ। ਦੈਨ ਜਿਹੜੀਆਂ ਨੈਕਸਟ ਐਗਜ਼ਾਮਪਲ ਆ 13 14 ਉਹ ਆਪਾਂ ਨਹੀਂ ਕਰਨੀ। ਠੀਕ ਆ ਜੀ, 12th ਤੱਕ ਹੀ ਕਰਨੇ ਆ, ਔਰ ਸਾਰੇ ਐਕਸਰਸਾਈਜ਼ ਦੇ ਆਪਾਂ ਸਾਰੇ ਸਮ ਸੋਲਵ ਆਊਟ ਕਰਨੇ ਆ। ਠੀਕ ਆ।